हाँ जी, सत श्री अकाल बच्चे सारिਆਂ ਨੂੰ। बच्चे सक्सैस ट्री पंजाब चैनल ਤੇ ਸਾਰਿਆਂ ਦਾ ਸਵਾਗਤ ਹੈ। ਆਪਣਾ ਜਿਹੜਾ ਪਿਛਲੇ ਮਹੀਨੇ ਤੋਂ ਦੁਪਹਿਰ ਦੇ 2 ਵਜੇ ਡੇਲੀ ਪੰਜਾਬ ਦੇ ਪੁਰਾਣੇ ਪੇਪਰਾਂ ਦਾ ਸੈਸ਼ਨ ਚੱਲ ਰਿਹਾ ਸੀ, ਮਤਲਬ ਜਿਹਦੇ ਵਿੱਚ ਆਪਾਂ ਕਿ ਪੰਜਾਬ ਦੇ ਪਿਛਲੇ 8-10 ਸਾਲਾਂ ਦੇ ਵਿੱਚ ਜਿੰਨੇ ਵੀ ਐਗਜ਼ਾਮਸ ਹੋਏ ਨੇ ਅਲੱਗ-ਅਲੱਗ ਡਿਪਾਰਟਮੈਂਟਸ ਦੇ, ਚਾਹੇ PSSB ਬੋਰਡ ਨੇ ਲਏ ਹੋਣ, ਕਲਰਕ ਦੇ ਹੋਣ ਜਾਂ ਆਫੀਸਰ ਲੈਵਲ ਦੇ ਪੇਪਰ ਹੋਣ, ਚਾਹੇ PPSC ਨੇ ਕੁਝ ਵਿਭਾਗਾਂ ਦੇ ਆਪਣੇ ਐਗਜ਼ਾਮਸ ਲਏ ਨੇ, ਕੁਝ ਪੋਸਟਾਂ ਦੇ ਲਈ ਆਪਣੇ ਐਗਜ਼ਾਮਸ ਲਏ ਨੇ, ਉਹਨਾਂ ਦੇ ਵਿੱਚ ਜਿੰਨਾ ਮੈਥ ਤੇ ਰੀਜ਼ਨਿੰਗ ਦਾ ਪੋਰਸ਼ਨ ਪੁੱਛਿਆ ਗਿਆ ਹੈ ਆਪਾਂ ਦੁਪਹਿਰੇ 2 ਵਜੇ ਪ੍ਰੀਵੀਅਸ ਈਅਰ ਐਗਜ਼ਾਮਸ ਨੂੰ ਪ੍ਰੀਵੀਅਸ ਈਅਰ ਕੁਐਸਚਨਸ ਨੂੰ ਕਰ ਰਹੇ ਹਾਂਗੇ। मतलब हुण अगले समय ਦੇ ਵਿੱਚ ਆਪਣੇ ਜਿਹੜੇ ਪੰਜਾਬ ਦੇ ਪੇਪਰ ਹੋਣੇ ਨੇ, मतलब डेली अनाउंसमेंट्स हो रही ने, कोई ना कोई पेपर निकल रहा है, कोऑपरेटिव बैंक ਦੀਆਂ ਭਰਤੀਆਂ ਨਿਕਲੀਆਂ ਨੇ, ਹੋਰ ਵਿਭਾਗਾਂ ਦੇ ਵਿੱਚ ਪੇਪਰ ਨਿਕਲੇ ਹੋਏ ਨੇ, ਨੈਬ ਤਹਿਸੀਲਦਾਰ ਦੇ ਅੱਜ ਆਪਣੇ 20 ਦਿਨ ਦਾ ਸਮਾਂ ਰਹਿ ਗਿਆ। ਤਾਂ ਅਗਲੇ ਸਮੇਂ 'ਚ ਜਿੰਨੇ ਪੇਪਰ ਹੋਣੇ ਨੇ, ਕਿਉਂਕਿ ਪੰਜਾਬ ਦੇ ਪੇਪਰਾਂ ਦੇ ਵਿੱਚ ਜਿੰਨਾ ਅੱਜ ਤੱਕ ਕੰਟੈਂਟ ਪੁੱਛਿਆ ਗਿਆ ਉਹ ਕਾਮਨਲੀ ਰਿਪੀਟ ਹੁੰਦਾ, ਜਾਂ ਤਾਂ ਬਿਲਕੁਲ ਡਿਟੋ ਰਿਪੀਟ ਹੋ ਜਾਂਦਾ, ਸਾਰੇ ਦਾ ਸਾਰਾ ਸਵਾਲ ਹੀ ਸੇਮ ਆ ਗਿਆ, ਚਾਰੇ ਆਪਸ਼ਨ ਸੇਮ ਆ ਗਏ, ਜਾਂ ਫਿਰ 19-21 ਦੇ ਫਰਕ ਤੇ ਥੋੜੀ ਜਿਹੀ ਸਟੇਟਮੈਂਟ ਹੋ ਕੇ ਚੇਂਜ ਹੋ ਕੇ ਆ ਗਈ। ਤਾਂ ਇਹੋ ਜਿਹੀ ਰੈਪੀਟੀਸ਼ਨ ਆਮ ਤੌਰ ਤੇ ਦੇਖੀ ਜਾਂਦੀ ਆ। ਉਹਦੇ ਲਈ ਆਪਾਂ ਡੇਲੀ ਦੁਪਹਿਰੇ 2 ਵਜੇ ਪੰਜਾਬ ਦੇ ਪੁਰਾਣੇ ਪੇਪਰਾਂ ਦੇ ਵਿੱਚ ਜਿੰਨਾ ਐਪਟੀਟਿਊਡ ਆਇਆ ਹੋਇਆ, ਚਾਹੇ ਮੈਥ ਚਾਹੇ ਰੀਜ਼ਨਿੰਗ, ਉਹ ਸਟਾਰਟ ਕੀਤਾ ਹੋਇਆ ਸੀਗਾ। ਅੱਜ ਮੇਰੇ ਖਿਆਲ 'ਚ ਉਹਦੇ ਵਿੱਚ ਆਪਣੀ ਮੈਥ ਦੀ ਸ਼ਾਇਦ 9ਵੀਂ ਕਲਾਸ ਆ। ਤਾਂ ਅੱਜ ਦੀ ਕਲਾਸ ਦੇ ਵਿੱਚ ਬੱਚੇ ਆਪਾਂ ਕੀ ਕਰਨ ਲੱਗੇ ਆ, ਅਗਲੀ ਕਲਾਸ 'ਚ ਕੀ ਕਰਨਾ ਮੈਂ ਥੋੜਾ ਜਿਹਾ ਉਹ ਵੀ ਡਿਟੇਲ 'ਚ ਦੱਸ ਕੇ ਜਾਊਂਗਾ। ਅੱਜ ਦੀ ਕਲਾਸ ਦੇ ਵਿੱਚ ਇੱਕ ਤਾਂ ਜਿਹੜਾ ਮੈਂ ਪਿਛਲੀਆਂ ਕਲਾਸਿਸ ਦੇ ਵਿੱਚ ਤੁਹਾਨੂੰ ਕਹਿ ਕੇ ਗਿਆ ਸੀ ਕਿ ਕੁਝ ਬੱਚਿਆਂ ਨੇ ਡਿਮਾਂਡ ਕੀਤੀ ਹੋਈ ਸੀ, ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕੀਤਾ ਹੋਇਆ ਸੀ ਕਿ ਪਿਛਲੇ ਸਾਲ ਮਤਲਬ 2018 ਦੇ ਵਿੱਚ ਜਿਹੜਾ ਆਪਣਾ ਪੰਜਾਬ ਦਾ ਕੋਆਪਰੇਟਿਵ ਇੰਸਪੈਕਟਰ ਦਾ ਪੇਪਰ ਹੋਇਆ ਸੀ, ਉਹਦੇ ਵਿੱਚ ਇੱਕ DI ਦਾ ਕੁਐਸਚਨ ਸੀਗਾ ਵੈਨ ਡਾਇਗਰਾਮ ਦੇ ਨਾਲ ਜਿਹੜਾ ਹੋਣਾ ਸੀ, ਉਹ ਵੈਨ ਡਾਇਗਰਾਮ ਦਾ ਕੁਐਸਚਨ ਕਰਾਉਣ ਨੂੰ ਕਿਹਾ ਸੀ ਬੱਚਿਆਂ ਨੇ। ਤਾਂ ਅੱਜ ਦੀ ਕਲਾਸ ਦੇ ਵਿੱਚ ਆਪਾਂ ਕੁਐਸਚਨ ਦੇਖਾਂਗੇ। ਇਸ ਤੋਂ ਬਿਨਾਂ ਅੱਜ ਦੀ ਕਲਾਸ ਦੇ ਵਿੱਚ ਆਪਣੇ 2 ਕੁਐਸਚਨ ਬੋਰਡ ਮਾਸ ਦੇ ਨੇ, ਜਿਹਦੇ ਵਿੱਚ ਇੱਕ ਕੁਐਸਚਨ ਆਪਣੇ ਪਿਛਲੇ ਸਾਲ ਦੇ ਐਗਜ਼ਾਮ ਦੇ ਵਿੱਚ ਆਇਆ ਸੀ, ਇੱਕ ਉਹਦੇ ਨਾਲ ਦਾ ਸਿਮਿਲਰ ਕੁਐਸਚਨ ਮੈਂ ਲੈ ਕੇ ਆਇਆ ਜਿਹੜੇ ਬੋਰਡ ਮਾਸ ਦੇ ਸਿਰ ਤੇ ਹੋਣਗੇ। ਇੱਕ ਨੰਬਰ ਸਿਸਟਮ ਦੇ ਵਿੱਚੋਂ ਕੁਐਸਚਨ ਹੈਗਾ, ਮਤਲਬ ਇੱਕ ਟਾਈਪ ਹੈਗਾ, ਉਹਦੇ ਨਾਲ ਦੇ 2-3 ਕੁਐਸਚਨ, ਮਤਲਬ ਕੁੱਲ 3-4 ਕੁਐਸਚਨ ਉਹ ਕਰਾਂਗੇ। ਤੇ ਜਿਹੜਾ ਵੈਨ ਡਾਇਗਰਾਮ ਵਾਲਾ ਕੁਐਸਚਨ ਕਰਾਂਗੇ ਉਹ 2018 ਦੇ ਕੋਆਪਰੇਟਿਵ ਇੰਸਪੈਕਟਰ ਦੇ ਪੇਪਰ 'ਚ ਆਇਆ ਹੋਇਆ ਕੁਐਸਚਨ ਹੈ, ਉਹ ਕੁਐਸਚਨ ਕਰਾਂਗੇ। ਤਾਂ ਉਹਦੇ ਨਾਲ ਦੇ 2-3 ਕੁਐਸਚਨ ਮੈਂ ਹੋਰ ਲੈ ਕੇ ਆਇਆ ਜਿਹੜੇ DI ਬੇਸਡ ਕੁਐਸਚਨ ਨੇ, ਜਿਹਦੇ ਵਿੱਚੋਂ ਇੱਕ ਕੁਐਸਚਨ ਤੁਹਾਡਾ ਵੈਨ ਡਾਇਗਰਾਮ ਨਾਲ ਹੀ ਹੋਣਾ, ਇੱਕ ਕੁਐਸਚਨ ਤੁਹਾਡਾ ਬਿਨਾਂ ਵੈਨ ਡਾਇਗਰਾਮ ਤੋਂ ਵੀ ਹੋ ਜਾਊਗਾ। ਤਾਂ ਅੱਜ ਦੀ ਕਲਾਸ ਦਾ ਆਪਣਾ ਕੰਮ ਰਹੂਗਾ। ਪਰ ਜਿੰਨਾ ਕੁ ਅੱਜ ਦੀ ਕਲਾਸ ਦੇ ਵਿੱਚ ਕਰਾਂਗੇ, ਅਖੀਰ ਤੇ ਜਿਹੜੇ ਮੈਂ DI ਦੇ ਕੁਐਸਚਨ ਨੇ, ਹੋ ਸਕਦਾ ਉਹਦੇ ਵਿੱਚੋਂ ਜੇ ਆਪਣੀ ਕਲਾਸ ਸਵਾ ਕੁ ਘੰਟੇ ਤੋਂ ਉੱਤੇ ਚੱਲ ਗਈ ਤਾਂ ਹੋ ਸਕਦਾ ਉਹ ਆਖਰੀ ਕੁਐਸਚਨ ਮੈਂ ਤੁਹਾਨੂੰ ਹੋਮਵਰਕ ਦੇ ਦਾਂ, ਤਾਂ ਤੁਸੀਂ ਮਤਲਬ ਮੈਂ ਬੇਸਿਕ ਜਾਂ ਸਮਝਾ ਦੂੰਗਾ, ਫਿਗਰਸ ਮਤਲਬ ਦੱਸ ਦੂੰਗਾ ਕਿ ਕਿੱਥੇ ਕਿਹੜੀ ਵੈਲਿਊ ਆਉਣੀ ਹੈ। ਫਿਰ ਉਸ ਤੋਂ ਬਾਅਦ ਜਿਹੜੇ ਉਹਦੇ ਵਿੱਚੋਂ ਕੁਐਸਚਨ ਪੁੱਛੇ ਗਏ ਹੋਣਗੇ ਉਹਦੇ ਆਨਸਰ ਤੁਸੀਂ ਆਪਣੇ ਆਪ ਕੱਢ ਲਿਓ। ਜੇ ਉਹਨਾਂ ਦੇ ਵਿੱਚ ਕੋਈ ਟਫ ਕੈਲਕੂਲੇਸ਼ਨ ਹੋਈ ਉਹ ਆਪਾਂ ਮਾੜਾ ਜਿਹਾ ਦੇਖ ਲਾਂਗੇ, ਅਦਰਵਾਈਜ਼ ਤੁਸੀਂ ਆਨਸਰਸ ਕੱਢ ਕੇ ਕਮੈਂਟ ਸੈਕਸ਼ਨ 'ਚ ਪਾ ਦਿਓ। ਅਗਲੀ ਕਲਾਸ 'ਚ ਆਪਾਂ ਡਿਸਕਸ ਕਰ ਲਾਂਗੇ ਜੇ ਕੁਝ ਬੱਚਿਆਂ ਨੂੰ ਪ੍ਰੋਬਲਮ ਹੋਈ ਆਨਸਰ ਕੱਢਣ ਦੇ ਵਿੱਚ। ਨਹੀਂ ਤਾਂ ਮੈਨੂੰ ਉਮੀਦ ਹੈ ਜਿਵੇਂ ਹੁਣ ਤੱਕ ਦੀ ਤੁਹਾਡੀ ਪਰਫਾਰਮੈਂਸ ਰਹੀ ਹੈ, ਜਿਵੇਂ ਮੈਂ ਡੇਲੀ ਮਤਲਬ ਤੁਹਾਡੇ ਕਮੈਂਟਸ ਪੜ੍ਹਦਾ ਰਿਹਾ ਕਿ ਤੁਸੀਂ ਆਨਸਰ ਲਗਭਗ ਕਰਦੇ ਹੋ, ਤੇ ਗਲਤ ਆਨਸਰ ਅੱਜ ਤੱਕ ਤਾਂ ਨਹੀਂ ਘੱਟੋ ਘੱਟ ਕਿਸੇ ਦਾ ਪੜਿਆ ਹੈਗਾ, ਤਾਂ ਉਮੀਦ ਹੈ ਕਿ ਤੁਸੀਂ ਆਨਸਰ ਕਰ ਦੋਗੇ। ਤਾਂ ਬੱਚੇ ਅੱਜ ਦੀ ਕਲਾਸ ਦੇ ਵਿੱਚ ਅੱਜ ਦਾ ਸੈਸ਼ਨ ਸਟਾਰਟ ਕਰਦੇ ਹਾਂ ਆਪਾਂ। ਪਹਿਲਾ ਕੁਐਸਚਨ ਆਪਣੇ ਨੰਬਰ ਸਿਸਟਮ ਦੇ 4-5 ਕੁਐਸਚਨ ਚੱਲਣਗੇ। ਅਗਲੇ 10 ਮਿੰਟ ਆਪਾਂ ਨੰਬਰ ਸਿਸਟਮ ਦੇ ਕੁਝ ਕੁਐਸਚਨਸ ਦੀ ਪ੍ਰੈਕਟਿਸ ਕਰਨੇ ਜਿਹੜੇ ਪੁਰਾਣੇ ਪੇਪਰਾਂ 'ਚ ਆਏ ਨੇ, ਫਿਰ ਆਪਾਂ ਵੈਨ ਡਾਇਗਰਾਮ ਵਾਲੇ ਕੁਐਸਚਨਸ ਤੇ ਆ ਜਾਾਂਗੇ। ਤਾਂ ਬੱਚੇ ਆਪਣਾ ਪਹਿਲਾ ਕੁਐਸਚਨ ਕੀ ਆ, ਐਗਜ਼ਾਮੀਨਰ ਕਹਿੰਦਾ 3 ਦੀ ਪਾਵਰ 11 ਪਲੱਸ 3 ਦੀ ਪਾਵਰ 12 ਪਲੱਸ 3 ਦੀ ਪਾਵਰ 13 ਪਲੱਸ 3 ਦੀ ਪਾਵਰ 14। 3 ਦੀ ਪਾਵਰ ਦੇ ਵਿੱਚ 11 12 13 14 ਲਿਖਿਆ, ਉਹਨਾਂ ਨੂੰ ਐਡ ਕਰਨਾ ਹੈ। ਐਡ ਕਰਕੇ ਜੋ ਵੀ ਆ ਜਾਊਗਾ ਐਗਜ਼ਾਮੀਨਰ ਕਹਿੰਦਾ ਇਟ ਇਜ਼ ਡਿਵਿਜ਼ੀਬਲ ਬਾਏ ਕਿਹੜਾ ਨੰਬਰ। ਤਾਂ ਇਹਨਾਂ ਨੂੰ ਐਡ ਕਰਕੇ ਇਹਨਾਂ ਦੀ ਜੋ ਵੀ ਵੈਲਿਊ ਬਣੂਗੀ ਐਡ ਕਰਕੇ ਉਹ ਕਾਹਦੇ ਤੇ ਡਿਵਾਈਡ ਹੋਊਗਾ ਉਹ ਆਪਾਂ ਦੱਸਣਾ। ਚਾਰਾਂ ਆਪਸ਼ਨਾਂ ਚੋਂ 7 8 11 14। ਤਾਂ ਬੱਚੇ ਹੁਣ 3 ਦੀ ਪਾਵਰ 11 ਦੀ ਗੱਲ ਹੋ ਰਹੀ ਹੈ ਕਿ 3 ਦੀ ਪਾਵਰ 11 ਆਪਣੇ ਚੋਂ ਕੋਈ ਸੌਖਾ ਕੈਲਕੂਲੇਟ ਕਰ ਸਕਦਾ? 3 ਦੀ ਪਾਵਰ 3 ਤੱਕ ਤਾਂ ਕੈਲਕੂਲੇਟ ਕਰ ਸਕਦੇ, 3 ਦੀ ਪਾਵਰ 4 ਵੀ ਕੱਢ ਲਾਂਗੇ, ਚਲੋ 3 ਦੀ ਪਾਵਰ 5 ਵੀ ਕੱਢ ਲਾਂਗੇ। 3 ਦੀ ਪਾਵਰ 11 ਲਿਖਤਾ ਕਿ ਆਪਾਂ 3 ਦੀ ਪਾਵਰ 11 ਤੱਕ ਮਲਟੀਪਲਾਈ ਕਰਕੇ ਦੇਖਾਂਗੇ, 3 ਨੂੰ 11 ਵਾਰ ਮਲਟੀਪਲਾਈ ਕਰਕੇ ਦੇਖਾਂਗੇ ਕਿ ਇਹਦੀ ਵੈਲਿਊ ਕਿੰਨੀ ਆਉਂਦੀ ਹੈ। ਫਿਰ 3 ਦੀ ਪਾਵਰ 12 ਨੂੰ ਦੇਖਾਂਗੇ, ਉਹਨੂੰ ਜੋੜਾਂਗੇ, ਇਹਨੂੰ ਜੋੜਾਂਗੇ, ਇਹਨੂੰ ਜੋੜਾਂਗੇ, ਫਿਰ ਇਹ ਦੇਖਣਾ ਕਿ ਜਿਹੜਾ ਵੱਡਾ ਸਾਰਾ ਨੰਬਰ ਬਣੇਗਾ ਉਹ ਕਿਹਦੇ ਤੇ ਡਿਵਾਈਡ ਹੁੰਦਾ। ਤਾਂ ਇਹ ਕੁਐਸਚਨ ਕਦੇ ਵੀ ਇਸ ਤਰ੍ਹਾਂ ਨਹੀਂ ਹੋਊਗਾ। ਓਬਵੀਅਸਲੀ ਦੇਖ ਕੇ ਪਤਾ ਲੱਗਦਾ ਕਿ ਇਸ ਤਰ੍ਹਾਂ ਤਾਂ ਨਹੀਂ ਹੋਊਗਾ ਕਿ ਆਪਾਂ ਇਹਨਾਂ ਦੀਆਂ ਵੈਲਿਊਜ਼ ਕੱਢਦੇ ਫਿਰਾਂਗੇ, ਫਿਰ ਉਹਨਾਂ ਨੂੰ ਜੋੜ ਕੇ ਦੇਖਾਂਗੇ ਕਿਹਦੇ ਤੇ ਡਿਵਾਈਡ ਹੁੰਦਾ। ਤਾਂ ਹਮੇਸ਼ਾ ਤੁਸੀਂ ਧਿਆਨ 'ਚ ਰੱਖਣਾ ਬੱਚੇ, 3 ਦੀ ਪਾਵਰ 11 ਕੀ ਹੁੰਦਾ? 3 ਨੂੰ 11 ਵਾਰੀ ਮਲਟੀਪਲਾਈ ਕਰਨਾ। 3 ਦੀ ਪਾਵਰ 11 ਇਹੀ ਹੁੰਦਾ, 3 ਨੂੰ 11 ਵਾਰੀ ਮਲਟੀਪਲਾਈ ਕਰਨਾ। 3 ਦੀ ਪਾਵਰ 12 ਕੀ ਹੋਊਗਾ? 3 ਨੂੰ 12 ਵਾਰੀ ਮਲਟੀਪਲਾਈ ਕਰਨਾ। ਇਹ 3 ਦੀ ਪਾਵਰ 12 ਹੈ ਤੁਹਾਡਾ। ਆ 11 ਵਾਰੀ ਹੋ ਗਿਆ, ਆ ਇੱਕ ਵਾਰੀ ਹੋਰ ਕੀਤਾ ਤਾਂ 12 ਵਾਰੀ ਹੋ ਗਿਆ। ਇਹ 3 ਦੀ ਪਾਵਰ 12 ਹੈ। ਤਾਂ ਜਿਹੜੇ ਬੱਚਿਆਂ ਨੂੰ ਬਿਲਕੁਲ ਜਾਣਕਾਰੀ ਨਹੀਂ ਸੀ ਉਹਨਾਂ ਨੂੰ ਆਹ ਦੋਨਾਂ ਐਕਸਪ੍ਰੈਸ਼ਨਸ ਤੋਂ ਇੰਨੀ ਗੱਲ ਤਾਂ ਸਮਝ ਆ ਗਈ ਕਿ 3 ਦੀ ਪਾਵਰ 12 ਕਿਵੇਂ ਆਇਆ, 3 ਗੁਣਾ 3 ਦੀ ਪਾਵਰ 11। ਤੇ ਇੰਡਿਸਿਸ ਦੇ ਵਿੱਚ ਤੁਸੀਂ ਹੋ ਸਕਦਾ ਕੁਝ ਬੱਚਿਆਂ ਨੇ ਪੜ੍ਹਿਆ ਹੋਵੇ ਕਿ
ਜਦੋਂ ਪਾਵਰ मतलब ਜਦੋਂ ਬੇਸ ਸੇਮ ਹੁੰਦਾ ਹੈ, ਆਪਸ ਚ ਮਲਟੀਪਲਾਈ ਹੋਣ, ਬੇਸ ਸੇਮ ਹੁੰਦਾ ਤਾਂ ਪਾਵਰਸ ਐਡ ਵੀ ਹੋ ਜਾਂਦੀਆਂ ਨੇ। ਆ 3 ਦੀ ਪਾਵਰ ਚ ਕੁਛ ਨਹੀਂ, मतलब 1 ਹੈ, ਉਹ 3 ਦੀ ਪਾਵਰ 11 ਹੈ, ਤਾਂ ਕੁੱਲ 3 ਦੀ ਪਾਵਰ ਬਣ ਜਾਊਗਾ। ਤਾਂ 3 ਦੀ ਪਾਵਰ 11 ਨੂੰ ਤਾਂ ਅਸੀਂ 3 ਦੀ ਪਾਵਰ 11 ਰੱਖ ਸਕਦੇ ਹਾਂ। 3 ਦੀ ਪਾਵਰ 12 ਨੂੰ ਅਸੀਂ 3 ਦੀ ਪਾਵਰ 11 ਗੁਣਾ 3 ਕਰ ਸਕਦੇ ਹਾਂ। ਇੱਥੇ 3 ਦੀ ਪਾਵਰ 11 ਕਾਮਨ ਕੱਢਿਆ ਤਾਂ 3 ਦੀ ਪਾਵਰ 2 ਅਲੱਗ ਰਹਿ ਜੂ। ਇੱਥੇ 3 ਦੀ ਪਾਵਰ 11 ਕਾਮਨ ਕੱਢਿਆ ਤਾਂ 3 ਦੀ ਪਾਵਰ 3 ਅਲੱਗ ਰਹਿ ਜੂਗਾ। ਤਾਂ ਬੱਚੇ ਆ ਲਿਖਣ ਦੀ ਕੋਈ ਲੋੜ ਨਹੀਂ ਹੈਗੀ। ਇਹਦੇ ਵਿੱਚੋਂ ਸਿਰਫ ਇੰਪੋਰਟੈਂਟ ਮੈਂ ਆ ਸਮਝਾਉਣਾ ਸੀਗਾ ਕਿ ਜਦੋਂ ਸਭ ਤੋਂ ਛੋਟੀ ਪਾਵਰ 3 ਦੀ ਪਾਵਰ 11 ਹੈ ਨਾ, ਬਾਕੀ ਤਾਂ 12 13 14 ਵੱਡੀਆਂ ਪਾਵਰਸ ਨੇਗੀਆਂ, ਤਾਂ ਜਦੋਂ 3 ਦੀ ਪਾਵਰ 11 12 13 ਤੇ 14 ਲਿਖਿਆ ਹੋਇਆ ਤਾਂ ਉਹਦੇ ਵਿੱਚ ਸਭ ਤੋਂ ਛੋਟਾ ਕਾਮਨ ਨਿਕਲ ਸਕਦਾ ਸਾਰਿਆਂ ਦੇ ਵਿੱਚੋਂ। ਤਾਂ ਇਹ ਬਣ ਜੂ ਬੱਚੇ 3 ਦੀ ਪਾਵਰ 11 ਪਲੱਸ ਜਿਹੜਾ 3 ਦੀ ਪਾਵਰ 12 ਹੈ ਉਹ ਬਣ ਜੂ 3 ਗੁਣਾ 3 ਦੀ ਪਾਵਰ 11। ਜਿਹੜਾ 3 ਦੀ ਪਾਵਰ 13 ਹੈ ਉਹ ਬਣ ਜੂ 3 ਸਕੁਆਇਰ ਇੰਟੂ 3 ਦੀ ਪਾਵਰ 11 ਤੇ 3 ਦੀ ਇੱਥੇ ਪਲੱਸ ਦਾ ਸਾਈਨ ਆਊਗਾ। ਤੇ ਜਿਹੜਾ 3 ਦੀ ਪਾਵਰ 14 ਹੈ ਉਹ ਤੁਹਾਡਾ ਬਣ ਜੂਗਾ 3 ਦੀ ਪਾਵਰ 11 ਕਾਮਨ ਲੈ ਕੇ 3 ਦੀ ਪਾਵਰ 3 ਗੁਣਾ 3 ਦੀ ਪਾਵਰ 11। ਤਾਂ ਇਸ ਤਰ੍ਹਾਂ ਬੱਚੇ ਤੁਸੀਂ ਸਭ ਤੋਂ ਛੋਟੀ ਪਾਵਰ ਵਾਲੀ ਵੈਲਿਊ ਸਾਰਿਆਂ ਚੋਂ ਕਾਮਨ ਲੈ ਸਕਦੇ ਹੋ। ਸਭ ਤੋਂ ਛੋਟੀ ਪਾਵਰ ਵਾਲੀ ਵੈਲਿਊ ਜਦੋਂ ਸਾਰਿਆਂ ਚੋਂ ਕਾਮਨ ਲੈ ਲਈ ਤਾਂ 3 ਦੀ ਪਾਵਰ 11 ਤਾਂ ਕਾਮਨ ਆ ਗਿਆ। ਬ੍ਰੈਕਟ ਦੇ ਵਿੱਚ ਕੀ ਆ ਜੂ, ਇੱਥੇ ਸਾਰੇ ਦਾ ਸਾਰਾ ਕਾਮਨ ਆ ਗਿਆ ਤਾਂ ਬ੍ਰੈਕਟ 'ਚ ਕੁਝ ਬਚੂਗਾ ਤਾਂ ਸਿਰਫ 1 ਬਚੂਗਾ। ਇਹਦੇ ਵਿੱਚੋਂ 3 ਦੀ ਪਾਵਰ 11 ਕਾਮਨ ਲਵਾਂਗੇ ਤਾਂ 3 ਬਚ ਜੂਗਾ। ਇਹ ਚੋਂ 3 ਦੀ ਪਾਵਰ 11 ਕਾਮਨ ਲਿਆ ਤਾਂ 3 ਸਕੁਆਇਰ 9 ਬਚ ਗਿਆ। ਇਹ ਚੋਂ 3 ਦੀ ਪਾਵਰ 11 ਕਾਮਨ ਲਿਆ ਤਾਂ 3 ਦੀ ਪਾਵਰ 3 27 ਬਚ ਗਿਆ। ਇੱਥੇ ਮੈਂ 3 ਸਕੁਆਇਰ ਦੀ ਥਾਂ ਤੇ 9 ਲਿਖ ਦਿੰਦਾ ਤਾਂ ਬੱਚੇ ਤੁਹਾਡਾ ਓਵਰਆਲ ਆਨਸਰ ਕਿੰਨਾ ਆ ਜਾਊਗਾ 3 ਦੀ ਪਾਵਰ 11 ਤਾਂ ਜੋ ਬਣਦਾ ਇਨਟੂ 3 ਤੇ 1 4 9 4 13 27 40। ਤਾਂ ਓਵਰਆਲ ਆਨਸਰ ਬੱਚੇ ਤੁਹਾਡਾ ਕਿੰਨਾ ਆ ਗਿਆ 3 ਦੀ ਪਾਵਰ 11 ਚ 3 ਦੀ ਪਾਵਰ 12 ਨੂੰ ਜੋੜਨਾ ਸੀ, 3 ਦੀ ਪਾਵਰ 13 ਨੂੰ ਜੋੜਨਾ ਸੀ, 3 ਦੀ ਪਾਵਰ 14 ਨੂੰ ਜੋੜਨਾ ਸੀ। ਅਸੀਂ 3 ਦੀ ਪਾਵਰ 11 ਕਾਮਨ ਲੈ ਲਈ ਤਾਂ ਆ ਸਾਰਾ ਕੁਝ ਬਣ ਗਿਆ। 3 ਦੀ ਪਾਵਰ 11 ਕਾਮਨ ਲੈਣ ਤੋਂ ਬਾਅਦ ਸਾਰਿਆਂ ਚੋਂ ਬ੍ਰੈਕਟ 'ਚ ਕੀ ਬਚੂਗਾ ਉਹ ਲਿਖਦੇ ਜਾਵਾਂਗੇ, ਕਿਉਂਕਿ ਪਲੱਸ ਦਾ ਸਾਈਨ ਹੈ ਤਾਂ ਪਲੱਸ ਕਰ ਦਾਂਗੇ। ਤਾਂ 3 ਦੀ ਪਾਵਰ 11 ਗੁਣਾ 40 ਬਣ ਗਿਆ। ਤਾਂ ਇਹ ਜਿਹੜੀ ਵੈਲਿਊ ਹੈ ਬੱਚੇ ਇਹ 3 ਦੀ ਪਾਵਰ 11 ਤੇ ਤਾਂ ਡਿਵਾਈਡ ਹੋਊ, 40 ਤੇ ਵੀ ਡਿਵਾਈਡ ਹੋਊਗੀ। ਤਾਂ ਇਹ ਨੰਬਰ ਹੈ ਜਿਹੜਾ ਬੱਚੇ ਉਹ 40 ਤੇ ਡਿਵਾਈਡ ਹੋਊਗਾ। ਇਹ ਨੰਬਰ ਇਜ਼ ਡਿਵੀਜ਼ੀਬਲ ਬਾਏ 40। ਪਰ 40 ਆਪਸ਼ਨ ਨਹੀਂ ਹੈਗਾ, 40 ਆਪਸ਼ਨ ਨਹੀਂ ਹੈਗਾ। ਜਾਂ ਤਾਂ 40 ਆਪਸ਼ਨ ਹੁੰਦਾ ਤਾਂ ਅਸੀਂ ਕਹਿ ਦਿੰਦੇ ਕਿ ਦਿਸ ਨੰਬਰ ਇਜ਼ ਡਿਵੀਜ਼ੀਬਲ ਬਾਏ 40। 40 ਆਪਸ਼ਨ ਨਾ ਹੋਣ ਕਰਕੇ 40 ਦਾ ਆਪ ਦਾ ਡਿਵੀਜ਼ੀਬਲ ਦੇਖੋ ਕੌਣ ਹੈ ਜੀ 7 8 11 14 ਚੋਂ, ਤਾਂ 8 ਆਨਸਰ ਆ ਜਾਊਗਾ ਬੱਚੇ ਇਸ ਕੁਐਸਚਨ ਦਾ। ਸੈਕਿੰਡ ਆਪਸ਼ਨ ਆ ਜਾਊਗਾ 8। ਤਾਂ ਇਹ ਬੱਚੇ ਪੰਜਾਬ ਦੇ ਪੇਪਰਾਂ 'ਚ 1-2 ਵਾਰੀ ਪੁੱਛੇ ਗਏ ਕੁਐਸਚਨ ਨੇਗੇ। ਤਾਂ ਇਹ ਕੁਐਸਚਨ ਮੈਨੂੰ ਯਾਦ ਸੀਗਾ ਕਿ ਪੁਰਾਣੇ ਪੇਪਰ 'ਚ ਆਇਆ ਹੋਇਆ, ਫਿਰ ਇਹਦੇ ਨਾਲ ਦੇ 2-3 ਕੁਐਸਚਨਸ ਮੈਂ ਲੈ ਆਇਆ। ਕਰਨਾ ਸਾਰਿਆਂ ਨੂੰ ਹੀ ਇਸੇ ਤਰ੍ਹਾਂ, ਉਹ 3 ਦੀ ਪਾਵਰ 'ਚ ਕੁਝ ਦਿੱਤਾ ਹੋਵੇ, ਉਹ 4 ਦੀ 5 ਦੀ ਜਿਹਦੀ ਮਰਜ਼ੀ ਪਾਵਰ 'ਚ ਦਿੱਤਾ ਹੋਵੇ। ਇੱਥੇ ਤਾਂ 11 12 13 14 ਦਿੱਤਾ ਹੈ, ਆਪਣੇ ਵੱਲੋਂ ਚਾਹੇ 45 46 47 48 ਪਾਵਰਾਂ ਬਣਾ ਦਿਓ। ਤਾਂ ਜਦੋਂ ਜਿਹੜੀ ਸਭ ਤੋਂ ਛੋਟੀ ਪਾਵਰ ਹੈ, ਜਿਹੜੀ ਸਭ ਤੋਂ ਛੋਟੀ ਪਾਵਰ ਹੈ ਉਹ ਕਾਮਨ ਨਿਕਲੂਗਾ ਸਾਰਿਆਂ 'ਚੋਂ। ਉਹ ਕਾਮਨ ਨਿਕਲ ਗਿਆ ਤਾਂ 3 ਦੀ ਪਾਵਰ 11 ਕਾਮਨ ਛੱਡ ਕੇ ਇਕੱਲਾ 3 ਬਚ ਗਿਆ। 3 ਦੀ ਪਾਵਰ 11 ਕਾਮਨ ਕੱਢ ਕੇ 3 ਸਕੁਆਇਰ ਕਾਮਨ ਬਚ ਗਿਆ। 3 ਦੀ ਪਾਵਰ 11 ਕਾਮਨ ਕੱਢ ਕੇ 3 ਦੀ ਪਾਵਰ 3 ਬਚ ਗਿਆ। ਤਾਂ 3 ਦੀ ਪਾਵਰ 11 ਸਾਰਿਆਂ 'ਚੋਂ ਕਾਮਨ ਨਿਕਲ ਜੂ, ਬਾਕੀ ਐਡ ਕਰ ਲਾਂਗੇ ਕੀ ਬਣ ਜੂਗਾ। ਉਹ 40 ਆ ਗਿਆ ਅਲੱਗ ਤੋਂ, ਤਾਂ 40 ਤੇ ਤਾਂ ਡਿਵਾਈਡ ਹੋਊਗਾ ਇਹ ਪੂਰੇ ਦਾ ਪੂਰਾ ਨੰਬਰ, ਜਾਂ ਤਾਂ 40 ਆਪ ਆਪਸ਼ਨ 'ਚ ਹੋਊਗਾ, ਨਹੀਂ ਤਾਂ 40 ਦਾ ਕੋਈ ਫੈਕਟਰ ਆਨਸਰ ਆ ਜਾਊਗਾ ਬੱਚੇ ਆਪਣਾ। ਤਾਂ ਇਸ ਤਰ੍ਹਾਂ ਅਗਲਾ ਕੁਐਸਚਨ ਦੇਖੋ। ਅਗਲਾ ਕੁਐਸਚਨ ਕੀ ਹੈ 2 ਦੀ ਪਾਵਰ 71 ਪਲੱਸ 2 ਦੀ ਪਾਵਰ 72 ਪਲੱਸ 2 ਦੀ ਪਾਵਰ 73 ਪਲੱਸ 2 ਦੀ ਪਾਵਰ 74 ਇਜ਼ ਡਿਵੀਜ਼ੀਬਲ ਬਾਏ। ਤਾਂ ਬੱਚੇ ਸਭ ਤੋਂ ਛੋਟੀ ਪਾਵਰ ਕਿਹੜੀ ਹੈ 2 ਦੀ ਪਾਵਰ 71 ਹੈ, ਤਾਂ 2 ਦੀ ਪਾਵਰ 71 ਕਾਮਨ ਲੈ ਲਓ। ਬ੍ਰੈਕਟ 'ਚ ਕੀ ਆ ਜਾਊਗਾ ਸਿੱਧਾ 1। ਇੱਥੇ 2 ਦੀ ਪਾਵਰ 71 ਕਾਮਨ ਲਵਾਂਗੇ ਤਾਂ 2 ਦੀ ਪਾਵਰ 1 ਬਚ ਜੂਗਾ 2। ਇੱਥੇ 2 ਦੀ ਪਾਵਰ 71 ਕਾਮਨ ਲਵਾਂਗੇ ਤਾਂ 2 ਦੀ ਪਾਵਰ 2 ਬਚ ਜੂਗਾ 4। ਇੱਥੇ 2 ਦੀ ਪਾਵਰ 71 ਕਾਮਨ ਲਵਾਂਗੇ ਤਾਂ 2 ਦੀ ਪਾਵਰ 3 ਬਚ ਜੂਗਾ 8। ਤਾਂ ਬੱਚੇ ਇਹ ਪੂਰਾ ਐਕਸਪ੍ਰੈਸ਼ਨ ਕਿਹਦੇ ਤੇ ਡਿਵਾਈਡ ਹੋਊਗਾ 2 ਦੀ ਪਾਵਰ 71 ਇੰਟੂ 8 4 12 ਤੋਂ 14 1 15। ਤਾਂ ਇਹ ਪੂਰਾ ਨੰਬਰ ਜੋ ਇਹਦੀ ਵੈਲਿਊ ਆ ਜੂਗੀ ਐਡ ਕਰਕੇ ਉਹ 15 ਤੇ ਡਿਵਾਈਡ ਹੁੰਦਾ ਹੈ, ਇਜ਼ ਡਿਵੀਜ਼ੀਬਲ ਬਾਈ 15। ਤਾਂ ਕੀ 15 ਆਪਸ਼ਨ ਹੈਗਾ? 15 ਆਪਸ਼ਨ ਨਹੀਂ ਹੈਗਾ ਜੀ। ਆਪਸ਼ਨ ਕੀ ਹੈ 9 10 11 13। ਤਾਂ 15 ਆਪਸ਼ਨ ਨਹੀਂ ਹੈਗਾ ਤਾਂ ਕੀ ਹੋਊਗਾ ਇਹਦੇ ਵਿੱਚੋਂ 2 ਉਦਾਹਰਾਂ ਲੈ ਲਓ। 2 ਦੀ ਪਾਵਰ 70 ਛੱਡ ਕੇ ਇੱਕ ਜਿਹੜਾ 2 ਹੈ ਉਹ 15 ਦੇ ਨਾਲ ਜੋੜ ਦਿਓ ਤਾਂ ਇਹ ਬਣ ਗਿਆ ਬੱਚੇ 30। ਤਾਂ ਜਿਹੜਾ 15 ਤੇ ਡਿਵਾਈਡ ਹੁੰਦਾ 1 2, ਇਹ ਤਾਂ 2 ਆਪਣੇ ਕੋਲ 71 ਵਾਰੀ ਹੈ। 2 ਦੀ ਪਾਵਰ 71 ਮਤਲਬ 2 71 ਵਾਰੀ ਮਲਟੀਪਲਾਈ ਹੋਣਾ, ਤਾਂ ਉਹ ਚੋਂ 1 2 15 ਨਾਲ ਗੁਣਾ ਕਰਾਂਗੇ ਤਾਂ 30 ਬਣ ਗਿਆ। ਤਾਂ ਉਹ 30 ਤੇ ਵੀ ਡਿਵਾਈਡ ਹੋਊਗਾ। ਤਾਂ 30 ਤੇ ਨਹੀਂ ਡਿਵਾਈਡ ਹੁੰਦਾ ਤਾਂ 30 ਦਾ ਕੋਈ ਫੈਕਟਰ ਲੱਭ ਜੂਗਾ ਸਾਨੂੰ ਆਪਸ਼ਨਸ ਦੇ ਵਿੱਚੋਂ, ਤਾਂ ਉਹ 10 ਤੇ ਡਿਵਾਈਡ ਹੋਊਗਾ। ਤਾਂ ਸਹੀ ਆਨਸਰ ਬੱਚੇ ਆਪਣਾ
10 ਹੈ। ਜੇ ਆਪਣਾ ਇੱਕ ਆਪਸ਼ਨ 15 ਹੁੰਦਾ ਫਿਰ ਆਪਾਂ 15 ਮਾਰਕ ਕਰਦੇ, ਫਿਰ 10 ਨਾ ਆਪਸ਼ਨ ਹੁੰਦਾ। ਓਬਵੀਅਸਲੀ ਦੋ ਆਪਸ਼ਨ ਨਹੀਂ ਸਹੀ ਹੋ ਸਕਦੇ, ਫਿਰ 15 ਆਨਸਰ ਹੁੰਦਾ। ਪਰ ਕਿਉਂਕਿ 15 ਨਹੀਂ ਹੈਗਾ ਤਾਂ ਇਹਦਾ ਮਤਲਬ ਸਾਨੂੰ ਕੁਝ 15 ਦੀ ਹੈਲਪ ਨਾਲ ਲੱਭਣਾ ਪਊਗਾ। ਤਾਂ 15 ਦੀ ਹੈਲਪ ਕੀ ਲਈ, ਇਧਰੋਂ ਇੱਕ ਦੋ ਉਧਾਰਾ ਲੈ ਲਿਆ, 15 ਦੇ ਨਾਲ ਜੋੜਿਆ ਤਾਂ 30 ਬਣ ਗਿਆ। ਤਾਂ 30 ਤੇ ਡਿਵਾਈਡ ਹੋਊਗਾ, 30 ਆਪ ਨਹੀਂ ਆਪਸ਼ਨ ਹੈਗਾ ਤਾਂ 30 ਦਾ ਕੋਈ ਫੈਕਟਰ ਆਪਸ਼ਨ ਆ ਜਾਊਗਾ ਬੱਚੇ, ਸਾਡਾ ਆਨਸਰ 10 ਆ ਜਾਊਗਾ। ਤਾਂ ਇਸ ਤਰ੍ਹਾਂ ਬੱਚੇ ਆਪਣੇ ਕੁਝ ਕੁਐਸਚਨਸ ਨੇ ਮੈਂ ਜਿਹੜੇ ਪੰਜਾਬ ਦੇ ਪੇਪਰਾਂ 'ਚ ਪੁੱਛੇ ਗਏ ਨੇ। ਅਗਲਾ ਕੁਐਸਚਨ ਵੀ ਜਿਹੜਾ ਮੈਂ ਇਹਦੇ ਨਾਲ ਦਾ ਲੈ ਕੇ ਆਇਆਗਾ। ਅਗਲਾ ਕੁਐਸਚਨ ਕੀ ਹੈ, 5 ਦੀ ਪਾਵਰ 15 ਪਲੱਸ 5 ਦੀ ਪਾਵਰ 16 ਪਲੱਸ 5 ਦੀ ਪਾਵਰ 17। ਤਿੰਨ ਵੈਲਿਊਜ਼ ਨੇ, 5 ਦੀ ਪਾਵਰ 15, 5 ਪਾਵਰ 16, 5 ਦੀ ਪਾਵਰ 17। ਬੱਚੇ ਵੇਟ ਨਹੀਂ ਕਰਨਗੇ, ਆਪ ਦਾ ਆਨਸਰ ਕਰੋ। ਕਮੈਂਟ ਸੈਕਸ਼ਨ ਦੇ ਵਿੱਚ ਚਾਰ ਆਪਸ਼ਨ ਤੁਹਾਨੂੰ ਦਿਖ ਰਹੇ ਨੇ। ਤਾਂ ਸਭ ਤੋਂ ਛੋਟੀ ਪਾਵਰ ਕੀ ਹੈ, 5 ਦੀ ਪਾਵਰ 15। ਉਹਨੂੰ ਕਾਮਨ ਲੈ ਲਓ ਤਾਂ ਪਹਿਲੇ ਚੋਂ 1 ਬਚ ਗਿਆ। ਇਹ ਚੋਂ 5 ਦੀ ਪਾਵਰ 15 ਕਾਮਨ ਲਿਆ ਤਾਂ 1 5 ਬਚ ਗਿਆ। ਇਹ ਚੋਂ 5 ਦੀ ਪਾਵਰ 15 ਕਾਮਨ ਲਿਆ ਤਾਂ 5 ਸਕੁਅਰ ਬਚ ਗਿਆ, ਯਾਨੀ ਕਿ 25। ਤਾਂ ਬੱਚੇ ਸਾਡਾ ਪੂਰਾ ਨੰਬਰ ਕੀ ਬਣ ਜਾਊਗਾ, 5 ਦੀ ਪਾਵਰ 15 ਇੰਟੂ 25 ਤੇ 5 30 ਤੇ 1 31। ਤਾਂ ਸਾਡਾ ਨੰਬਰ ਹੈ ਜਿਹੜਾ ਉਹ 31 ਤੇ ਡਿਵਾਈਡ ਹੋਊਗਾ। ਸਾਡਾ ਨੰਬਰ 31 ਤੇ ਡਿਵਾਈਡ ਹੋਊਗਾ। ਇਜ਼ ਡਿਵੀਜ਼ੀਬਲ ਬਾय 31। ਪਰ 31 ਆਪਸ਼ਨ ਨਹੀਂ ਹੈਗਾ। 31 ਆਪਸ਼ਨ ਨਹੀਂ ਹੈਗਾ ਤਾਂ ਕੀ ਹੋਊਗਾ, ਆਪਸ਼ਨ ਦੇਖੋ 30 ਹੈ, 31 ਨਹੀਂ ਹੈਗਾ, 30 ਹੈ। 150 155 160। ਤਾਂ ਇਧਰੋਂ ਇੱਕ 5 ਉਧਾਰਾ ਲੈ ਕੇ ਇਹਦੇ ਨਾਲ ਗੁਣਾ ਕਰੋ ਜੀ। ਇਹ ਤਾਂ ਰਹਿ ਗਿਆ 5 ਦੀ ਪਾਵਰ 14। ਇਹ ਹੋ ਗਿਆ 5 ਗੁਣਾ 100, 5 ਗੁਣਾ 31। 5 ਗੁਣਾ 31 ਕਿੰਨਾ ਹੋ ਜਾਂਦਾ, 155। ਤਾਂ ਆਨਸਰ 155 ਆਪਸ਼ਨ ਦੇ ਵਿੱਚ ਪਿਆ। ਤਾਂ ਦਿਸ ਨੰਬਰ ਆ ਜਿਹੜਾ ਪੂਰਾ ਨੰਬਰ ਬਣ ਜਾਊਗਾ ਇਜ਼ ਡਿਵੀਜ਼ੀਬਲ ਬਾय 155। ਤਾਂ ਬੱਚੇ ਇਹ ਕੁਐਸਚਨਸ ਨੇ ਨੰਬਰ ਸਿਸਟਮ ਦੇ ਵਿੱਚ ਆ ਜਾਂਦਾ। ਸਰਡਸ ਐਂਡ ਇੰਡਿਸਿਸ ਦਾ ਪਾਰਟ ਹੈਗਾ। ਤੁਸੀਂ ਬਾਹਲੇ ਚੱਕਰ 'ਚ ਨਾ ਪਾਓ ਜੇ ਸਰਡਸ ਐਂਡ ਇੰਡਿਸਿਸ ਸ਼ਬਦ ਕਿਸੇ ਨੇ ਨਹੀਂ ਸੁਣਿਆ। ਨੰਬਰ ਸਿਸਟਮ ਦੇ ਵਿੱਚ ਇਹੋ ਜਿਹੇ ਸਵਾਲ ਪੁੱਛੇ ਜਾਂਦੇ ਨੇ। ਤੁਸੀਂ 3 ਸਵਾਲ ਕਰ ਲਏ, ਤਿੰਨਾਂ ਸਵਾਲਾਂ 'ਚ ਤੁਸੀਂ ਦੇਖਿਆ ਕਿ ਸਿਮਿਲਰ ਜਿਹੀਆਂ ਚੀਜ਼ਾਂ ਗਿਵਨ ਨੇ। ਤੇ ਐਗਜ਼ਾਮਨਰ ਪੁੱਛ ਰਿਹਾ ਵੀ ਭਾਈ ਆ ਫਲਾਣੀ ਚੀਜ਼ ਇਜ਼ ਡਿਵੀਜ਼ੀਬਲ ਬਾय, ਜਾਂ ਕੋਈ ਫਲਾਣਾ ਐਕਸਪ੍ਰੈਸ਼ਨ ਇਜ਼ ਡਿਵੀਜ਼ੀਬਲ ਬਾय। ਉਹ ਐਕਸਪ੍ਰੈਸ਼ਨਸ ਦੀ ਤੁਹਾਨੂੰ ਨਿਸ਼ਾਨੀ ਹੋਗੀ ਕਿ ਕਿਹੋ ਜਿਹੇ ਹੁੰਦੇ ਆ ਤੇ ਉਹਨੂੰ ਆਪਾਂ ਫਿਰ ਕਿਵੇਂ ਅੱਗੇ ਤੋਰਨਾ ਹੈਗਾ। ਉਹ ਮੈਂ ਥੋੜਾ ਪਹਿਲੇ ਕੁਐਸਚਨ 'ਚ ਡਿਟੇਲ 'ਚ ਸਮਝਾਤਾ ਸੀ, ਅਗਲੇ 'ਚ ਫਿਰ ਆਪਾਂ ਸਿੱਧਾ ਕਰਨ ਬਹਿ ਜਾਾਂਗੇ। ਤਾਂ ਇਹ ਆਪਣਾ ਤਰੀਕਾ ਰਹੂਗਾ। ਅਕੋਰਡਿੰਗਲੀ ਆਪਣੇ ਆਪਸ਼ਨਸ ਆਪਾਂ ਨੂੰ ਲੱਭਦੇ ਜਾਣਗੇ। ਤਾਂ ਬੱਚੇ ਸਮਝ ਆ ਗਿਆ ਸਾਰਿਆਂ ਨੂੰ। ਇਹ ਆਪਣਾ ਇੱਕ ਤਰ੍ਹਾਂ ਦਾ ਕੁਐਸਚਨ ਸੀ। ਇਸ ਤੋਂ ਅਗਲਾ ਕੁਐਸਚਨ ਮੈਂ ਬੋਰਡ ਮਾਸ ਦਾ ਲੈ ਕੇ ਆਇਆ, ਜਿਹਦੇ ਵਿੱਚ ਆਪਾਂ ਕੈਲਕੂਲੇਸ਼ਨ ਕਰਨੀ ਹੈ। ਤਾਂ ਬੱਚੇ ਇਹ ਆਪਣਾ ਜਿਹੜਾ ਕੁਐਸਚਨ ਹੈ, ਪਿਛਲੇ ਸਾਲ PSTCL ਦਾ ਪੇਪਰ ਹੋਇਆ 3 ਜਾਂ 4 ਅਗਸਤ ਨੂੰ। ਥੈਂਕ ਯੂ। 3 ਜਾਂ 4 ਅਗਸਤ ਨੂੰ ਆਪਣਾ PSTCL ਦਾ ਪੇਪਰ ਹੋਏਗਾ। ਉਹਦੇ ਵਿੱਚ 2021 ਦੀ ਗੱਲ ਹੈ, 8-10 ਮਹੀਨੇ ਪਹਿਲਾਂ ਉਹਦੇ ਵਿੱਚ ਇਹ ਕੁਐਸਚਨ ਪੁੱਛਿਆ ਗਿਆ ਸੀ। ਕੁਐਸਚਨ ਕੀ ਹੈ, ਬ੍ਰੈਕਟ ਦੇ ਵਿੱਚ 48 ਡਿਵਾਈਡ ਬਾय। ਡਿਵਾਈਡ ਕਿਵੇਂ, ਡਿਵਾਈਡ ਦਾ ਸਾਈਨ ਹੈ 6 ਆਫ 5। ਬ੍ਰੈਕਟ ਇੱਥੇ ਖਤਮ ਹੋ ਗਈ। ਫਿਰ ਡਿਵਾਈਡ ਬਾय ਦਾ ਸਾਈਨ ਹੈ, ਉੱਥੇ ਬ੍ਰੈਕਟ ਵੱਡੀ ਸ਼ੁਰੂ ਹੁੰਦੀ ਹੈ, ਸਕੁਅਰ ਬ੍ਰੈਕਟ ਨਾਲ ਹੀ ਰਾਉਂਡ ਬ੍ਰੈਕਟ 'ਚ 2 - 18। ਡਿਵਾਈਡ ਬਾय 12 ਮਲਟੀਪਲਾਈ ਆ ਬ੍ਰੈਕਟ 'ਚ ਆ ਗਿਆ 11 - 13। ਇੱਥੇ ਸਕੁਅਰ ਬ੍ਰੈਕਟ ਵੀ ਬੰਦ ਹੋ ਗਈ। ਫਿਰ ਪਲੱਸ ਦਾ ਸਾਈਨ ਹੈ 15, ਡਿਵਾਈਡ ਦਾ ਸਾਈਨ 3 ਆਫ 2। ਤਾਂ ਬੱਚੇ ਬੋਰਡ ਮਾਸ ਦੇ ਵਿੱਚ ਤੁਸੀਂ ਕੀ ਦੇਖਦੇ ਹੁੰਦੇ ਹੋ, ਬੋਰਡ ਮਾਸ ਦੇ ਵਿੱਚ ਤੁਸੀਂ ਕੈਲਕੂਲੇਸ਼ਨ ਕਰਨ ਦਾ ਤਰੀਕਾ ਇੰਨਾ ਕੁ ਤਾਂ ਯਾਰ ਬੋਰਡ ਮਾਸ ਸਾਰਿਆਂ ਨੇ ਸੁਣਿਆ ਹੋਏਗਾ। 5ਵੀਂ 7ਵੀਂ ਦੇ ਵਿੱਚ ਹੀ ਆਪਾਂ ਬੋਰਡ ਮਾਸ ਨਾਲ ਕੈਲਕੂਲੇਸ਼ਨਾਂ ਕਰਨ ਲੱਗ ਗਏ ਸੀ ਵੀ ਭਾਈ ਜਦੋਂ ਇੱਕੋ ਐਕਸਪ੍ਰੈਸ਼ਨ ਦੇ ਵਿੱਚ ਇਹਨੂੰ ਮੈਂ ਐਕਸਪ੍ਰੈਸ਼ਨ ਬੋਲ ਰਿਹਾਗਾ ਵੀ ਇੱਕੋ ਐਕਸਪ੍ਰੈਸ਼ਨ ਦੇ ਵਿੱਚ ਤੁਸੀਂ ਪਲੱਸ ਦਾ ਵੀ ਸਾਈਨ ਦੇਖੀ ਜਾਂਦੇ ਹੋ, ਮਲਟੀਪਲਾਈ ਦਾ ਵੀ ਸਾਈਨ ਪਾਇਆ ਹੋਇਆ, ਬ੍ਰੈਕਟਾਂ ਜਿਹੀਆਂ ਵੀ ਪਾਤੀਆਂ, ਵਿੱਚ ਡਿਵਾਈਡ ਵੀ ਕਰਨਾ, ਕਿਤੇ ਆਫ ਵੀ ਲਿਖਤਾ OF ਕਰਕੇ। ਤਾਂ ਜਦੋਂ ਆ ਸਾਰਾ ਕੁਝ ਇੱਕੋ ਥਾਂ ਤੇ ਆ ਜਾਂਦਾ ਫਿਰ ਉਦੋਂ ਐ ਤਾਂ ਹੈ ਨਹੀਂ ਵੀ ਪਹਿਲੇ ਤੋਂ ਸ਼ੁਰੂ ਹੋ ਜਾਓ, ਜੋ ਸਾਈਨ ਲੱਗਿਆ ਕਰਦੇ ਜਾਓ। ਓਬਵੀਅਸਲੀ ਕੋਈ ਧਿਆਨ ਦੇਣਾ ਪੈਂਦਾ ਨਾ ਕਿ ਕਿਹਨੂੰ ਪਹਿਲਾਂ ਕਰਾਂਗੇ ਕਿਹਨੂੰ ਮਗਰੋਂ ਕਰਾਂਗੇ। ਉਹ ਕਿਹਨੂੰ ਪਹਿਲਾਂ ਕਰਨਾ ਕਿਹਨੂੰ ਮਗਰੋਂ ਕਰਨਾ ਉਹ ਸਾਨੂੰ ਦੱਸਦਾ ਬੋਰਡ ਮਾਸ। ਤਾਂ ਬੋਰਡ ਮਾਸ ਕਹਿੰਦਾ ਕਿ ਪਹਿਲਾਂ ਤੁਸੀਂ ਬ੍ਰੈਕਟਾਂ ਦਾ ਹੱਲ ਕਰਨਾ ਹੁੰਦਾ। ਬ੍ਰੈਕਟਸ ਜਿੱਥੇ ਲੱਗੀਆਂ ਨੇ ਤਾਂ ਪਹਿਲਾਂ ਬ੍ਰੈਕਟਸ ਸੋਲਵ ਹੋਣਗੇ। ਐਗਜ਼ਾਮਪਲ ਦਿੰਨਾ, ਸੋਲਵ ਇਹਨੂੰ ਮਗਰੋਂ ਕਰਾਂਗੇ। ਐਗਜ਼ਾਮਪਲ ਦਿੰਨਾ 12 × 11 - 13 ਦੇਖੋ ਜੀ। ਤਾਂ 11 - 13 ਬ੍ਰੈਕਟ ਦੇ ਵਿੱਚ ਹੈ ਨਾ, ਤਾਂ ਬ੍ਰੈਕਟ ਦਾ ਕੰਮ ਪਹਿਲਾਂ ਨਿਬੇੜਨਾ ਤਾਂ 11 - 13 ਪਹਿਲਾਂ ਹੋਊਗਾ। ਜੋ ਆ ਜਾਊਗਾ 11 - 13 ਕਰਕੇ ਜੋ ਵੀ ਤੁਹਾਡਾ ਆ ਜਾਊਗਾ -2 ਆ ਜਾਊਗਾ। ਤਾਂ 12 ਮਲਟੀਪਲਾਈ ਉਹ ਕਰਾਂਗੇ। ਤਾਂ ਇਹ ਨਹੀਂ ਹੈਗਾ ਕਿ ਪਹਿਲਾਂ 12 ਮਲਟੀਪਲਾਈ 11 ਕਰ ਦਾਂਗੇ ਫਿਰ 13 ਉਹਦੇ ਵਿੱਚੋਂ ਮਾਈਨਸ ਕਰਾਂਗੇ, ਨਹੀਂ ਜੀ। ਪਹਿਲਾਂ ਹਮੇਸ਼ਾ ਬ੍ਰੈਕਟਸ ਸੋਲਵ ਕੀਤੀਆਂ ਜਾਣਗੀਆਂ। ਤਾਂ ਬ੍ਰੈਕਟਸ ਦੇ ਵਿੱਚ ਹੋਰ ਕੀ ਹੈ, 2 - 18 ਬ੍ਰੈਕਟ ਦੇ ਵਿੱਚ ਹੈ, ਉਧਰ 11 - 13 ਬ੍ਰੈਕਟਸ ਦੇ ਵਿੱਚ ਹੈ, ਆਹ ਪੂਰਾ ਬ੍ਰੈਕਟ ਦੇ ਵਿੱਚ ਹੈ। ਤਾਂ ਬ੍ਰੈਕਟ ਦੇ ਅੰਦਰ ਜੇ 2-3 ਫੰਕਸ਼ਨ ਨੇ ਉਹ ਆਪਾਂ ਸਾਰੇ ਦੇ ਸਾਰੇ ਲਾਉਂਦੇ ਜਾਵਾਂਗੇ। ਉਹਦਾ ਮਤਲਬ ਹੁੰਦਾ ਆਫ। ਆ ਜਿਹੜਾ ਬੋਰਡ ਮਾਸ ਦੇ ਵਿੱਚ B ਤੋਂ ਬਾਅਦ O ਹੈ ਆਫ ਸਾਨੂੰ ਦਿਖ ਰਿਹਾ 2 ਥਾਂ ਹੀ ਲਿਖਿਆ ਹੋਇਆ 6 ਆਫ 5 3 ਆਫ 2। ਬੱਚੇ ਆਫ ਦਾ ਕੰਮ ਵੀ ਮਲਟੀਪਲਾਈ ਕਰਨਾ ਹੀ ਹੁੰਦਾ। ਆਫ ਦਾ ਕੰਮ ਵੀ ਮਲਟੀਪਲਾਈ ਹੀ ਕਰਨਾ ਹੁੰਦਾ। ਤੇ ਆ ਫਿਰ D ਡਿਵੀਜ਼ਨ M ਮਲਟੀਪਲੀਕੇਸ਼ਨ ਆਪਾਂ ਹੁਣੇ ਦੇਖਿਆ ਜਦੋਂ ਆਫ ਲਿਖਿਆ ਉਦੋਂ ਵੀ ਆਪਾਂ ਮਲਟੀਪਲਾਈ ਕਰਨਾ।
ਡਿਵੀਜ਼ਨ ਤੋਂ ਬਾਅਦ m ਲਿਖਿਆ ਉਹ ਮਲਟੀਪਲੀਕੇਸ਼ਨ ਹੈ, ਮਤਲਬ ਆਪਾਂ ਨੂੰ ਮਲਟੀਪਲਾਈ ਦਾ ਸਾਈਨ ਪਾਇਆ ਹੋਊਗਾ, ਜਿਵੇਂ 12 ਤੋਂ ਬਾਅਦ ਮਲਟੀਪਲਾਈ ਦਾ ਸਾਈਨ ਪਾਇਆ, ਇਹਦੇ ਨਾਲ ਵੀ ਮਲਟੀਪਲੀਕੇਸ਼ਨ ਕਰਨੀ ਹੈ। ਤਾਂ ਫਰਕ ਕੀ ਹੈ? ਜੇ ਬੱਚੇ ਆਫ ਲਿਖਿਆ ਤਾਂ ਵੀ ਮਲਟੀਪਲੀਕੇਸ਼ਨ ਕਰਨੀ ਹੈ, ਜੇ ਮਲਟੀਪਲਾਈ ਦਾ ਸਾਈਨ ਪਾਇਆ ਉੱਥੇ ਵੀ ਮਲਟੀਪਲੀਕੇਸ਼ਨ ਕਰਨੀ ਹੈ। ਤਾਂ ਫਰਕ ਕੀ ਹੈ? ਫਰਕ ਇਹ ਹੈ ਕਿ ਜੇ ਆਫ ਲਿਖਿਆ ਤਾਂ ਸਾਰੇ ਕੰਮ ਛੱਡ ਕੇ ਇਹ ਪਹਿਲਾਂ ਸੋਲਵ ਕਰਾਂਗੇ। ਡਿਵੀਜ਼ਨ ਤੋਂ ਪਹਿਲਾਂ ਇਹ ਮਲਟੀਪਲੀਕੇਸ਼ਨ ਹੋਊਗੀ ਜਿੱਥੇ ਆਫ ਲਿਖਿਆ, ਤਾਂ ਸਭ ਤੋਂ ਪਹਿਲਾਂ ਆਹ ਮਲਟੀਪਲੀਕੇਸ਼ਨ ਹੋਊਗੀ ਜਿੱਥੇ ਆਫ ਲਿਖਿਆ, ਤੇ ਜੇ ਮਲਟੀਪਲਾਈ ਦਾ ਸਾਈਨ ਪਾਇਆ ਹੋਇਆ ਫਿਰ ਉਹ ਡਿਵੀਜ਼ਨ ਤੋਂ ਬਾਅਦ ਹੋਊਗਾ। ਤਾਂ ਕਹਿਣ ਦਾ ਮਤਲਬ ਬੱਚੇ, ਜੇ ਮੈਂ ਸਿਰਫ ਇੰਨੀ ਚੀਜ਼ ਸੋਲਵ ਕਰਾਂ, ਮੈਂ ਤੁਹਾਨੂੰ ਥੋੜਾ ਐਕਸਪਲੇਨ ਜ਼ਿਆਦਾ ਕਰਨ ਲੱਗ ਗਿਆ, ਜੇ ਮੈਂ ਇੰਨੀ ਚੀਜ਼ ਸੋਲਵ ਕਰਾਂ, ਇੱਕ ਤਾਂ ਲਿਖਿਆ 15 ਡਿਵਾਈਡ ਬਾਈ 3 ਆਫ 2, ਜਾਂ ਲਿਖਿਆ ਹੁੰਦਾ 15 ਡਿਵਾਈਡ ਬਾਈ 3 ਮਲਟੀਪਲਾਈ 2, ਇੰਨੀ ਗੱਲ ਤਾਂ ਮੈਂ ਕਹਿਤੀ ਕਿ ਆਫ ਨਾਲ ਵੀ ਮਲਟੀਪਲਾਈ ਕਰਨਾ, ਮਲਟੀਪਲਾਈ ਦਾ ਸਾਈਨ ਹੋਵੇ ਉੱਥੇ ਵੀ ਮਲਟੀਪਲਾਈ ਕਰਨਾ। ਫਰਕ ਕੀ ਹੈ ਬੱਚੇ? ਜੇ ਆਫ ਲਿਖਿਆ ਹੈ ਤਾਂ ਇਹਨੂੰ ਪਹਿਲਾਂ ਸੋਲਵ ਕਰਾਂਗੇ। ਤਾਂ ਇਹ ਹੋ ਗਿਆ 3 ਆਫ 2 6, ਤਾਂ 15/6 ਆਂਸਰ ਆ ਜਾਊਗਾ ਤੁਹਾਡਾ 2.5। ਤਾਂ ਇਸ ਐਕਸਪ੍ਰੈਸ਼ਨ ਦਾ ਆਂਸਰ 2.5 ਆਊਗਾ। ਜੇ ਆਫ ਦੀ ਥਾਂ ਤੇ ਮਲਟੀਪਲਾਈ ਦਾ ਸਾਈਨ ਹੁੰਦਾ ਫਿਰ ਡਿਵਾਈਡ ਪਹਿਲਾਂ ਹੁੰਦਾ ਤੇ ਮਲਟੀਪਲਾਈ 2 ਹੋ ਜਾਂਦਾ, ਫਿਰ ਇੱਥੇ ਆਂਸਰ ਆਉਂਦਾ ਬੱਚੇ ਤੁਹਾਡਾ 10। ਤਾਂ ਆ ਸਮਝ ਆ ਗਿਆ ਜੀ ਸਾਰਿਆਂ ਨੂੰ? ਆਂਸਰ ਫਰਕ ਪੈ ਗਿਆ, ਆਫ ਦਾ ਸਾਈਨ ਲੱਗਿਆ, ਕਰਨੀ ਉੱਥੇ ਵੀ ਮਲਟੀਪਲੀਕੇਸ਼ਨ ਹੈ, ਮਲਟੀਪਲਾਈ ਦਾ ਸਾਈਨ ਹੈ ਉੱਥੇ ਵੀ ਮਲਟੀਪਲੀਕੇਸ਼ਨ ਹੋਣੀ ਹੈ, ਪਰ ਆਂਸਰ ਅਲੱਗ-ਅਲੱਗ ਆ ਗਏ। ਸੋ ਇਸ ਕਰਕੇ ਆਫ ਧਿਆਨ ਦੇਣਾ, ਜਿੱਥੇ ਆਫ ਲਿਖਿਆ ਉਹ ਪਹਿਲਾਂ ਹੋਊਗਾ, ਬਾਕੀ ਸਭ ਕੁਝ ਮਗਰ ਹੋਊਗਾ। ਡਿਵੀਜ਼ਨ ਵੀ ਮਗਰ ਹੋਊਗੀ, ਸਾਈਨ ਹੈ ਤਾਂ ਡਿਵੀਜ਼ਨ ਤੋਂ ਬਾਅਦ ਹੋਊਗਾ, ਅਖੀਰ ਤੇ ਐਡੀਸ਼ਨ ਤੇ ਸਬਟ੍ਰੈਕਸ਼ਨ ਅਸੀਂ ਕਰਦੇ ਜਾਵਾਂਗੇ, ਉਹਨਾਂ ਨਾਲ ਪਹਿਲਾ ਪੰਗਾ ਨਹੀਂ ਲੈਣਾ ਹੈਗਾ। ਤਾਂ ਇਹ ਬੱਚੇ ਥੋੜਾ ਜਿਹਾ ਮੈਂ ਐਕਸਪਲੇਨ ਕੀਤਾ ਬੋਰਡ ਮਾਸ ਨੂੰ, ਇਸ ਕੁਐਸਚਨ ਦੀ ਹੈਲਪ ਨਾਲ ਐਕਸਪਲੇਨ ਕੀਤਾ, ਉਵੇਂ ਬੇਸਿਕਲੀ ਕੁਝ ਹੋਰ ਤਾਂ ਦੱਸਿਆ ਨਹੀਂ। ਤਾਂ ਇਸ ਕੁਐਸਚਨ ਨੂੰ ਸੋਲਵ ਕਰਦੇ ਹਾਂ ਬੱਚੇ ਆਪਾਂ। ਇੰਨੀ ਗੱਲ ਮੈਂ ਦੱਸਤੀ ਕਿ ਆਫ 2 ਵਾਰੀ ਲਿਖਿਆ ਹੋਇਆ ਸਟੇਟਮੈਂਟ ਦੇ ਵਿੱਚ, ਤਾਂ ਆਫ ਨੂੰ ਪਹਿਲਾਂ ਸੋਲਵ ਕਰਾਂਗੇ, ਜਿਵੇਂ ਉਹਨੂੰ ਸੋਲਵ ਕਰਕੇ ਦਿਖਾਇਆ ਗਿਆ ਮੈਂ 15 ਡਿਵਾਈਡ ਬਾਈ 3 ਆਫ 2, ਉਵੇਂ ਸ਼ੁਰੂ ਕਰ ਦੋ। 6 ਆਫ 5 ਪਹਿਲਾਂ ਹੋ ਜਾਊਗਾ 30, 48/30। ਤਾਂ ਪਹਿਲੀ ਬ੍ਰੈਕਟ 'ਚ ਆ ਗਿਆ ਬੱਚੇ 48 ਡਿਵਾਈਡ ਬਾਈ 30, ਤਾਂ ਕਿਤੇ ਤੁਸੀਂ 48/6 8 ਆਫ 5 ਕਿਤੇ 40 ਨਾ ਕਰ ਦਿਓ, 48/30 ਆਊਗਾ। ਡਿਵਾਈਡ ਦਾ ਸਾਈਨ ਹੈ ਤਾਂ ਹਲੇ ਤੁਸੀਂ ਇੱਥੇ ਡਿਵਾਈਡ ਦਾ ਹੀ ਸਾਈਨ ਰੱਖੋ। ਕੀ ਹੈ? 2 - 18 ਹੋ ਗਿਆ ਬੱਚੇ -16, 2 - 18 ਹੋ ਗਿਆ -16, ਡਿਵਾਈਡ ਬਾय 12 × 11 - 13, ਕਿਉਂਕਿ ਬ੍ਰੈਕਟ ਲੱਗੀ ਹੋਈ ਆ ਤਾਂ ਬੱਚੇ ਪਹਿਲਾਂ ਬ੍ਰੈਕਟ ਸੋਲਵ ਹੋਊਗੀ, ਪਲੱਸ ਮਾਈਨਸ ਮਲਟੀਪਲਾਈ ਸਭ ਬਾਅਦ ਵਿੱਚ ਹੋਊਗਾ। ਤਾਂ 11 - 13 ਹੋ ਗਿਆ -2, 12 ਨਾਲ ਗੁਣਾ ਕਰਨਾ ਤਾਂ -24 ਹੋ ਜਾਊਗਾ। 12 × -2 ਕਰਾਂਗੇ ਤਾਂ -24, ਮੂਰੇ ਡਿਵਾਈਡ ਹੈ ਤਾਂ ਮੈਂ ਥੱਲੇ ਲਾਤਾ ਉਹਨੂੰ, ਡਿਵਾਈਡ ਬਾय -24। ਫਿਰ ਪਲੱਸ ਕਰਨਾ, ਬ੍ਰੈਕਟਾਂ ਖਤਮ ਹੋ ਗਿਆ, ਪਲੱਸ ਕੀ ਕਰਨਾ? ਆ ਆਪਾਂ ਸੋਲਵ ਕਰ ਹੀ ਲਿਆ ਸੀਗਾ। 3 ਆਫ 2 ਪਹਿਲਾਂ ਕਰਾਂਗੇ 6, 15/6, ਤਾਂ ਆ ਬੱਚੇ ਆਪਣਾ ਆਂਸਰ ਆ ਗਿਆ। ਹੁਣ ਇਹਨੂੰ ਸੋਲਵ ਕਰੋ, ਦੇਖੋ ਕੀ ਕੀ ਵੈਲਿਊਜ਼ ਬਣਦੀਆਂ ਨੇ। 48/30 ਤਾਂ ਬਣ ਗਿਆ, 6 ਦੇ ਟੇਬਲ 'ਚ ਦੇਖੋ ਉੱਪਰ 8 ਥੱਲੇ 10, ਸੌਰੀ 6 ਦੇ ਟੇਬਲ 'ਚ ਕਾਹਨੂੰ, 3 ਦੇ ਟੇਬਲ 'ਚ ਦੇਖਣਾ ਸੀਗਾ, ਉੱਪਰ 16 ਥੱਲੇ 10, ਤਾਂ ਕਿ ਪਤਾ ਲੱਗ ਜੇ ਕਿ 1.6 ਬਣਦਾ। ਉਹ ਤਾਂ 6 ਦੇ ਟੇਬਲ 'ਚ ਕੱਟਿਆ ਜਾਣਾ ਸੀ 8/5, ਪਰ ਕਿਉਂਕਿ ਆਪਾਂ ਡੈਸੀਮਲ 'ਚ ਲੈ ਕੇ ਜਾਣਾ, ਅੱਗੇ ਸਾਰਾ ਕੁਝ ਡੈਸੀਮਲ ਦੇ ਵਿੱਚ ਹੈ, ਸੋ ਇਸ ਕਰਕੇ ਮੈਂ ਇਹਨੂੰ ਵੀ ਡੈਸੀਮਲ 'ਚ ਰੱਖਿਆ 16/10, ਜੋ ਕਿ 1.6 ਬਣ ਜੂਗਾ। ਇਹ ਬੱਚੇ ਮਾਈਨਸ ਨਾਲ ਮਾਈਨਸ ਕੱਟਿਆ ਗਿਆ, 16/24 ਆ ਗਿਆ 2/3, 15/6 ਆ ਗਿਆ ਤੁਹਾਡਾ 5/2। ਇਹਨੂੰ ਮੈਂ 16/10 ਨੂੰ ਵੀ ਰੈੱਡ ਮਾਰਕਰ ਨਾਲ ਲਿਖ ਦਿੰਦਾ। ਹਾਂਜੀ, ਤਾਂ ਬੱਚੇ ਤੁਹਾਡਾ ਆਂਸਰ ਕਿੰਨਾ ਆ ਗਿਆ? 16/10 ਹੁੰਦਾ, ਇਹਨੂੰ 16/10 ਹੀ ਰੱਖ ਲਓ ਮੇਰੇ ਵੱਲੋਂ। ਡਿਵਾਈਡ ਬਾਈ 2/3 ਹੈ ਤਾਂ ਮਲਟੀਪਲਾਈ 3/2 ਹੋ ਜਾਊਗਾ, ਮਲਟੀਪਲਾਈ 3/2 ਉਹ ਅਲੱਗ ਤੋਂ ਪਲੱਸ ਹੋ ਜਾਊਗਾ 5/2, ਯਾਨੀ ਕਿ 2.5। ਤਾਂ ਬੱਚੇ 2 ਤੇ 16 ਕੱਟਿਆ 8 ਆ ਗਿਆ, ਇੰਟੂ 3 24/10 2.4, 24/10 ਆ ਗਿਆ 2.4, ਉਹਦੇ ਵਿੱਚ ਐਡ ਕਰਨਾ 2.5, ਤਾਂ ਆਂਸਰ ਵਿਲ ਬੀ 4.9। ਤਾਂ ਇਸ ਕੁਐਸਚਨ ਦਾ ਬੱਚੇ ਤੁਹਾਡਾ ਆਂਸਰ ਆ ਜਾਊਗਾ 4.9। ਤਾਂ ਇਹ ਪਿਛਲੇ ਸਾਲ ਜਦੋਂ PSTCL ਦਾ ਪੇਪਰ ਹੋਇਆ ਸੀ 3 ਜਾਂ 4 ਅਗਸਤ ਨੂੰ, ਉਦੋਂ ਕੁਝ ਬੱਚਿਆਂ ਨੇ ਇਹ ਪੁੱਛਿਆ ਸੀਗਾ ਵੀ ਇਹਦੇ ਵਿੱਚ ਕੀ ਗਲਤੀ ਹੋਈ ਆ ਉਹਨਾਂ ਤੋਂ। ਤਾਂ ਬੱਚੇ ਐਗਜ਼ਾਮੀਨਰ ਨੇ ਜਿਹੜੇ 4 ਆਪਸ਼ਨ ਦਿੱਤੇ ਸੀ, ਮੈਂ ਇਹ ਆਪਸ਼ਨ ਆਪਣੇ ਵੱਲੋਂ ਲੈ ਆਇਆ। ਐਗਜ਼ਾਮੀਨਰ ਨੇ ਜਿਹੜੇ 4 ਆਪਸ਼ਨ ਦਿੱਤੇ ਸੀਗੇ, ਉਹ ਉਹਨੇ ਦੇਖਿਆ ਸੀ ਕਿ ਬੱਚਾ ਜੇ ਇੱਥੇ ਮਲਟੀਪਲਾਈ ਕਰਦੇ, ਆਫ ਦੀ ਥਾਂ ਤੇ ਮਲਟੀਪਲਾਈ ਕਰਦੇ, ਤਾਂ ਉਹਦੇ ਹਿਸਾਬ ਨਾਲ ਕੀ ਗਲਤ ਆਂਸਰ ਆਊਗਾ, ਉਹ ਆਪਸ਼ਨ ਦਿੱਤਾ ਹੋਇਆ ਸੀ। ਇੱਥੇ ਪਹਿਲਾਂ ਡਿਵਾਈਡ ਕਰਦੇ ਫਿਰ ਮਲਟੀਪਲਾਈ ਕਰੇ, ਉਹਦੇ ਹਿਸਾਬ ਨਾਲ ਕੀ ਗਲਤ ਆਂਸਰ ਆਊਗਾ, ਉਹ ਆਪਸ਼ਨ ਦਿੱਤਾ ਹੋਇਆ ਸੀ। ਤਾਂ ਐਗਜ਼ਾਮੀਨਰ ਨੇ ਪਿਛਲੇ ਸਾਲ ਇਹ ਕਰਤੂਤ ਖਿਲਾਰੀ ਹੋਈ ਸੀ ਕਿ ਜੋ ਤੁਹਾਡੀ ਗਲਤੀ ਹੋ ਸਕਦੀ ਹੈ, ਐਗਜ਼ਾਮੀਨਰ ਨੂੰ ਪਤਾ ਕਿ ਬੱਚਾ ਇੱਥੇ ਗਲਤੀ ਕਰ ਸਕਦਾ, ਉਸ ਗਲਤੀ ਦੇ ਨਾਲ ਕੀ ਆਪਸ਼ਨ ਆ ਸਕਦਾ, ਕੀ ਗਲਤ ਆਂਸਰ ਆਊਗਾ ਤੁਹਾਡਾ, ਉਹ ਆਪਸ਼ਨ ਦਿੱਤੇ ਹੋਏ ਸੀਗੇ। ਤਾਂ ਕਾਫੀ ਬੱਚਿਆਂ ਦਾ ਗਲਤ ਹੋਇਆ ਸੀ, ਕਿਉਂਕਿ ਜਿਨ੍ਹਾਂ ਨੇ ਗਲਤ ਕੱਢ ਲਿਆ ਆਂਸਰ, ਉਹ ਆਪਸ਼ਨ ਦਿਖ ਗਿਆ,
ਮਾਰਕ ਕਰਤਾ, ਅਗਲੇ ਨੇ ਸੋਚਿਆ ਨਹੀਂ ਵੀ ਸਾਡਾ ਗਲਤ ਹੈਗਾ, ਸਹੀ ਆਪਸ਼ਨ ਕੁਝ ਹੋਰ ਹੈਗਾ। ਤਾਂ ਇਸ ਤਰ੍ਹਾਂ ਕਾਫੀ ਬੱਚਿਆਂ ਦਾ ਆਨਸਰ ਗਲਤ ਹੋਇਆ ਸੀਗਾ। ਸੋ ਇਸ ਕਰਕੇ ਧਿਆਨ ਦੇਣਾ, ਬੌਡਮਾਸ ਦੇ ਰੂਲਸ ਦਾ ਪਤਾ ਹੋਣਾ ਚਾਹੀਦਾ। ਪ੍ਰੈਕਟਿਸ ਦੇ ਲਈ ਮੈਂ ਇੱਕ ਕੁਐਸਚਨ ਹੋਰ ਲੈ ਕੇ ਆਇਆ, ਧਿਆਨ ਨਾਲ ਦੇਖੋ। ਕੁਐਸਚਨ ਕੀ ਹੈ, ਦ ਵੈਲਿਊ ਆਫ, ਵੈਲਿਊ ਕਾਹਦੀ ਫਾਈਂਡ ਕਰਨੀ ਹੈ, 16 ਮਾਈਨਸ ਬ੍ਰੈਕਟ ਦੇ ਵਿੱਚ ਹੈ 5 ਮਾਈਨਸ 2, ਸਕੁਆਇਰ ਬ੍ਰੈਕਟ ਸ਼ੁਰੂ ਹੋਈ ਸੀ 2 ਤੋਂ ਬਾਅਦ ਬ੍ਰੈਕਟ ਸ਼ੁਰੂ ਹੋ ਗਈ 14 ਆਫ 2 ਮਾਈਨਸ, ਫਿਰ ਬ੍ਰੈਕਟ ਦੇ ਵਿੱਚ ਹੈ 8 ਡਿਵਾਈਡ ਬਾय 4 ਮਲਟੀਪਲਾਈ 2 ਮਾਈਨਸ 1 ਪਲੱਸ 3, ਸਾਰੀਆਂ ਬ੍ਰੈਕਟਾਂ ਬੰਦ ਹੋ ਗਈਆਂ। ਤਾਂ ਬੱਚੇ ਪਹਿਲਾਂ ਬ੍ਰੈਕਟ ਸ਼ੁਰੂ ਸੋਲਵ ਕਰਾਂਗੇ ਤਾਂ ਪਹਿਲਾਂ ਰਾਊਂਡ ਬ੍ਰੈਕਟ ਸ਼ੁਰੂ ਹੁੰਦੀ ਹੈ। ਰਾਊਂਡ ਬ੍ਰੈਕਟ ਦੇ ਵਿੱਚ ਕੀ ਹੈ, ਪਹਿਲਾਂ ਡਿਵਾਈਡ ਵੀ ਹੈ, ਮਲਟੀਪਲਾਈ ਵੀ ਹੈ, ਮਾਈਨਸ ਵੀ ਹੈ, ਪਲੱਸ ਵੀ ਹੈ। ਆ ਮਾਈਨਸ ਪਲੱਸ ਤਾਂ ਅਖੀਰ ਤੇ ਹੋ ਜਾਊਗਾ, ਪਹਿਲਾਂ ਡਿਵਾਈਡ ਹੋਊਗਾ ਤਾਂ 8/4 ਹੋ ਗਿਆ 2। ਆਪਾਂ ਐ ਨਹੀਂ ਕਰਦੇ, ਆਪਾਂ ਸਿੱਧਾ ਉੱਥੇ ਹੀ ਕਰਦੇ ਜਾਂਦੇ ਆ। ਧਿਆਨ ਨਾਲ ਦੇਖਿਓ ਬੱਚੇ, 8/8 ਡਿਵਾਈਡ ਬਾय 4 ਹੋ ਗਿਆ 2, ਤਾਂ 2 ਮਲਟੀਪਲਾਈ 2 ਮਾਈਨਸ 1 ਪਲੱਸ 3, ਫਿਰ ਆ 2 ਮਲਟੀਪਲਾਈ 2 ਹੋ ਗਿਆ 4, ਇਹ ਹੋ ਗਿਆ 4 ਮਾਈਨਸ 1 ਪਲੱਸ 3। ਤਾਂ ਬ੍ਰੈਕਟ ਸੋਲਵ ਕੀਤੀ ਤਾਂ 4 ਚੋਂ 1 ਗਏ 3, 3 ਪਲੱਸ 3 6, ਤਾਂ ਪੂਰੀ ਦੀ ਪੂਰੀ ਬ੍ਰੈਕਟ ਬੱਚੇ 6 ਆਨਸਰ ਆ ਗਿਆ। ਫਿਰ 14 ਆਫ 2 ਮਾਈਨਸ 6, 14 ਆਫ 2 ਹੋ ਗਿਆ ਬੱਚੇ ਤੁਹਾਡਾ 28, 28 ਚੋਂ 6 ਗਿਆ 22, ਤਾਂ ਆ ਕਰਲੀ ਬ੍ਰੈਕਟ ਇੱਥੋਂ ਸ਼ੁਰੂ ਹੋ ਕੇ ਇੱਥੇ ਤੱਕ 22 ਆਨਸਰ ਆ ਗਿਆ। ਇਹ ਕੀ ਹੈ, 5 ਮਾਈਨਸ 2 ਗੁਣਾ ਸਾਰੀ ਬ੍ਰੈਕਟ, 2 ਗੁਣਾ ਸਾਰੀ ਬ੍ਰੈਕਟ ਹੈ 22, ਤਾਂ 2 ਇੰਟੂ 22 44 ਹੋ ਗਿਆ। 5 ਮਾਈਨਸ 2 ਇੰਟੂ 22 ਹੋ ਗਿਆ ਤੁਹਾਡਾ 5 ਮਾਈਨਸ 44, ਦੈਟ ਇਜ਼ ਮਾਈਨਸ 39। ਤਾਂ ਇੱਥੋਂ ਸ਼ੁਰੂ ਹੋ ਜਾਗੇ ਤਾਂ ਆਨਸਰ ਤੁਹਾਡਾ ਮਾਈਨਸ 39 ਆ ਗਿਆ ਅੰਦਰ ਸਾਰਾ ਬ੍ਰੈਕਟਸ ਦੇ ਵਿੱਚ। ਤਾਂ ਆਪਣਾ ਆਨਸਰ ਕੁਐਸਚਨ ਕੀ ਹੈ, 16 ਮਾਈਨਸ ਉਹ ਤੋਂ ਬਾਅਦ ਬ੍ਰੈਕਟਾ ਸੀ, ਉਹ ਬ੍ਰੈਕਟ ਆ ਗਿਆ ਮਾਈਨਸ 39। 16 ਮਾਈਨਸ 39 ਹੋ ਗਿਆ, 16 ਪਲੱਸ 39 ਦੈਟ ਇਜ਼ 55। ਤਾਂ ਇਸ ਕੁਐਸਚਨ ਦਾ ਬੱਚੇ ਤੁਹਾਡਾ ਆਨਸਰ ਆ ਜਾਊਗਾ ਥਰਡ ਆਪਸ਼ਨ 55। ਤਾਂ ਆ ਜੇ ਕੋਈ ਜਵਾਕ 16 ਚ 39 ਜੋੜ ਦਿਆ, ਗਲਤੀ ਨਾਲ 45 ਲਿਖ ਗਿਆ ਜਾਂ 65 ਕਰ ਗਿਆ, ਆਪਸ਼ਨ ਪਏ ਨੇ। ਸੋ ਇਸ ਕਰਕੇ ਧਿਆਨ ਦੇਣਾ ਕਿ ਗਲਤੀ ਨਹੀਂ ਹੋਣੀ ਚਾਹੀਦੀ। ਪਹਿਲਾਂ ਰਾਊਂਡ ਬ੍ਰੈਕਟ ਖੋਲੀ, ਉਹ ਆ ਗਿਆ 6, ਫਿਰ ਕਰਲੀ ਬ੍ਰੈਕਟ ਖੋਲੀ, ਉਹ ਆ ਗਿਆ 22, ਫਿਰ ਸਕੁਆਇਰ ਬ੍ਰੈਕਟ ਖੋਲੀ, ਉਹ ਆ ਗਿਆ ਮਾਈਨਸ 39, ਸਕੁਆਇਰ ਬ੍ਰੈਕਟ ਦੇ ਬਾਹਰ ਕਿਸੇ 16 ਮਾਈਨਸ ਜੋ ਵੀ ਅੰਦਰ ਆ ਜੂ, ਤਾਂ 16 ਮਾਈਨਸ ਮਾਈਨਸ 39, ਮਾਈਨਸ ਤੇ ਮਾਈਨਸ ਪਲੱਸ ਹੋ ਗਿਆ, 16 ਪਲੱਸ 39, ਸਾਡਾ ਆਨਸਰ ਆ ਗਿਆ 55। ਤਾਂ ਇਸ ਕੁਐਸਚਨ ਦਾ ਆਨਸਰ ਬੱਚੇ ਤੁਹਾਡਾ 55 ਹੈ। ਹਾਂਜੀ, ਤਾਂ ਇਹ ਬੱਚੇ ਆਪਣੇ 2-3 ਤਰ੍ਹਾਂ ਦੇ ਕੁਐਸਚਨ ਕੀਤੇ ਨੇ, 2 ਤਰ੍ਹਾਂ ਦੇ ਬੇਸਿਕਲੀ ਕੁਐਸਚਨ ਕੀਤੇ ਨੇ। ਪਹਿਲਾ ਕੁਐਸਚਨ ਵੀ ਨੰਬਰ ਸਿਸਟਮ ਦੇ ਵਿੱਚੋਂ ਸੀਗਾ, ਸਰਟਸ ਐਂਡ ਇੰਡਿਸਿਸ ਦਾ। ਦੂਜਾ ਕੁਐਸਚਨ ਸਾਡਾ ਕੈਲਕੂਲੇਸ਼ਨ ਦਾ ਸੀ, ਸਿੰਪਲੀਫਿਕੇਸ਼ਨ ਦਾ ਸੀ, ਜਿਹਦੇ ਵਿੱਚ ਆਪਾਂ ਬੌਡ ਮਾਸ ਦੇ ਨਾਲ ਕੋਈ ਐਕਸਪ੍ਰੈਸ਼ਨ ਸੋਲਵ ਕਰਨਾ ਹੈ। ਤਾਂ ਹੁਣ ਸਭ ਤੋਂ ਜ਼ਰੂਰੀ ਚੀਜ਼ ਜਿਹੜੀ ਅੱਜ ਦੀ ਕਲਾਸ ਦੀ ਹੈ, ਜਿਹੜਾ ਮੈਂ ਪਿਛਲੀ ਕਲਾਸ 'ਚ ਵੀ ਕਹਿ ਕੇ ਗਿਆ ਸੀ ਕਿ ਬੱਚੇ ਬਾਰ-ਬਾਰ ਕਹਿ ਰਹੇ ਸੀ ਕਿ ਜਿਹੜਾ ਆਪਣਾ 2018 ਦੇ ਵਿੱਚ ਕੋਆਪਰੇਟਿਵ ਇੰਸਪੈਕਟਰ ਦਾ ਪੇਪਰ ਹੋਇਆ ਸੀ, ਅਗਲਾ ਹੁਣ ਹੋਣਾ ਹੈਗਾ, 2021 ਚ ਨਿਕਲੇ ਸੀ, 22 ਚ ਹਲੇ ਹੋਣਾ ਹੈਗਾ। ਤਾਂ 2018 ਦੇ ਕੋਆਪਰੇਟਿਵ ਇੰਸਪੈਕਟਰ ਦੇ ਪੇਪਰ 'ਚ ਇੱਕ ਵੈਨ ਡਾਇਗਰਾਮ ਵਾਲਾ ਕੁਐਸਚਨ ਸੀਗਾ, ਉਹ ਆਪਾਂ ਹੁਣ ਕਰਨ ਲੱਗੇ ਆਂਗੇ। ਫਿਰ ਉਹਦੇ ਨਾਲ ਦੇ ਕੁਝ 2-3 ਹੋਰ ਕੁਐਸਚਨ ਲੈ ਕੇ ਆਇਆ। ਮਤਲਬ ਜਿਹੜਾ ਹੁਣ ਵੈਨ ਡਾਇਗਰਾਮ ਵਾਲਾ ਕੁਐਸਚਨ ਕਰਨ ਲੱਗਿਆ, ਉਹ ਸੈੱਟ ਦੇ ਵਿੱਚ ਫਰਦਰ 5 ਕੁਐਸਚਨਸ ਦਿਖਣਗੇ ਆਪਾਂ ਨੂੰ। ਤਾਂ 5 ਦੇ 5 ਕੁਐਸਚਨਸ ਆਪਾਂ ਕਰਨੇ ਨੇ, ਜਿਹੜਾ ਆਪਾਂ ਨੂੰ ਡਾਟਾ ਦਿੱਤਾ ਹੋਊਗਾ, ਜਿਹਦੀ ਆਪਾਂ ਵੈਨ ਡਾਇਗਰਾਮ ਬਣਾਉਣੀ ਹੈ। ਫਿਰ ਮੈਂ DI ਦਾ ਇੱਕ ਕੁਐਸਚਨ ਲੈ ਕੇ ਆਇਆ, ਉਹਦੇ 3-4 ਕੁਐਸਚਨ ਕਰਾਂਗੇ। ਫਿਰ ਮੈਂ ਵੈਨ ਡਾਇਗਰਾਮ ਵਾਲਾ ਇੱਕ ਹੋਰ ਕੁਐਸਚਨ ਲੈ ਕੇ ਆਇਆ, ਜੇ ਸਮਾਂ ਹੋਇਆ ਕਰਾਂਗੇ, ਜੇ ਆਪਣੀ ਕਲਾਸ 1.25 ਘੰਟੇ ਤੋਂ ਉੱਤੇ ਚੱਲ ਗਈ ਫਿਰ ਮੈਂ ਉਹ ਤੁਹਾਨੂੰ ਹੋਮਵਰਕ ਦੇ ਦੂੰ ਥੋੜਾ ਜਿਹਾ ਸਮਝਾ ਕੇ, ਤੁਸੀਂ ਉਹਦੇ 3-4 ਜਾਂ 5 ਕੁਐਸਚਨ ਜਿਹੜੇ ਹੋਣਗੇ ਤੁਸੀਂ ਆਪਣੇ ਆਪ ਆਨਸਰ ਕਰ ਦਿਓ। ਤਾਂ ਕੁਝ ਇਸ ਤਰ੍ਹਾਂ ਆਪਣੀ ਅੱਜ ਦੀ ਕਲਾਸ ਚੱਲੂਗੀ। ਤਾਂ ਬੱਚੇ ਦੇਖੋ, ਤਾਂ ਜਿਹੜੇ ਬੱਚੇ ਇਹ ਸੈਸ਼ਨ ਲਾਈਵ ਦੇਖ ਰਹੇ ਨੇ YouTube ਤੇ, ਮੈਂ ਸਾਰਿਆਂ ਨੂੰ ਬੇਨਤੀ ਹੈ ਕਿ ਯਾਰ ਸੈਸ਼ਨ ਨੂੰ ਲਾਈਕ ਤਾਂ ਕਰ ਦਿਆ ਕਰੋ, ਮਾੜਾ ਮੋਟਾ ਸ਼ੇਅਰ ਸ਼ੁਰੂ ਜਾਂ ਕਰ ਦਿਆ ਕਰੋ, ਜੋ ਵੀ ਕੀਤਾ ਜਾਂਦਾ ਕਰ ਦਿਆ ਕਰੋ। ਹਾਂਜੀ ਬੱਚੇ, ਕੁਐਸਚਨ ਦੇਖੋ ਵੈਨ ਡਾਇਗਰਾਮ ਵਾਲਾ ਆਪਣਾ ਕੀ ਹੈਗਾ। Data on 450 candidates who took an examination in social sciences, mathematics and science subject is given below. Examiner ਕਹਿੰਦਾ 450 ਸਟੂਡੈਂਟ ਆ, 450 ਕੈਂਡੀਡੇਟ ਹੈ, ਜਿਨੇ 3 ਸਬਜੈਕਟਾਂ ਦੇ ਪੇਪਰ ਦਿੱਤੇ, ਸੋਸ਼ਲ ਸਾਇੰਸਿਸ ਦਾ, ਮੈਥਮੈਟਿਕਸ ਦਾ ਤੇ ਸਾਇੰਸ ਦਾ। ਤੇ ਉਹ ਪੇਪਰਾਂ ਦਾ ਡਾਟਾ ਆਪਣੇ ਕੋਲ ਕੀ ਨਿਕਲ ਕੇ ਆਇਆ, ਪੇਪਰਾਂ ਦਾ ਡਾਟਾ ਆਇਆ ਕਿੰਨੇ ਬੱਚੇ ਨੇ ਜਿਹੜੇ ਪਾਸਡ ਇਨ ਆਲ ਦਾ ਸਬਜੈਕਟਸ ਆ, ਉਹ ਹੈ 167। ਕਹਿੰਦਾ ਉਹ 450 ਬੱਚਿਆਂ ਚੋਂ 167 ਬੱਚੇ ਕੀ ਹੈ, ਪਾਸਡ ਇਨ ਆਲ ਦਾ ਸਬਜੈਕਟਸ। ਫਿਰ ਫੇਲਡ ਇਨ ਆਲ ਦਾ ਸਬਜੈਕਟਸ ਉਹ 60 ਬੱਚੇ ਨੇ। 450 ਦੇ ਵਿੱਚੋਂ 167 ਬੱਚੇ ਸਾਰੇ ਸਬਜੈਕਟਸ ਦੇ ਵਿੱਚ ਪਾਸ ਹੋ ਗਏ ਤੇ 60 ਬੱਚੇ ਸਾਰਿਆਂ ਦੇ ਵਿੱਚੋਂ ਫੇਲ ਹੋ ਗਏ। ਇੰਨੀ ਕੁ ਅੰਗਰੇਜ਼ੀ ਤਾਂ ਸਾਰਿਆਂ ਨੂੰ ਸਮਝ ਆਈ ਜਾਊਗੀ, ਸਾਰਾ ਕੁਝ ਪੜ੍ਹ ਲਾਂਗੇ। ਫੇਲਡ ਇਨ ਸੋਸ਼ਲ ਸਾਇੰਸਿਸ, ਇਹੋ ਜਿਹੇ ਬੱਚੇ ਜਿਹੜੇ ਸੋਸ਼ਲ ਸਾਇੰਸ ਦੇ ਵਿੱਚੋਂ ਫੇਲ ਹੋਏ ਉਹ 175 ਨੇ। ਫੇਲਡ ਇਨ ਮੈਥਮੈਟਿਕਸ 199, ਫੇਲਡ ਇਨ ਸਾਇੰਸ ਇਜ਼ 191। ਅਗਲਾ ਡਾਟਾ ਪਾਸਡ, ਕਿਹਦੇ ਵਿੱਚ ਪਾਸਡ, ਇਨ ਸੋਸ਼ਲ ਸਾਇੰਸਿਸ ਓਨਲੀ, that is 62। ਐਗਜ਼ਾਮੀਨਰ ਨੇ ਹੇਠੋਂ ਤੀਜੇ ਨੰਬਰ ਤੇ ਜਿਹੜਾ ਲਾਸਟ ਤੇ ਅੰਡਰਲਾਈਨ ਕੀਤਾ ਦਿਖ ਰਿਹਾ ਡਾਟਾ ਦਿੱਤਾ ਕਿ ਪਾਸ ਹੋਏ ਬੱਚੇ, ਕਾਹਦੇ ਵਿੱਚ ਪਾਸ ਹੋਏ, ਸੋਸ਼ਲ ਸਾਇੰਸਿਸ ਓਨਲੀ ਲਿਖਤਾ ਬੱਚੇ, ਸੋਸ਼ਲ ਸਾਇੰਸਿਸ ਓਨਲੀ ਲਿਖਤਾ ਉਹ 62 ਬੱਚੇ ਨੇ।
ਜੇ ਐਗਜ਼ਾਮੀਨਰ ਨੇ ਓਨਲੀ ਸ਼ਬਦ ਨਾ ਲਿਖਿਆ ਹੁੰਦਾ, ਪਾਸਡ ਇਨ ਸੋਸ਼ਲ ਸਾਇੰਸਿਸ ਓਨਲੀ, ਇੱਕ ਤਾਂ ਆ ਲਿਖਿਆ, ਇੱਕ ਹੈ ਪਾਸਡ ਇਨ ਸੋਸ਼ਲ ਸਾਇੰਸਿਸ, ਕੱਲਾ ਇਹ ਲਿਖਿਆ ਹੁੰਦਾ ਤਾਂ ਬੱਚਿਆ ਦੋ ਸੈਂਟੈਂਸ ਲਿਖੇ ਨੇ ਮੈਂ, ਉਹਦੇ ਵਿੱਚੋਂ ਇੱਕ ਤਾਂ ਐਗਜ਼ਾਮੀਨਰ ਨੇ ਲਿਖਿਆ, ਇੱਕ ਮੈਂ ਸਮਝਾਉਣ ਦੇ ਲਈ ਦੂਜਾ ਲਿਖਤਾ ਕਿ ਐਗਜ਼ਾਮੀਨਰ ਹੋਰ ਕੀ ਲਿਖ ਸਕਦਾ ਸੀ। ਤਾਂ ਬੱਚੇ ਜਦੋਂ ਐਗਜ਼ਾਮੀਨਰ ਲਿਖ ਰਿਹਾ ਪਾਸਡ ਇਨ ਸੋਸ਼ਲ ਸਾਇੰਸਿਸ ਓਨਲੀ, ਕਿਹੜੇ ਕਿਹੜੇ ਸਬਜੈਕਟ ਨੇ ਸਾਡੇ? ਇੱਕ ਸੋਸ਼ਲ ਸਾਇੰਸਿਸ ਹੈ, ਇੱਕ ਮੈਥ ਹੈ, ਇੱਕ ਸਾਇੰਸ ਆ, ਇਹ ਤਿੰਨ ਸਬਜੈਕਟ ਨੇ। ਐਗਜ਼ਾਮੀਨਰ ਜਦੋਂ ਡਾਟਾ ਦੇ ਰਿਹਾ ਕਿ ਪਾਸਡ ਇਨ ਸੋਸ਼ਲ ਸਾਇੰਸਿਸ ਓਨਲੀ, ਓਨਲੀ ਦਾ ਮਤਲਬ ਸਾਰਿਆਂ ਨੂੰ ਪਤਾ ਪੰਜਾਬੀ ਦੇ ਵਿੱਚ ਕੀ ਹੁੰਦਾ, ਸਿਰਫ ਸੋਸ਼ਲ ਸਾਇੰਸਿਸ ਦੇ ਵਿੱਚ ਪਾਸ ਹੋਏ ਬੱਚੇ ਉਹ 167 ਨੇ। ਇਹਦਾ ਮਤਲਬ ਕੀ ਹੈ ਕਿ ਆ 167 ਬੱਚੇ ਕਿਹੜੇ ਨੇ? ਜਿਹੜੇ ਮਾਂ ਦੇ ਪੁੱਤ ਸਿਰਫ ਸੋਸ਼ਲ ਸਾਇੰਸਿਸ 'ਚ ਪਾਸ ਹੋਏ, ਦੂਜੇ ਦੋਹਾਂ 'ਚ ਨਹੀਂ ਹੋਏ। ਓਨਲੀ ਨੇ ਬ੍ਰੇਕ ਲਵਾਤੇ ਨਾ ਤੁਹਾਡੇ, ਓਨਲੀ ਨੇ ਕਹਿਤਾ ਨਾ ਕਿ ਸਿਰਫ ਸੋਸ਼ਲ ਸਾਇੰਸਿਸ ਦੇ ਵਿੱਚ ਪਾਸ ਹੋਏ ਨੇ, ਦੂਜਿਆਂ 'ਚ ਨਹੀਂ ਹੋਏ। ਸ਼ੋਰ ਹੈ ਸਾਨੂੰ, ਪੱਕਾ ਹੈ ਸਾਨੂੰ ਕਿ ਓਨਲੀ ਲਿਖਿਆ ਮਤਲਬ ਸਿਰਫ ਸੋਸ਼ਲ ਸਾਇੰਸਿਸ 'ਚ ਪਾਸ ਹੋਏ ਨੇ, ਬਾਕੀ ਦੋਹਾਂ 'ਚ ਉੱਡ ਗਏ। ਤੇ ਜੇ ਓਨਲੀ ਸ਼ਬਦ ਨਾ ਲਿਖਿਆ ਹੁੰਦਾ, ਪਾਸਡ ਇਨ ਸੋਸ਼ਲ ਸਾਇੰਸਿਸ ਲਿਖਿਆ ਹੁੰਦਾ, ਉਹਦਾ ਮਤਲਬ ਕੀ ਹੈ? 167 ਬੱਚੇ ਸੋਸ਼ਲ ਸਾਇੰਸਿਸ ਦੇ ਵਿੱਚ ਪਾਸ ਹੋ ਗਏ। ਸਿਰਫ ਨਹੀਂ ਲਿਖਿਆ, ਓਨਲੀ ਨਹੀਂ ਲਿਖਿਆ, ਸੋਸ਼ਲ ਸਾਇੰਸਿਸ ਦੇ ਵਿੱਚ ਪਾਸ ਹੋ ਗਏ। ਬਾਕੀ ਜਿਹੜੇ ਦੋ ਸਬਜੈਕਟ ਨੇ ਮੈਥ ਤੇ ਸਾਇੰਸ, ਹੋ ਸਕਦਾ ਉਹਦੇ ਵਿੱਚ ਕਿਸੇ 'ਚ ਪਾਸ ਹੋਣ, ਕਿਸੇ 'ਚ ਨਾ ਪਾਸ ਹੋਣ, ਕੋਈ ਬਾਕੀ ਦੋਨਾਂ 'ਚ ਵੀ ਪਾਸ ਹੋਵੇ, ਕੋਈ ਸਿਰਫ ਸੋਸ਼ਲ ਸਾਇੰਸਿਸ 'ਚ ਪਾਸ ਹੋਵੇ, ਕੋਈ ਇੱਕ 'ਚੋਂ ਬਾਕੀ ਦੋਹਾਂ 'ਚੋਂ ਕਿਸੇ ਇੱਕ 'ਚ ਪਾਸ ਹੋਵੇ, ਕਿਸੇ ਇੱਕ 'ਚ ਨਾ ਹੋਵੇ। ਸੋਸ਼ਲ ਸਾਇੰਸਿਸ ਦੇ ਵਿੱਚ ਤਾਂ ਉਹ ਪਾਸ ਹੈਗੇ ਹੀ ਨੇ, ਉਸ ਤੋਂ ਬਿਨਾਂ ਬਾਕੀਆਂ 'ਚ ਕੀ ਨੇ ਕੁਛ ਨਹੀਂ ਪਤਾ ਜਦੋਂ ਓਨਲੀ ਨਹੀਂ ਲਿਖਿਆ। ਓਨਲੀ ਲਿਖਿਆ ਹੋਇਆ ਤਾਂ ਕਲੀਅਰ ਹੈ ਕਿ ਯਾਰ ਬਾਕੀਆਂ 'ਚ ਉੱਡ ਗਏ, ਸਿਰਫ ਸੋਸ਼ਲ ਸਾਇੰਸਿਸ ਦੇ ਵਿੱਚ ਪਾਸ ਹੋਏ ਨੇ। ਤਾਂ ਇਹ ਇੰਪੋਰਟੈਂਟ ਚੀਜ਼ ਹੈਗੀ, ਓਨਲੀ ਵਰਡ ਦੀ ਇਹ ਇੰਪੋਰਟੈਂਸ ਹੈ। ਪਾਸਡ ਇਨ ਮੈਥਮੈਟਿਕਸ ਓਨਲੀ, ਪਾਸਡ ਇਨ ਸਾਇੰਸਿਸ ਓਨਲੀ ਇਜ਼ 52। ਤਾਂ ਬੱਚੇ ਆਪਾਂ ਨੂੰ ਇਹੋ ਜਿਹਾ ਕੁਛ ਡਾਟਾ ਦਿੱਤਾ ਹੋਇਆ, ਇਸ ਡਾਟਾ ਦੇ ਸਿਰ ਤੇ ਜਿਹੜੇ ਫਰਦਰ ਕੁਐਸਚਨ ਪੁੱਛੇ ਗਏ ਹੋਣਗੇ, ਮੈਂ ਦਿਖਾਉਣਾ ਕੁਐਸਚਨ। ਪਹਿਲਾਂ ਇਸ ਡਾਟਾ ਦਾ ਆਪਾਂ ਥੋੜਾ ਜਿਹਾ ਨਿਚੋੜ ਕੱਢ ਲਈਏ ਕਿ ਵੈਨ ਡਾਇਗਰਾਮ ਬਣਾਉਣੀ ਕਿਵੇਂ ਹੈ। ਤਾਂ ਮੈਂ ਵੈਨ ਡਾਇਗਰਾਮ ਬਾਰੇ ਬੇਸਿਕ ਦੱਸਦਾ, ਮੈਂ ਇਹ ਇਕੱਲਾ ਕੁਐਸਚਨ ਨਹੀਂ ਸੋਲਵ ਕਰਵਾਉਂਗਾ, ਥੋੜਾ ਜਿਹਾ ਦੱਸੂ ਵੈਨ ਡਾਇਗਰਾਮ ਬਣਾਉਣੀ ਕਿਵੇਂ ਹੈਗੀ। ਮੈਨੂੰ ਨਹੀਂ ਪਤਾ ਯਾਰ ਇਹ ਕੁਆਂਟ ਚਾਹੁੰਦਾ ਕਿ ਰੀਜ਼ਨਿੰਗ ਚਾਹੁੰਦਾ, ਪਰ ਜਿਹੋ ਜਿਹਾ ਡਾਟਾ ਹੈਗਾ ਇਹ ਕੁਆਂਟ ਦਾ ਹੀ ਡਾਟਾ ਹੈ। ਤਾਂ ਆਪਾਂ ਦੇਖਦੇ ਹਾਂ ਧਿਆਨ ਨਾਲ। ਤਾਂ ਬੱਚੇ ਵੈਨ ਡਾਇਗਰਾਮ ਬਣਾਉਣੀ ਜ਼ਰੂਰੀ ਕਿਉਂ ਹੈ? ਤੁਸੀਂ ਰੀਜ਼ਨਿੰਗ ਦੇ ਵਿੱਚ ਸਲੋਗਸ ਪੜ੍ਹਦੇ ਹੁੰਦੇ ਹੋ, ਸਿਲੋਗਿਜ਼ਮ ਕਹਿੰਦੇ, ਪਤਾ ਨਹੀਂ ਸਿਲੋਜਿਜ਼ਮ ਕਹਿੰਦੇ, ਜੋ ਵੀ ਕਹਿੰਦੇ, ਸਲੋਗਸ ਪੜ੍ਹਦੇ ਹੋ ਨਾ ਤੁਸੀਂ ਰੀਜ਼ਨਿੰਗ ਦੇ ਵਿੱਚ। ਉਹ ਸਲੋਗਸ ਦੇ ਵਿੱਚ ਤੁਸੀਂ ਗੋਲੇ ਜਿਹੇ ਬਣਾਉਣੇ ਹੁੰਦੇ ਹੋਗੇ, ਇਹੋ ਜਿਹੇ ਗੋਲੇ ਬਣਾ ਲੈਣੇ। ਇੱਕ ਆਹ ਗੋਲਾ ਬਣਾ ਲਿਆ, ਇੱਕ ਆਹ ਗੋਲਾ ਬਣਾ ਲਿਆ। ਆਮ ਤੌਰ ਤੇ ਇਹੋ ਜਿਹੇ ਗੋਲੇ ਬਣਾਏ ਤੇ ਉਹ ਗੋਲੇ ਐ ਨਹੀਂ ਕਿ ਜੇ ਦੋ, ਮੈਂ ਗੋਲੇ ਸ਼ਬਦ ਵਾਲਾ ਦੇਸੀ ਜਿਹਾ ਬੋਲੀ ਜਾਂਦਾ, ਕਿ ਤੁਸੀਂ ਦੋ ਸਰਕਲ ਜਿਹੜੇ ਬਣਾਏ ਨੇ, ਐ ਨਹੀਂ ਹੈਗਾ ਕਿ ਇੱਕ ਸਰਕਲ ਇੱਥੇ ਬਣਾ ਲਿਆ, ਇੱਕ ਪਰਾਂ ਬਣਾ ਲਿਆ। ਤੁਸੀਂ ਉਹ ਸਰਕਲ ਜੁੜੇ ਜਿਹੇ ਬਣਾਤੇ, ਵੀ ਇੱਕ ਦੂਜੇ ਦੇ ਉੱਤੇ ਚੜੇ ਵੀ ਹੋਏ ਨੇਗੇ, ਕੋਈ ਕਾਮਨ ਪੋਰਸ਼ਨ ਵੀ ਸ਼ੇਅਰ ਕਰਦੇ ਨੇ। ਆਹ ਇੱਕ ਸਰਕਲ ਹੈ, ਉਹ ਦੂਜਾ ਜਿਹੜਾ ਸਰਕਲ ਹੈ, ਤੇ ਆਹ ਉਹਨਾਂ ਦਾ ਇੱਕ ਕਾਮਨ ਪੋਰਸ਼ਨ ਵੀ ਹੈ। ਤੁਸੀਂ ਇਹੋ ਜਿਹਾ ਇੱਕ ਕਾਮਨ ਗਰਾਊਂਡ ਵੀ ਤਿਆਰ ਕਰ ਦਿੰਦੇ ਹੋਗੇ। ਤਾਂ ਇਹ ਕਾਮਨ ਗਰਾਊਂਡ ਦਾ ਮਤਲਬ ਕੀ ਹੁੰਦਾ ਹੈਗਾ ਕਿ ਭਾਈ ਪਹਿਲਾ ਸਰਕਲ ਜਿਹੜੀ ਚੀਜ਼ ਨੂੰ ਡਿਨੋਟ ਕਰਦਾ ਹੈ, ਦੂਜਾ ਸਰਕਲ ਜਿਹੜੀ ਚੀਜ਼ ਨੂੰ ਡਿਨੋਟ ਕਰਦਾ ਹੈ, ਉਹਨਾਂ ਦੇ ਵਿੱਚ ਕੁਝ ਕਾਮਨ ਵੀ ਹੈ, ਉਹਨਾਂ ਦੇ ਵਿੱਚ ਕੁਝ ਕਾਮਨ ਵੀ ਹੈ। ਤਾਂ ਮੰਨ ਲਓ ਆਪਾਂ ਦੋ ਸਬਜੈਕਟਾਂ ਦੀ ਗੱਲ ਕਰ ਲਈ, ਇਸ ਕੁਐਸਚਨ 'ਚ ਤਾਂ ਤਿੰਨ ਸਬਜੈਕਟ ਨੇ। ਮੰਨ ਲਓ ਤੁਸੀਂ ਇੰਗਲਿਸ਼ ਤੇ ਮੈਥ ਦੀ ਗੱਲ ਕਰਦੇ ਹੋ। ਹੁਣ ਮੈਂ ਜਿਹੜਾ ਆਪਣਾ ਕੁਐਸਚਨ ਕਰਨਾ ਹੈਗਾ ਉਹਦੇ ਵਿੱਚੋਂ ਬਾਹਰ ਆ ਕੇ ਕੁਝ ਸਮਝਾਉਣ ਲੱਗਿਆ ਆਪਦੀ ਐਗਜ਼ਾਮਪਲ ਦੇ ਨਾਲ। ਮੰਨ ਲਓ ਇੰਗਲਿਸ਼ ਤੇ ਮੈਥ ਦੀ ਗੱਲ ਹੋ ਰਹੀ ਹੈ, ਤੁਹਾਡੀ ਕਲਾਸ ਦੇ ਵਿੱਚ ਮੰਨ ਲਓ 100 ਬੱਚਾ ਹੈ, ਮੰਨ ਲਓ ਤੁਹਾਡੀ ਕਲਾਸ 'ਚ 100 ਬੱਚਾ ਹੈ, ਉਹ 100 ਦੇ ਵਿੱਚੋਂ 70 ਬੱਚੇ ਇੰਗਲਿਸ਼ ਦੇ ਵਿੱਚ ਪਾਸ ਹੋ ਗਏ। ਤਾਂ ਆਹ ਇੰਗਲਿਸ਼ ਦਾ ਸਰਕਲ ਹੈ, ਆਹ ਮੰਨ ਲਓ ਮੈਥ ਦਾ ਸਰਕਲ ਹੈ, 70 ਬੱਚੇ ਇੰਗਲਿਸ਼ 'ਚੋਂ ਪਾਸ ਹੋ ਗਏ। ਤਾਂ ਇਹ ਨਹੀਂ ਲਿਖਿਆ ਹੋਇਆ ਪਾਸਡ ਇਨ ਇੰਗਲਿਸ਼ ਓਨਲੀ, ਨਹੀਂ ਲਿਖਿਆ ਇੰਗਲਿਸ਼ ਦੇ ਵਿੱਚ ਪਾਸ ਹੋ ਗਏ ਤਾਂ 70 ਬੱਚੇ। ਸਾਨੂੰ ਨਹੀਂ ਪਤਾ ਕਿ ਉਹ 70 ਦੇ ਵਿੱਚੋਂ ਕੁਝ ਬੱਚੇ ਮੈਥ 'ਚ ਵੀ ਪਾਸ ਨੇ ਜਾਂ ਨਹੀਂ ਪਾਸ ਹੈਗੇ, ਸਾਨੂੰ ਨਹੀਂ ਪਤਾ। ਜਦੋਂ ਓਨਲੀ ਨਹੀਂ ਲਿਖਿਆ ਉਦੋਂ ਨਹੀਂ ਪਤਾ। 62 ਬੱਚੇ ਮੈਥ 'ਚੋਂ ਪਾਸ ਹੋ ਗਏ, ਓਨਲੀ ਇੱਥੇ ਵੀ ਨਹੀਂ ਲਿਖਿਆ, ਤਾਂ 62 ਬੱਚੇ ਮੈਥ 'ਚੋਂ ਪਾਸ ਹੋ ਗਏ। ਮਤਲਬ ਜਿਹੜਾ ਮੈਥ ਦਾ ਸਰਕਲ ਉਹ 62 ਬੱਚਿਆਂ ਦਾ, ਜਿਹੜਾ ਇੰਗਲਿਸ਼ ਦਾ ਸਰਕਲ ਉਹ 70 ਬੱਚਿਆਂ ਦਾ। ਤੇ 44 ਸਟੂਡੈਂਟਸ ਪਾਸਡ ਇਨ ਬੋਥ, 44 ਸਟੂਡੈਂਟਸ ਕੀ ਹੈ? ਪਾਸਡ ਇਨ ਬੋਥ ਸਬਜੈਕਟਸ। 44 ਬੱਚੇ ਦੋਹਾਂ ਸਬਜੈਕਟਾਂ ਦੇ ਵਿੱਚ ਪਾਸ ਹੋ ਗਏ। ਤਾਂ 44 ਬੱਚੇ ਕੀ ਹੈ? ਇੰਗਲਿਸ਼ ਵਾਲੇ ਸਰਕਲ ਦੇ ਵਿੱਚ ਵੀ ਆਉਣਗੇ, ਮੈਥ ਵਾਲੇ ਸਰਕਲ ਦੇ ਵਿੱਚ ਵੀ ਆਉਣਗੇ। ਤਾਂ ਜਿਹੜਾ ਮੈਂ ਸ਼ੇਡ ਕੀਤਾ ਹੋਇਆ ਸੀ ਇਹ 44 ਬੱਚਿਆਂ ਦਾ ਹਿੱਸਾ ਹੈਗਾ। ਤਾਂ 44 ਬੱਚੇ ਕੀ ਹੈ? ਦੋਹਾਂ ਦੇ ਵਿੱਚ ਆਉਂਦੇ ਨੇ। ਤਾਂ ਬੱਚੇ ਆ ਜਿਹੜੇ 70 ਬੱਚੇ ਨੇ, 70 ਬੱਚੇ ਕੀ ਹੈ? ਇੰਗਲਿਸ਼ ਦੇ ਵਿੱਚ ਜਿਹੜੇ ਪਾਸ ਹੋ ਗਏ, ਕੱਲੇ ਇੰਗਲਿਸ਼ ਦੇ ਵਿੱਚ ਨਹੀਂ, ਕੁੱਲ ਇੰਗਲਿਸ਼ 'ਚ ਪਾਸ ਹੋ ਗਏ। ਤੇ 62 ਬੱਚੇ
ਜਿਹੜੇ ਮੈਥ ਦੇ ਵਿੱਚ ਪਾਸ ਹੋ ਗਏ। ਕਹਿਣ ਦੇ ਮਤਲਬ ਮੈਥ ਦਾ ਪੂਰਾ ਸਰਕਲ 62 ਬੱਚਿਆਂ ਦਾ, ਇੰਗਲਿਸ਼ ਦਾ ਪੂਰਾ ਸਰਕਲ 70 ਬੱਚਿਆਂ ਦਾ। ਤਾਂ ਆਹ ਜਿਹੜਾ ਪੋਰਸ਼ਨ ਚਿੱਟਾ ਚਿੱਟਾ ਜਿਹਾ ਤੁਹਾਨੂੰ ਦਿਖਦਾ ਹੈ, ਆਹ ਇਹ ਪੋਰਸ਼ਨ ਕੀ ਹੈ? ਇਹ ਹੈਗਾ ਤਾਂ ਇੰਗਲਿਸ਼ ਦੇ ਵਿੱਚ ਹੈਗਾ ਤਾਂ ਇਹ ਪੋਰਸ਼ਨ ਇੰਗਲਿਸ਼ ਵਾਲੇ ਸਰਕਲ ਦੇ ਵਿੱਚ ਹੈ, ਪਰ ਕਿਹਦੇ ਤੋਂ ਬਾਹਰ ਹੈ? ਕਾਮਨ ਤੋਂ ਬਾਹਰ ਹੈ। ਤਾਂ ਯੈਲੋ ਪੋਰਸ਼ਨ ਕੀ ਹੈ? ਉਹ ਬੱਚੇ ਜਿਹੜੇ ਇੰਗਲਿਸ਼ 'ਚ ਤਾਂ ਪਾਸ ਹੋਏ, ਆਹ ਸਰਕਲ ਦੇ ਵਿੱਚ ਅੰਗਰੇਜ਼ੀ 'ਚ ਪਾਸ ਹੋਣ ਵਾਲੇ ਬੱਚੇ ਬੈਠੇ ਨੇ। ਤਾਂ ਯੈਲੋ ਕੀ ਹੈ? ਅੰਗਰੇਜ਼ੀ 'ਚ ਤਾਂ ਪਾਸ ਹੋਏ ਪਰ ਮੈਥ ਤੋਂ ਬਾਹਰ ਨੇ, ਮੈਥ ਵਾਲੇ ਸਰਕਲ ਤੋਂ ਬਾਹਰ ਨੇ ਨਾ। ਤਾਂ ਇਹ ਪਾਸਡ ਇਨ ਇੰਗਲਿਸ਼ ਓਨਲੀ ਇਹ ਹੈ, ਜਿਹੜੇ ਸਿਰਫ ਇੰਗਲਿਸ਼ 'ਚ ਪਾਸ ਹੋਏ ਕਿਉਂਕਿ ਮੈਥ ਤੋਂ ਬਾਹਰ ਨੇ। ਤਾਂ ਕੁੱਲ ਜੇ ਇੰਗਲਿਸ਼ 'ਚ 70 ਬੱਚੇ ਪਾਸ ਹੋਏ, ਉਹ 70 ਦੇ ਵਿੱਚੋਂ 44 ਬੱਚੇ ਦੋਹਾਂ 'ਚ ਪਾਸ ਹੋਏ ਨੇ, ਮੈਥ 'ਚ ਵੀ ਪਾਸ ਹੋਏ ਨੇ। ਤਾਂ ਓਨਲੀ ਇੰਗਲਿਸ਼ ਵਾਲੇ ਕਿੰਨੇ ਹੋਣਗੇ? 70 ਚੋਂ 44 ਮਾਈਨਸ ਕਰ ਦਿਓ, 26 ਬੱਚੇ ਓਨਲੀ ਇੰਗਲਿਸ਼ ਦੇ ਆ ਜਾਣਗੇ। ਸਾਨੂੰ ਓਨਲੀ ਇੰਗਲਿਸ਼ ਦਾ ਡਾਟਾ ਨਹੀਂ ਸੀ ਦਿੱਤਾ, ਪਰ ਅਸੀਂ ਓਨਲੀ ਇੰਗਲਿਸ਼ ਦਾ ਡਾਟਾ ਕੱਢ ਸਕਦੇ ਹਾਂ। ਹੁਣ ਮੈਂ ਥੋੜਾ ਜਿਹਾ ਇੱਕ ਚੀਜ਼ ਹੋਰ ਦੱਸਦਾ। ਇਹ ਜਦੋਂ ਆਪਾਂ ਨੂੰ ਡਾਟਾ ਦਿੱਤਾ ਹੋਇਆ, ਜਿਹਦੀ ਆਪਾਂ ਐਗਜ਼ਾਮਪਲ ਲਈਏ, ਇਹ ਤਾਂ ਡਾਟਾ ਦਿੱਤਾ ਬੱਚੇ ਸਿਰਫ 2 ਸਬਜੈਕਟਾਂ ਦਾ। ਤਾਂ 2 ਸਬਜੈਕਟਾਂ ਵਾਲੇ ਮਾਮਲੇ 'ਚ ਕੋਈ ਔਖੀ ਗੱਲ ਨਹੀਂ ਹੁੰਦੀ। ਜਿਹੜੇ ਜਵਾਕਾਂ ਦਾ ਦਿਮਾਗ ਥੋੜਾ ਜਿਹਾ ਤੇਜ਼ ਚੱਲਦਾ, ਉਹ ਬਿਨਾਂ ਵੈਨ ਡਾਇਗਰਾਮ ਤੋਂ ਵੀ ਸੌਖਾ ਕਰ ਲੈਂਦੇ ਨੇ। ਨਾ ਵੀ ਤੇਜ਼ ਚੱਲਦਾ ਹੋਵੇ ਯਾਰ, ਬਿਨਾਂ ਵੈਨ ਡਾਇਗਰਾਮ ਤੋਂ ਵੀ ਕਰ ਲੈਂਦੇ ਆ। ਪਰ ਜਦੋਂ 3 ਡਿਸਟਰੀਬਿਊਸ਼ਨਸ ਹੋਣ, ਸੋਸ਼ਲ ਸਾਇੰਸਿਸ, ਮੈਥਮੈਟਿਕਸ ਐਂਡ ਸਾਇੰਸ, ਉਦੋਂ ਸਾਨੂੰ ਵੈਨ ਡਾਇਗਰਾਮ ਬਣਾਉਣੀ ਹੀ ਪੈਂਦੀ ਹੈ। ਵੈਨ ਡਾਇਗਰਾਮ ਵਾਲੇ ਸਰਕਲ ਜੇ ਆਹ ਬਣਾਉਣੇ ਪੈਂਦੇ ਨੇ। ਇਹ ਸਰਕਲ ਬਣਾਉਣੇ ਕਿਉਂ ਜ਼ਰੂਰੀ ਹੁੰਦੇ ਨੇ? ਕਦੋਂ ਬਣਾਉਣੇ ਆ? ਉਦੋਂ ਬਣਾਉਣੇ ਆ ਜਦੋਂ 3 ਦੇ ਵਿੱਚ ਵੰਡ ਰਹੇ ਆ, ਪਰ ਕੁਝ ਕਾਮਨ ਵੀ ਸ਼ੇਅਰ ਕਰਦੇ ਆ। ਕੁਝ ਬੱਚੇ ਨੇ ਜਿਹੜੇ ਇੱਥੇ ਵੀ ਮਿਲਣਗੇ, ਇੱਥੇ ਵੀ ਮਿਲਣਗੇ। ਕੁਝ ਬੱਚੇ ਜਿਹੜੇ 3 'ਚ ਮਿਲਣਗੇ, ਕੁਝ ਬੱਚੇ ਜਿਹੜੇ ਇੱਥੇ ਤੇ ਇੱਥੇ ਮਿਲਣਗੇ। ਸੋ ਇੰਨਾ ਤਾਂ ਕੋਈ ਕਾਮਨ ਵੀ ਹੈ। ਤਾਂ ਇਸ ਕਰਕੇ ਆਪਾਂ ਵੈਨ ਡਾਇਗਰਾਮ ਬਣਾਵਾਂਗੇ ਤੇ ਕਾਮਨ ਪੋਰਸ਼ਨ ਬਣਾਵਾਂਗੇ। ਸੋ ਇਸ ਕਰਕੇ ਵੈਨ ਡਾਇਗਰਾਮ ਬਣਾਉਣੀ ਜ਼ਰੂਰੀ ਹੁੰਦੀ ਹੈ। ਹੁਣ ਮੈਂ ਆਪਣੇ ਲਈ ਐਗਜ਼ਾਮਪਲ ਮਿਟਾ ਕੇ ਇਹ ਪੂਰੇ ਦਾ ਪੂਰਾ ਕੁਐਸਚਨ ਸੋਲਵ ਕਰਵਾਉਣਾ। ਧਿਆਨ ਨਾਲ ਦੇਖ ਲਿਓ ਬੱਚੇ, ਵੈਨ ਡਾਇਗਰਾਮ ਬਹੁਤ ਈਜ਼ੀ ਹੋ ਜੂਗੀ। ਸੈਸ਼ਨ ਲਾਈਕ ਕਰ ਦਿਓ, ਸ਼ੇਅਰ ਕਰ ਦਿਓ ਤੇ ਐਕਟਿਵਲੀ ਬੈਠੇ ਜਾਇਓ। ਮਤਲਬ ਮੈਂ ਤੁਹਾਡੇ ਲਾਈਵ ਕਮੈਂਟਸ ਨਹੀਂ ਦੇਖ ਪਾਊਂਗਾ, ਪਰ ਜਦੋਂ ਇਹ ਵੀਡੀਓ ਪ੍ਰੀਮੀਅਰ ਹੋਊਗੀ ਉਦੋਂ ਮੈਂ ਨਾਲ ਬੈਠਾ ਹੋਊਂਗਾ ਤੁਹਾਡੇ। ਮੈਂ ਵੀ ਦੇਖਦਾ ਹੋਊਂਗਾ ਕਿ ਬੱਚਾ ਕੀ ਕਮੈਂਟ ਕਰ ਰਿਹਾ, ਕੀ ਬੱਚਾ ਕੀ ਡਾਊਟ ਪੁੱਛ ਰਿਹਾ ਹੈਗਾ। ਤਾਂ ਆਹ ਬੱਚੇ ਜਿਹੜੇ ਮੈਂ ਲਿਆ ਆ ਸਾਰਾ ਪੋਰਸ਼ਨ, ਆ ਜਿਹੜੀ ਚਿੱਟੀ ਜੀ ਸਪੇਸ ਦਿਖ ਰਹੀ ਹੈ, ਇਹ ਮੰਨ ਲਓ ਤੁਹਾਡੀ ਪੂਰੀ ਦੀ ਪੂਰੀ ਕਲਾਸ ਆ। ਇਹ ਪੂਰੀ ਦੀ ਪੂਰੀ ਕਲਾਸ ਹੈ, ਮਤਲਬ 450 ਕੈਂਡੀਡੇਟਸ ਇੱਥੇ ਚਿੱਟੇ 'ਚ ਬੈਠੇ ਨੇ। ਤਾਂ ਇਹ 450 ਕੈਂਡੀਡੇਟਸ ਦਾ ਹਿਸਾਬ ਕਿਤਾਬ ਕੀ ਹੋਇਆ ਕਿ ਉਹਨਾਂ ਨੇ 3 ਸਬਜੈਕਟਾਂ ਦੇ ਐਗਜ਼ਾਮ ਦਿੱਤੇ, ਸੋਸ਼ਲ ਸਾਇੰਸ, ਮੈਥ ਤੇ ਸਾਇੰਸ ਦੇ। ਪਾਸਡ ਇਨ ਆਲ ਦਾ ਸਬਜੈਕਟਸ ਕੀ ਹੈ? 167। ਤਾਂ 167 ਬੱਚੇ ਕੀ ਹੈ ਜਿਹੜੇ 3 'ਚ ਪਾਸ ਹੋ ਗਏ। ਕਹਿਣ ਦਾ ਮਤਲਬ ਜਿਹੜੇ 3 ਸਬਜੈਕਟ ਨੇ, ਉਹ ਤਾਂ ਮੈਂ ਆਹ ਸੋਸ਼ਲ ਸਾਇੰਸ ਬਣਾ ਦਿੰਦਾ, ਆਹ ਮੈਥ ਬਣਾ ਦਿੰਦਾ, ਆਹ ਸਾਇੰਸ ਬਣਾ ਦਿੰਦਾ, ਅਲੱਗ-ਅਲੱਗ ਬਣਾ ਸਕਦਾ ਸੀ। ਪਰ ਜਿਹੜੀ ਪਹਿਲੀ ਲਾਈਨ ਹੀ ਲਿਖੀ ਆ ਗਈ ਕਿ ਪਾਸਡ ਇਨ ਆਲ ਦਾ ਸਬਜੈਕਟਸ, 167 ਬੱਚੇ 3 'ਚ ਪਾਸ ਹੋ ਗਏ। ਮਤਲਬ 167 ਬੱਚੇ ਇਹੋ ਜਿਹੇ ਨੇ ਜਿਹੜੇ ਇਸ ਸਰਕਲ ਦਾ ਵੀ ਹਿੱਸਾ ਹੋਣੇ ਚਾਹੀਦੇ ਆ, ਇਹਦਾ ਵੀ ਹੋਣੇ ਚਾਹੀਦੇ ਆ, ਇਹਦਾ ਵੀ ਹੋਣੇ ਚਾਹੀਦੇ ਆ। ਮਤਲਬ ਇਹਨਾਂ ਸਰਕਲਾਂ 'ਚ ਕੁਝ ਕਾਮਨ ਹੋਵੇ ਨਾ, ਤਾਂ ਜਿਹੜਾ ਕਾਮਨ ਹੋਊਗਾ ਉੱਥੇ ਆਪਾਂ 167 ਬਿਠਾ ਦਾਂਗੇ। ਇਹੀ ਕਰਨਾ। ਸੋ ਇਸ ਕਰਕੇ ਗੋਲੇ ਕਦੇ, ਸਰਕਲ ਕਦੇ ਐ ਨਹੀਂ ਬਣਾਏ ਜਾਣਗੇ, ਸਰਕਲ ਹਮੇਸ਼ਾ ਬਣਾਏ ਜਾਣਗੇ। ਆਹ ਸੋਸ਼ਲ ਸਾਇੰਸਿਸ ਦਾ ਸਰਕਲ, ਆਹ ਪੂਰੀ ਕਲਾਸ ਹੈ ਤੁਹਾਡੀ ਬੱਚੇ 450 ਬੱਚੇ। ਆਹ ਤੁਹਾਡਾ ਮੈਥ ਦਾ ਸਰਕਲ ਹੈ, ਜਾਂ ਹੇਠਾਂ ਮੈਥ ਦਾ ਮੰਨ ਲਓ, ਉਹ ਪਰਾਂ ਤੁਹਾਡਾ ਸਾਇੰਸ ਦਾ ਸਰਕਲ ਆ ਗਿਆ। ਤਾਂ ਬੱਚੇ ਆਹ ਤੁਹਾਡੇ 3 ਸਰਕਲ ਨੇ, ਸਬਜੈਕਟਾਂ ਦੇ ਆਪਾਂ ਨਾਮ ਲਿਖ ਲੈਂਦੇ ਆ। ਆਹ ਸੋਸ਼ਲ ਸਾਇੰਸਿਸ ਹੈ, ਆਹ ਕੱਲਾ ਸਾਇੰਸ ਹੈ, ਆਹ ਤੁਹਾਡਾ ਇੱਧਰ ਲਿਖ ਲੈਂਦੇ ਆ ਮੈਥ ਹੈ। ਮੈਂ ਉਧਰ ਕਿਉਂ ਨਹੀਂ ਲਿਖਿਆ ਹੁਣੇ ਦੱਸ ਦਿੰਦਾ। ਵੈਸੇ ਤਾਂ ਇੱਕੋ ਹੀ ਗੱਲ ਸੀ, ਜਿੱਧਰ ਮਰਜ਼ੀ ਲਿਖ ਦਿਓ। ਉਧਰ ਮੈਂ ਲਿਖੂੰਗਾ ਜਿਹੜੇ ਬੱਚੇ ਸਰਕਲਾਂ ਤੋਂ ਬਾਹਰ ਹੋਣਗੇ। ਪੂਰੀ ਕਲਾਸ 'ਚ 450 ਬੱਚੇ, ਜਿਹੜੇ ਬੱਚੇ ਸਰਕਲਾਂ ਤੋਂ ਬਾਹਰ ਹੋਣਗੇ ਮਤਲਬ ਸਾਰੇ 'ਚੋਂ ਫੇਲ ਹੋ ਗਏ। ਫੇਲਡ ਇਨ ਆਲ ਦਾ ਸਬਜੈਕਟਸ 60। ਤਾਂ 60 ਬੱਚੇ ਇਹੋ ਜਿਹੇ ਨੇ, 60 ਬੱਚੇ ਇਹੋ ਜਿਹੇ ਨੇ ਜਿਹੜੇ ਮਾਂ ਦੇ ਪੁੱਤ 3 ਸਰਕਲਾਂ ਤੋਂ ਬਾਹਰ ਨੇ। ਤਾਂ ਬਾਹਰਲਾ ਜਿਹੜਾ ਪੋਰਸ਼ਨ ਆ ਉਹ 60 ਸਟੂਡੈਂਟਸ ਨੇ ਫੇਲਡ ਇਨ ਆਲ। ਆ 60 ਬੱਚੇ ਸਾਰੇ ਸਰਕਲਾਂ ਤੋਂ ਬਾਹਰ ਨੇ। ਹਾਂਜੀ, ਪਾਸਡ ਇਨ ਆਲ ਦਾ ਸਬਜੈਕਟਸ 167। ਤਾਂ ਕਿਹੜਾ ਪੋਰਸ਼ਨ ਹੈ ਦਿਖ ਰਿਹਾ ਹੈ ਸਾਰਿਆਂ ਨੂੰ, ਜਿਨ੍ਹਾਂ ਨੇ ਕਦੇ ਵੀ ਜ਼ਿੰਦਗੀ 'ਚ ਚਾਹੇ ਸਲੋਗਸ ਹੀ ਪੜ੍ਹਿਆ ਹੈਗਾ, ਚਾਹੇ ਅੱਜ ਤੱਕ ਮੈਥ ਦੇ ਵਿੱਚ ਵੈਨ ਡਾਇਗਰਾਮ ਨਹੀਂ ਪੜ੍ਹੀ, ਸਲੋਗਸ ਦੇ ਵਿੱਚ ਹੀ ਦੇਖਿਆ ਹੋਊਗਾ। ਤਾਂ ਕਿਹੜਾ ਪੋਰਸ਼ਨ ਹੈ ਪਾਸਡ ਇਨ ਆਲ ਦਾ ਸਬਜੈਕਟਸ, ਮਤਲਬ ਉਹ ਬੱਚੇ ਜਿਹੜੇ 3 ਸਰਕਲਾਂ ਦਾ ਹਿੱਸਾ ਬਣਨਗੇ। ਤਾਂ ਕਿਹੜਾ ਪੋਰਸ਼ਨ ਹੈ ਜਿਹੜਾ 3 ਸਰਕਲਾਂ ਦਾ ਹਿੱਸਾ? ਆ ਬਿਲਕੁਲ ਸੈਂਟਰ ਵਾਲਾ। ਤਾਂ 67 ਬੱਚੇ ਕੀ ਨੇ? ਇੱਥੇ ਬੈਠੇ ਨੇ। ਇਸ ਪੋਰਸ਼ਨ ਦੇ ਵਿੱਚ 67 ਬੱਚੇ, ਇਹ ਪੋਰਸ਼ਨ ਹੀ ਹੈ, ਸਿਰਫ ਇਹ ਪੋਰਸ਼ਨ ਹੈ ਜਿਹੜਾ 3 ਸਰਕਲਾਂ ਦਾ ਹਿੱਸਾ ਹੁੰਦਾ। ਕਿਉਂਕਿ ਜਿਹੜਾ ਆਹ ਪੋਰਸ਼ਨ ਹੈ, ਮੈਂ ਯੈਲੋ ਕਲਰ ਯੂਜ਼ ਕਰਨ ਲੱਗਿਆ, ਆਹ ਪੋਰਸ਼ਨ ਕੀ ਹੈ ਬੱਚੇ? ਆਹ ਪੋਰਸ਼ਨ ਹੈ ਜਿਹੜਾ ਸੋਸ਼ਲ ਸਾਇੰਸ ਤੇ ਮੈਥ ਦਾ ਤਾਂ ਕਾਮਨ ਹੈ,
ਪਰ ਸਾਇੰਸ ਤੋਂ ਬਾਹਰ ਹੈ। ਤਾਂ ਇਹ ਪੋਰਸ਼ਨ ਕੀ ਹੈ? ਪਾਸਡ ਇਨ ਸੋਸ਼ਲ ਸਾਇੰਸ ਐਂਡ ਮੈਥ ਓਨਲੀ। ਓਨਲੀ ਦਾ ਮਤਲਬ ਫਿਰ ਸਾਇੰਸ ਫੇਲ ਪੱਕਾ ਪਤਾ ਲੱਗ ਜਾਂਦਾ ਸਾਨੂੰ। ਜੇ ਉਹ ਕਾਲੇ ਵਾਲੇ ਨੂੰ ਵੀ ਯੈਲੋ 'ਚ ਇਨਕਲੂਡ ਕਰ ਲਈਏ, ਕਾਲੇ ਨੂੰ ਵੀ ਮੈਂ ਦੇਖੋ ਯੈਲੋ 'ਚ ਇਨਕਲੂਡ ਕਰ ਲੈਣਾ। ਹੁਣ ਯੈਲੋ ਵਾਲਾ ਕੀ ਹੈ? ਹੁਣ ਵਾਲਾ ਯੈਲੋ ਕੀ ਹੈ? ਪਾਸਡ ਇਨ ਸੋਸ਼ਲ ਸਾਇੰਸ ਐਂਡ ਮੈਥ। ਹੁਣ ਓਨਲੀ ਨਹੀਂ ਲਿਖਿਆ ਕਿਉਂਕਿ ਹੁਣ ਜਿਹੜਾ ਆਹ ਬੱਚਾ ਹੈਗਾ ਉਹ ਹੋ ਸਕਦਾ ਸਾਇੰਸ 'ਚ ਵੀ ਆ ਜਾਏ, ਸਾਇੰਸ 'ਚ ਵੀ ਪਾਸ ਹੋ ਜਾਏ। ਓਨਲੀ ਨਹੀਂ ਲਿਖਿਆ ਤਾਂ ਇਹ ਬਣ ਜੂਗਾ। ਤਾਂ ਸਮਝ ਆ ਗਈ ਬੱਚੇ ਇਹ ਗੱਲ? ਤਾਂ ਦੇਖੋ ਹੁਣ ਆਪਾਂ ਡਾਟਾ ਚੱਕਦੇ ਜਾਵਾਂਗੇ। ਹਾਂਜੀ, ਫੇਲਡ ਇਨ ਆਲ ਦਾ ਸਬਜੈਕਟਸ 60 ਬਾਹਰ ਲਿਖਤੇ। ਇੱਥੇ ਦੇਖੋ ਜੀ, ਪਾਸਡ ਇਨ ਸੋਸ਼ਲ ਸਾਇੰਸਿਸ ਓਨਲੀ 62 ਬੱਚੇ, 62 ਸਟੂਡੈਂਟਸ ਕੀ ਨੇ ਜਿਹੜੇ ਸਿਰਫ ਸੋਸ਼ਲ ਸਾਇੰਸ 'ਚ ਪਾਸ ਹੋਏ ਨੇ। ਤਾਂ ਸਿਰਫ ਸੋਸ਼ਲ ਸਾਇੰਸ 'ਚ ਪਾਸ ਹੋਣ ਦਾ ਮਤਲਬ 62 ਇੱਥੇ ਅੰਦਰ 62 ਲਿਖਤਾ ਤਾਂ 62 ਸੋਸ਼ਲ ਸਾਇੰਸਿਸ ਦਾ ਪੂਰਾ ਸਰਕਲ ਨਹੀਂ ਹੈਗਾ। 62 ਕੀ ਹੈ? ਜਿਹੜੇ ਸਿਰਫ ਸੋਸ਼ਲ ਸਾਇੰਸਿਸ 'ਚ ਪਾਸ ਹੋਏ ਨੇ, ਬਾਕੀਆਂ ਤੋਂ ਬਾਹਰ ਇੱਥੇ ਤੱਕ। ਆ 62 ਬੱਚੇ ਇੱਥੇ ਬੈਠੇ ਨੇ। ਸਮਝ ਆ ਗਿਆ ਬੱਚੇ ਸਾਰਿਆਂ ਨੂੰ? ਪਾਸਡ ਇਨ ਮੈਥਮੈਟਿਕਸ ਓਨਲੀ ਇਜ਼ 48। ਤਾਂ ਆ ਜਿਹੜੇ ਸਿਰਫ ਮੈਥ 'ਚ ਨੇ ਉਧਰੋਂ ਬਾਹਰ ਨੇ ਪਰ ਸਿਰਫ ਮੈਥ 'ਚ ਨੇ, ਉਹ 48 ਨੇ। ਪਾਸਡ ਇਨ ਸਾਇੰਸਿਸ ਓਨਲੀ ਇਜ਼ 52। ਤਾਂ ਆ 52 ਸਾਇੰਸ ਦੇ ਬੱਚੇ। ਪੂਰਾ ਸਾਇੰਸ ਦਾ ਸਰਕਲ ਨਹੀਂ 52 ਹੈਗਾ, ਕੱਲਾ ਉਹ ਪੋਰਸ਼ਨ ਜਿਹੜਾ ਬਾਕੀ ਦੋਨਾਂ ਸਰਕਲ ਤੋਂ ਬਾਹਰ ਹੈ ਪਰ ਸਾਇੰਸ ਦਾ ਉਹ 52 ਹੈ। ਇਸ ਤੋਂ ਬਾਅਦ ਫੇਲਡ ਇਨ ਸੋਸ਼ਲ ਸਾਇੰਸਿਸ 175 ਬੱਚੇ, 175 ਬੱਚੇ ਸੋਸ਼ਲ ਸਾਇੰਸਿਸ ਦੇ ਵਿੱਚ ਫੇਲ ਹੋ ਗਏ। ਤਾਂ 175 ਬੱਚੇ ਸੋਸ਼ਲ ਸਾਇੰਸਿਸ ਦੇ ਸਰਕਲ ਦੇ ਵਿੱਚ ਨਹੀਂ ਹੋਣਗੇ। ਤਾਂ ਸੋਸ਼ਲ ਸਾਇੰਸਿਸ ਦੇ ਸਰਕਲ ਨੂੰ ਮੈਂ ਹੋਰ ਰੰਗ ਨਾਲ ਬਣਾਉਣਾ। ਆ ਲਓ ਜੀ, ਪੀਲਾ ਰੰਗ ਦੇਤਾ ਮੈਂ ਸੋਸ਼ਲ ਸਾਇੰਸਿਸ ਦੇ ਸਰਕਲ ਨੂੰ ਕਿ ਬਾਕੀਆਂ ਤੋਂ ਅਲੱਗ ਪਛਾਣਿਆ ਜਾਵੇ। ਸੋਸ਼ਲ ਸਾਇੰਸਿਸ ਦੇ ਸਰਕਲ ਨੂੰ ਮੈਂ ਪੀਲਾ ਰੰਗ ਕਰਤਾ। ਤਾਂ ਐਗਜ਼ਾਮੀਨਰ ਕਹਿੰਦਾ ਫੇਲਡ ਇਨ ਸੋਸ਼ਲ ਸਾਇੰਸਿਸ ਕੀ ਹੈ? 175। ਤਾਂ ਬੱਚੇ ਸੋਸ਼ਲ ਸਾਇੰਸਿਸ ਦੇ ਵਿੱਚ ਫੇਲ ਹੋਣ ਦਾ ਮਤਲਬ ਕੀ ਹੈ ਕਿ ਇਸ ਸਰਕਲ ਤੋਂ ਬਾਹਰ ਨੇ ਉਹ ਸਾਰੇ ਦੇ ਸਾਰੇ 175 ਬੱਚੇ। ਤਾਂ ਇਸ ਸਰਕਲ ਤੋਂ ਬਾਹਰ ਕੀ ਹੈ? ਇੱਕ ਤਾਂ ਜਮਾ ਹੀ ਬਾਹਰ ਨੇ ਜਿਹੜੇ 60। ਹੋਰ ਕੀ ਹੈ? ਸਾਇੰਸ ਦੇ 52, ਮੈਥ 'ਚ ਪਾਸ ਹੋਣ ਵਾਲੇ 48 ਤੇ ਇੱਕ ਆਹ ਬਚ ਗਏ ਨਾ। ਇਹ ਕਿਹੜਾ ਪੋਰਸ਼ਨ ਬਚ ਗਿਆ? ਜਿਹੜੇ ਸਾਇੰਸ ਤੇ ਮੈਥ ਦੋਹਾਂ 'ਚ ਪਾਸ ਹੋਏ ਨੇ ਪਰ ਸੋਸ਼ਲ ਸਾਇੰਸਿਸ 'ਚ ਨਹੀਂ ਹੋਏ। ਤਾਂ ਇਹ ਬੱਚੇ ਕਿੰਨੇ ਆ ਜਾਣਗੇ? ਸਾਨੂੰ ਪਤਾ ਇਹ ਚਾਰੇ ਵੈਲਿਊਜ਼ 52 ਕੁਐਸਚਨ ਮਾਰਕ 48 ਤੇ 60, ਇਹ ਚਾਰੇ ਵੈਲਿਊਜ਼ ਐਡ ਕਰਕੇ 175 ਬੱਚੇ ਬਣਦੇ ਨੇ। ਤਾਂ ਬੱਚੇ ਕੀ ਬਣ ਜੂਗਾ? 52 ਪਲੱਸ 48 ਪਲੱਸ 60 ਪਲੱਸ ਉਹ ਕੁਐਸਚਨ ਮਾਰਕ ਇਜ਼ ਇਕੁਅਲ ਟੂ 175 ਬੱਚੇ। ਇਹ ਸਭ ਤੋਂ ਜ਼ਰੂਰੀ ਚੀਜ਼ ਹੈ ਇਸ ਵੈਨ ਡਾਇਗਰਾਮ ਦੀ। ਆਹ ਜਿਹੜੀ ਲਾਈਨ ਹੈ ਇਹ ਪੂਰਾ ਜਿਹੜਾ ਕੋਆਪਰੇਟਿਵ ਇੰਸਪੈਕਟਰ ਦਾ 2018 ਦਾ ਪੇਪਰ ਹੈ ਜਿਹ 'ਚ ਵੈਨ ਡਾਇਗਰਾਮ ਵਾਲਾ ਸਵਾਲ ਆਇਆ, ਉਸ ਪੂਰੇ ਸਵਾਲ ਦੀ ਇਹਦੇ ਵਿੱਚ 5 ਕੁਐਸਚਨ ਪੁੱਛੇ ਗਏ ਨੇ। ਆਹ ਸਭ ਤੋਂ ਇੰਪੋਰਟੈਂਟ ਚੀਜ਼ ਹੈ ਕਿ ਸੋਸ਼ਲ ਸਾਇੰਸਿਸ ਦੇ ਵਿੱਚ ਜਿਹੜੇ 175 ਬੱਚੇ ਫੇਲ ਹੋਏ ਨੇ, ਉਹ 175 ਫੇਲ ਹੋਣ ਦਾ ਮਤਲਬ ਸਰਕਲ ਤੋਂ ਬਾਹਰ, ਪੀਲੇ ਤੋਂ ਬਾਹਰ 4 ਚੀਜ਼ਾਂ ਨੇ। ਸਾਇੰਸ ਦੇ ਪਾਸ ਹੋਣ ਵਾਲੇ, ਮੈਥ ਦੇ ਪਾਸ ਹੋਣ ਵਾਲੇ, ਸਭ ਚੋਂ ਫੇਲ ਹੋਣ ਵਾਲੇ ਤੇ ਕੁਐਸਚਨ ਮਾਰਕ ਜਿਹੜੇ ਸਾਇੰਸ ਤੇ ਮੈਥ ਦਾ ਕਾਮਨ ਹੈ ਪਰ ਇਹ ਤੋਂ ਬਾਹਰ ਹੈ। ਤਾਂ ਇਹ ਚਾਰੇ ਵੈਲਿਊਜ਼ 175 ਬਣਨਗੇ, ਜਿਹ ਚੋਂ 3 ਦਿੱਤੀਆਂ ਨੇ ਚੌਥੀ ਨਿਕਲੇ। ਆ ਹੋ ਗਿਆ 100 ਮਾਈਨਸ ਹੋ ਗਿਆ 75, 15। ਤਾਂ ਇੱਥੇ ਬੱਚੇ ਵੈਲਿਊ ਆ ਗਈ ਤੁਹਾਡੀ 15। ਇਹ ਆ ਗਿਆ ਤੁਹਾਡਾ 15। ਇਸ ਤੋਂ ਬਿਨਾ ਅਗਲੀ ਲਾਈਨ 'ਚ ਫੇਲਡ ਇਨ ਮੈਥਮੈਟਿਕਸ 199 ਬੱਚੇ ਮੈਥ ਤੋਂ ਬਾਹਰ ਹੋਣਗੇ। ਮੈਥ ਦਾ ਪੂਰਾ ਸਰਕਲ ਜਿਹੜਾ ਦਿਖ ਰਿਹਾ ਉਹ ਤੋਂ ਬਾਹਰ 199 ਬੱਚੇ ਹੋਣੇ ਚਾਹੀਦੇ ਆ। ਤਾਂ ਉਸ ਤੋਂ ਬਾਹਰ ਕੀ ਹੈ? 62 ਹੈ, 52 ਹੈ, 60 ਵੀ ਹੈਗਾ। ਆਹ ਕੁਐਸਚਨ ਮਾਰਕ ਹੈ ਤਾਂ ਆਹ ਵੈਲਿਊ ਆ ਜਾਊਗੀ। 62 ਤੇ 52 ਹੋ ਗਿਆ 6 5 11 114 ਤੇ 60 ਹੋ ਗਿਆ 174। 199 ਚੋਂ 174 ਕੱਢੋ ਬੱਚੇ, 25 ਬੱਚੇ ਇੱਥੇ ਆ ਜਾਣਗੇ। ਉਸੇ ਤਰ੍ਹਾਂ ਫੇਲਡ ਇਨ ਸਾਇੰਸਿਸ 191 ਬੱਚਾ ਸਾਇੰਸ 'ਚ ਉੱਡ ਗਿਆ, ਮਤਲਬ ਸਾਇੰਸ ਤੋਂ ਬਾਹਰ ਹੈ। ਸਾਇੰਸ ਦਾ ਸਰਕਲ ਜਿਹੜਾ ਤੁਹਾਨੂੰ ਦਿਖ ਰਿਹਾ ਹੈ 191 ਬੱਚੇ ਉਹ ਤੋਂ ਬਾਹਰ ਨੇ। ਤਾਂ ਉਸ ਤੋਂ ਬਾਹਰ ਆ 4 ਵੈਲਿਊਜ਼ ਨੇ, ਇੱਕ 62, ਇੱਕ 48, ਇੱਕ 60। ਤਾਂ 6 ਤੇ 4 10 ਤੇ 1 11 ਤੇ 60 170 ਹੋ ਗਿਆ। 191 ਚੋਂ 170 ਕੱਢਿਆ ਤਾਂ 21 ਬੱਚਾ ਇੱਥੇ ਆ ਜਾਊਗਾ। ਤਾਂ ਇਸ ਤਰ੍ਹਾਂ ਬੱਚੇ ਅਸੀਂ ਸਾਰੀਆਂ ਵੈਲਿਊਜ਼ ਲੈ ਆਏ। ਜਿਹੜੇ ਬੱਚੇ ਕਿਸੇ ਚੋਂ ਨਹੀਂ ਪਾਸ ਹੋਏ ਉਹ ਤਾਂ 60 ਬਾਹਰ ਹੈਗੇ ਹੀ ਨੇ। ਜਿਹੜੇ ਪਾਸ ਹੋਏ ਉਹ ਤਿੰਨਾਂ ਸਬਜੈਕਟਾਂ ਚੋਂ ਕਿਵੇਂ ਪਾਸ ਹੋਏ? ਜੇ ਆਪਾਂ ਹੁਣ ਸੋਸ਼ਲ ਸਾਇੰਸਿਸ ਦੇ ਕੁੱਲ ਬੱਚੇ ਪਾਸ ਹੋਏ ਕੱਢਣੇ ਆ ਤਾਂ ਆਹ 62 ਸੋਸ਼ਲ ਸਾਇੰਸਿਸ ਚੋਂ ਪਾਸ ਹੋਣ ਵਾਲੇ ਟੋਟਲ ਨਹੀਂ ਹੈਗੇ। 62 ਬੱਚੇ ਅੰਦਰ ਇਸ ਪੋਰਸ਼ਨ 'ਚ ਲਿਖੇ ਆ ਜਿਹੜੇ ਸਿਰਫ ਸੋਸ਼ਲ ਸਾਇੰਸਿਸ ਚੋਂ ਪਾਸ ਹੋਏ ਨੇ ਓਨਲੀ। ਪਰ ਜੇ ਐਗਜ਼ਾਮੀਨਰ ਸਾਨੂੰ ਕੁਐਸਚਨ ਪੁੱਛੇ ਕਿ ਨੰਬਰ ਆਫ ਸਟੂਡੈਂਟਸ ਹੂ ਆਰ ਪਾਸਡ ਇਨ ਸੋਸ਼ਲ ਸਾਇੰਸ ਓਨਲੀ ਨਹੀਂ ਲਿਖਿਆ ਤਾਂ ਮਤਲਬ ਸੋਸ਼ਲ ਸਾਇੰਸ 'ਚ ਪਾਸ ਹੋਣ ਵਾਲੇ ਬੱਚੇ ਜਿਹੜੇ ਬਾਕੀਆਂ 'ਚੋਂ ਵੀ ਚਾਹੇ ਪਾਸ ਹੋਣ ਚਾਹੇ ਫੇਲ ਹੋਣ ਮਤਲਬ ਨਹੀਂ ਹੈਗਾ। ਤਾਂ ਬੱਚੇ ਆ ਪੂਰਾ ਸਰਕਲ ਤਾਂ ਆਨਸਰ ਆ ਜਾਊਗਾ 62 + 25 + 67 + 21 6 12 13 128 25 21
46 128 46 28 174 ਬੱਚੇ ਆ ਜਾਣਗੇ। ਤਾਂ ਸੋਸ਼ਲ ਸਾਇੰਸਿਸ ਦੇ ਕੁੱਲ 174 ਬੱਚੇ ਆ ਜਾਣਗੇ ਪਾਸ ਹੋਣ ਵਾਲੇ। ਤਾਂ ਇਸ ਤਰ੍ਹਾਂ ਸਾਨੂੰ ਕੋਈ ਵੀ ਸਵਾਲ ਪੁੱਛਿਆ ਜਾਊਗਾ, ਇਹਦੇ ਵਿੱਚੋਂ ਅਸੀਂ ਹੱਲ ਕਰ ਸਕਦੇ ਹਾਂਗੇ। ਤਾਂ ਇਹ ਪਲੀਜ਼ ਬੱਚੇ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਦੱਸਦੇ ਜਾਇਓ ਕਿ ਕੁਝ ਚੀਜ਼ਾਂ ਪੱਲੇ ਪਈਆਂ। ਮੈਂ ਉਮੀਦ ਕਰਦਾ ਕਿ ਕਾਫੀ ਬੱਚਿਆਂ ਨੂੰ ਕਾਫੀ ਕੁਝ ਸਮਝ ਆ ਗਿਆ ਹੋਊਗਾ। ਸਟਿਲ ਇਨ ਕੇਸ ਜੇ ਕੁਝ ਬੱਚਿਆਂ ਨੂੰ ਘੱਟ ਸਮਝ ਆ ਰਿਹਾ, ਮਤਲਬ ਸਮਝ ਆ ਰਿਹਾ ਪਰ ਫਿਰ ਵੀ ਕਿਤੇ ਨਾ ਕਿਤੇ ਅੜ ਰਹੇ ਨੇ, ਉਹ ਬੱਚੇ ਦੁਬਾਰਾ ਇਹ ਵੀਡੀਓ ਦੇਖ ਸਕਦੇ ਨੇ, ਉਹਦੇ ਵਿੱਚੋਂ ਇਹ ਸਮਝ ਜਾਣਗੇ। ਤਾਂ ਇਹ ਪੂਰੇ ਦਾ ਪੂਰਾ ਡਾਟਾ ਮੈਂ ਅਗਲੀ ਸਕਰੀਨ ਤੇ ਬਣਾ ਕੇ ਲਿਆਇਆ ਕਿਉਂਕਿ ਇੱਥੇ ਆਪਣੇ ਕੋਲ ਸਪੇਸ ਘੱਟ ਬਚਣੀ ਸੀ ਕੈਲਕੂਲੇਸ਼ਨ ਕਰਨ ਲਈ। ਇਸ ਕਰਕੇ ਆ ਸਾਰੀਆਂ ਸੇਮ ਵੈਲਿਊਜ਼ ਮੈਂ ਇੱਥੇ ਲਿਖ ਲਿਆ ਆ। ਫੇਲਡ ਇਨ ਆਲ ਦਾ ਸਬਜੈਕਟਸ ਕੀ ਹੈ 60 ਬੱਚੇ, ਸੋਸ਼ਲ ਸਾਇੰਸਿਸ ਦੇ 62 ਹੀ ਸੀਗੇ। ਆ ਦੇਖੋ ਸੌਰੀ ਸੋਸ਼ਲ ਸਾਇੰਸਿਸ ਦੇ 62 ਸੀਗੇ, ਸਾਇੰਸ ਦੇ 52, ਮੈਥ ਦੇ 48। ਤਾਂ ਉਵੇਂ ਹੀ ਮੈਂ ਬਣਾ ਲਿਆ ਹੈ ਸਾਇੰਸ ਦੇ 52, ਮੈਥ ਦੇ 48, ਆ ਕਾਮਨ 167 21 25 15 ਆਪਾਂ ਕੈਲਕੂਲੇਟ ਕਰ ਲਿਆ ਸੀ। ਤਾਂ ਇਹ ਬੱਚੇ ਆਪਾਂ ਵੈਲਿਊਜ਼ ਕੱਢ ਲਈਆਂ ਸੀ ਸਾਰੀ ਦੇ ਸਾਰੀਆਂ। ਤਾਂ ਇਹ ਮੈਂ ਇਸ ਕਰਕੇ ਬਣਾ ਲਿਆ ਹੈ ਕਿ ਜਿਹੜੀ ਹੁਣ ਅਗਲੇ 5 ਕੁਐਸਚਨ ਆਪਾਂ ਸੋਲਵ ਕਰਨੇ ਉਹਨਾਂ 5 ਦੀ ਜਿਹੜੀ ਕੈਲਕੂਲੇਸ਼ਨ ਹੋਊਗੀ ਉਹ ਆਪਾਂ ਇੱਥੇ ਕਿਤੇ ਕਰ ਸਕੀਏ। ਪਿਛਲੀ ਸਲਾਈਡ ਤੇ ਜਿੱਥੇ ਆਪਾਂ ਐਕਚੁਅਲ 'ਚ ਇਹ ਵੈਲਿਊਜ਼ ਕੈਲਕੂਲੇਟ ਕੀਤੀਆਂ ਜਦੋਂ ਮੈਂ ਤੁਹਾਨੂੰ ਸਮਝਾਇਆ, ਉੱਥੇ ਆਪਣੇ ਕੋਲ ਬਹੁਤੀ ਸਪੇਸ ਨਹੀਂ ਸੀ ਬਚਣੀ, ਇਸ ਕਰਕੇ ਮੈਂ ਅਗਲੀ ਸਲਾਈਡ ਤੇ ਲੈ ਆਇਆ। ਹੁਣ ਆਪਾਂ ਕੱਲਾ ਕੁਐਸਚਨ ਕਰਦੇ ਹਾਂ ਬੱਚੇ। ਪਹਿਲਾ ਹੁਣ ਪੰਜੇ ਦੇ ਪੰਜੇ ਕੁਐਸਚਨ ਬਹੁਤ ਸੌਖੇ ਹੋ ਗਏ। ਹਾਊ ਮੈਨੀ ਸਟੂਡੈਂਟਸ ਫੇਲਡ ਇਨ ਸੋਸ਼ਲ ਸਾਇੰਸਿਸ ਓਨਲੀ। ਫੇਲਡ ਇਨ ਸੋਸ਼ਲ ਸਾਇੰਸਿਸ ਓਨਲੀ ਦਾ ਮਤਲਬ ਕੀ ਹੈ? ਉਹ ਬੱਚੇ ਜਿਹੜੇ ਸੋਸ਼ਲ ਸਾਇੰਸ ਚੋਂ ਹੀ ਸਿਰਫ ਫੇਲ ਹੋਏ ਨੇ, ਬਾਕੀਆਂ ਚੋਂ ਨਹੀਂ ਹੋਏ। ਤਾਂ ਉਹ ਬੱਚੇ ਜਿਹੜੇ ਮੈਥ ਤੇ ਸਾਇੰਸ ਦੇ ਵਿੱਚ ਪਾਸ ਹੋਏ ਨੇ ਪਰ ਸੋਸ਼ਲ ਸਾਇੰਸ ਚੋਂ ਫੇਲ ਹੋਏ ਨੇ। ਕਹਿਣ ਦਾ ਮਤਲਬ ਆਪਾਂ ਕੀ ਕੈਲਕੂਲੇਟ ਕਰਨਾ ਹੈ? ਉਹ ਬੱਚੇ ਜਿਹੜੇ ਮੈਥ ਤੇ ਸਾਇੰਸ ਦੇ ਸਰਕਲ ਚ ਆਉਣਗੇ, ਕਿਉਂਕਿ ਸਰਕਲ ਦਾ ਮਤਲਬ ਪਾਸ ਵਾਲੇ ਬੱਚੇ ਹੈ ਨਾ। ਤਾਂ ਉਹ ਬੱਚੇ ਜਿਹੜੇ ਮੈਥ ਤੇ ਸਾਇੰਸ ਦੇ ਵਿੱਚ ਤਾਂ ਆਉਣਗੇ ਪਰ ਸੋਸ਼ਲ ਸਾਇੰਸ ਤੋਂ ਬਾਹਰ ਹੋਣਗੇ। ਤਾਂ ਮੈਥ ਤੇ ਸਾਇੰਸ ਦੇ ਤਾਂ ਵਿੱਚ ਆਉਣਗੇ ਪਰ ਸੋਸ਼ਲ ਸਾਇੰਸ ਤੋਂ ਬਾਹਰ ਹੋਣਗੇ। ਤਾਂ 15 ਬੱਚੇ ਆਨਸਰ ਆ ਜਾਊਗਾ ਬੱਚੇ ਇਸ ਕੁਐਸਚਨ ਦਾ। ਤਾਂ ਇਸ ਕੁਐਸਚਨ ਦਾ ਆਨਸਰ ਤੁਸੀਂ ਦੇਖੋ ਫਸਟ ਆਪਸ਼ਨ 15 ਬੱਚੇ। ਸਮਝ ਆ ਗਿਆ ਜੀ ਸਾਰਿਆਂ ਨੂੰ? ਅਗਲਾ ਕੁਐਸਚਨ ਦੇਖੋ ਬੱਚੇ, ਹਾਊ ਮੈਨੀ ਸਟੂਡੈਂਟਸ ਫੇਲਡ ਇਨ ਵਨ ਸਬਜੈਕਟ ਓਨਲੀ। ਉਹ ਬੱਚੇ ਜਿਹੜੇ ਸਿਰਫ ਇੱਕ ਸਬਜੈਕਟ 'ਚ ਫੇਲ ਹੋਏ ਨੇ, ਉਹ ਚਾਹੇ ਆਪਣੇ ਸਾਇੰਸ 'ਚ ਫੇਲ ਹੋਏ ਹੋਣ, ਚਾਹੇ ਮੈਥ 'ਚ, ਚਾਹੇ ਸੋਸ਼ਲ ਸਾਇੰਸਿਸ ਦੇ ਵਿੱਚ ਇੱਕ 'ਚ ਫੇਲ ਹੋਏ ਹੋਣ, ਬਾਕੀ ਦੋਹਾਂ 'ਚ ਪਾਸ ਹੋਏ ਹੋਣ। ਤਾਂ ਜਿਵੇਂ ਪਿਛਲਾ ਕੁਐਸਚਨ ਹੈ ਉਹ ਵੀ ਤਾਂ ਫੇਲਡ ਇਨ ਇੱਕ ਵਨ ਸਬਜੈਕਟ ਹੈ ਨਾ। ਆਪਾਂ ਨੂੰ ਅਗਲਾ ਜਿਹੜਾ ਕੁਐਸਚਨ ਪੁੱਛਿਆ ਗਿਆ ਮੈਂ ਦਿਖਾ ਦਿੰਦਾ ਦੁਬਾਰੇ, ਫੇਲਡ ਇਨ ਵਨ ਸਬਜੈਕਟ ਓਨਲੀ। ਉਹ ਵਨ ਨਹੀਂ ਮੈਂਸ਼ਨ ਕੀਤਾ, ਕਹਿੰਦਾ ਸਾਰਿਆਂ 'ਚੋਂ ਹੀ ਦੱਸੋ ਜਿਹੜੇ ਇੱਕ ਸਬਜੈਕਟ 'ਚੋਂ ਫੇਲ ਹੋਏ ਨੇ। ਤਾਂ ਜਿਹੜਾ ਪਿਛਲਾ ਕੁਐਸਚਨ ਆਪਾਂ 15 ਕੱਢਿਆ ਉਹ ਫੇਲਡ ਇਨ ਸੋਸ਼ਲ ਸਾਇੰਸਿਸ ਹੈ। ਇਸੇ ਤਰ੍ਹਾਂ ਫੇਲਡ ਇਨ ਮੈਥ ਪਤਾ ਲੱਗ ਜੂ, ਜਿਹੜੇ ਸੋਸ਼ਲ ਸਾਇੰਸ ਤੇ ਸਾਇੰਸ ਦੇ ਵਿੱਚ ਆਉਣਗੇ ਪਰ ਮੈਥ ਤੋਂ ਬਾਹਰ ਹੋਣਗੇ, ਉਹ ਫੇਲਡ ਇਨ ਵਨ ਸਬਜੈਕਟ ਹੈ ਮੈਥ। ਫਿਰ ਫੇਲਡ ਇਨ ਸਾਇੰਸ ਵੀ ਪਤਾ ਲੱਗ ਜੂਗਾ। ਤਾਂ ਕਿੰਨੇ ਬੱਚੇ ਨੇ? 15 21 ਤੇ 25, 21 25 46 ਤੇ 15 61 ਬੱਚੇ ਜਿਹੜੇ ਇੱਕ ਸਬਜੈਕਟ 'ਚ ਫੇਲ ਹੋਏ ਨੇ। ਦੋ ਦੇ ਆ 21 ਬੱਚੇ ਕੀ ਹੈ ਜਿਹੜੇ ਸੋਸ਼ਲ ਸਾਇੰਸ ਤੇ ਮੈਥ ਦੇ ਵਿੱਚ ਆਉਂਦੇ ਆ, ਇਹਨਾਂ 'ਚ ਪਾਸ ਹੋਇਆ ਪਰ ਸਾਇੰਸ ਦੇ ਸਰਕਲ ਤੋਂ ਬਾਹਰ ਨੇ, ਮਤਲਬ ਇੱਕ 'ਚੋਂ ਫੇਲ ਹੋਇਆ। ਆ ਇੱਕ 'ਚੋਂ ਫੇਲ ਹੋਇਆ 15, ਆ ਇੱਕ 'ਚੋਂ ਫੇਲ ਹੋਇਆ 25। ਤਾਂ ਇਹ ਕਿੰਨੇ ਆ ਗਏ? 25 ਤੇ 15 40 ਤੇ 21 61। ਤਾਂ ਆਪਸ਼ਨ ਦੇਖੋ ਬੱਚੇ 61 ਸਟੂਡੈਂਟਸ, ਸੀ ਆਪਸ਼ਨ ਤੁਹਾਡਾ ਆਨਸਰ ਆ ਜਾਊਗਾ ਇਸ ਕੁਐਸਚਨ ਦਾ। ਇੰਨਾ ਕੁ ਸਿੰਪਲ ਕੁਐਸਚਨ ਹੈ ਬੱਚੇ, ਕੱਢਣ ਪਾਉਣ ਨੂੰ ਹੋਰ ਕੁਛ ਨਹੀਂ ਹੈਗਾ ਇਹਨਾਂ ਸਵਾਲਾਂ ਦੇ ਵਿੱਚ। ਦੇਖ ਕੇ ਪਤਾ ਦੇਖ ਕੇ ਜੇ ਇੱਕ ਵਾਰ ਜ਼ਰੂਰ ਲੱਗਦਾ ਕਿ ਆ ਪਤਾ ਨਹੀਂ ਕਿੰਨੀ ਕੁ ਲੰਬੀ ਸਟੇਟਮੈਂਟ ਦੇਤੀ ਐਗਜ਼ਾਮੀਨਰ ਨੇ, ਇੰਨਾ ਡਾਟਾ ਦੇਤਾ, ਇਹਦੀ ਕੀ ਹੀ ਵੈਨ ਡਾਇਗਰਾਮ ਬਣੂ। ਜੇ ਕੋਈ ਬੱਚਾ ਕਿਤੇ ਸੋਲੂਸ਼ਨ ਦੇਖਦਾ ਕਿ ਆਹ ਵੈਨ ਡਾਇਗਰਾਮ ਜੀ ਬਣਾ ਕੇ ਦੇਤੀ, ਕਿਵੇਂ ਬਣੀਆਂ, ਵੈਲਿਊਜ਼ ਕਿਵੇਂ ਆਈਆਂ, ਦੇਖਦਿਆਂ ਹੋ ਸਕਦਾ ਕਾਫੀ ਬੱਚਿਆਂ ਨੂੰ ਡਰ ਲੱਗਿਆ ਹੋਵੇ, ਪਰ ਕੱਢਣ ਪਾਉਣ ਨੂੰ ਬਹੁਤਾ ਕੁਛ ਨਹੀਂ ਹੈਗਾ। ਤੁਸੀਂ ਦੇਖੋ ਹੁਣ ਇੱਕ ਵਾਰ ਜਦੋਂ ਆ ਫਿਗਰਸ ਕੱਢ ਲੀਆਂ ਤੁਸੀਂ, ਫਿਰ ਕੱਲਾ ਕੁਐਸਚਨ 10-10 ਸਕਿੰਟਾਂ ਦੇ ਵਿੱਚ ਅਸੀਂ ਮਾਰਕ ਕਰਦੇ ਜਾਂਦੇ, ਐਡੀ ਛੇਤੀ ਹੱਲ ਹੁੰਦਾ। ਹਾਊ ਮੈਨੀ ਸਟੂਡੈਂਟਸ ਪਾਸਡ ਇਨ ਮੈਥਸ ਐਂਡ ਐਟ ਲੀਸਟ ਵਨ ਮੋਰ ਸਬਜੈਕਟ। ਅੰਗਰੇਜ਼ੀ 'ਚ ਐਗਜ਼ਾਮੀਨਰ ਕੀ ਕਹਿੰਦਾ ਕਿ ਕਿੰਨੇ ਬੱਚੇ ਨੇ ਜਿਹੜੇ ਮੈਥ 'ਚ ਵੀ ਪਾਸ ਹੋਏ ਹੋਣ ਤੇ ਇੱਕ ਹੋਰ ਸਬਜੈਕਟ ਦੇ ਵਿੱਚ ਪਾਸ ਹੋਏ ਹੋਣ। ਇੱਕ ਹੋਰ ਨਹੀਂ ਲਿਖਿਆ, ਆਹ ਸ਼ਬਦ ਲਿਖਿਆ ਬੱਚੇ, ਸਭ ਤੋਂ ਇੰਪੋਰਟੈਂਟ ਸ਼ਬਦ। ਇਹਦੇ ਵਿੱਚ ਗਲਤੀ ਦੇ ਸਭ ਤੋਂ ਜ਼ਿਆਦਾ ਚਾਂਸ ਨੇ। ਐਟ ਲੀਸਟ ਦਾ ਮਤਲਬ ਹੁੰਦਾ ਪੰਜਾਬੀ 'ਚ, ਐਟ ਲੀਸਟ ਦਾ ਮਤਲਬ ਹੁੰਦਾ ਘੱਟੋ ਘੱਟ ਇੱਕ ਹੋਰ ਦੇ ਵਿੱਚੋਂ, ਮੈਥ 'ਚੋਂ ਤਾਂ ਪਾਸ ਹੋਏ ਹੋਣ ਐਂਡ ਘੱਟੋ ਘੱਟ ਇੱਕ ਹੋਰ ਦੇ ਵਿੱਚੋਂ ਪਾਸ ਹੋਏ ਹੋਣ। ਤਾਂ ਘੱਟੋ ਘੱਟ ਦਾ ਮਤਲਬ ਇਹ ਨਹੀਂ ਹੈਗਾ ਕਿ ਮੈਥ ਦੇ ਵਿੱਚ ਪਲੱਸ ਇੱਕ ਹੋਰ ਦੇ ਵਿੱਚ। ਐਟਲੀਸਟ ਜਦੋਂ ਲਿਖਿਆ ਤਾਂ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਮੈਥ ਪਲੱਸ ਸਾਇੰਸ ਜਾਂ ਮੈਥ ਪਲੱਸ ਸੋਸ਼ਲ ਸਾਇੰਸ, ਇਹਦਾ ਮਤਲਬ ਇਹ ਨਹੀਂ ਹੈਗਾ। ਘੱਟੋ ਘੱਟ ਦਾ ਮਤਲਬ ਹੈ ਕਿ ਮੈਥ ਦੇ ਵਿੱਚ ਤਾਂ ਪਾਸ ਹੋਏ ਹੋਣ, ਮੈਥ ਦੇ ਨਾਲ ਕਿਸੇ ਇੱਕ ਸਬਜੈਕਟ 'ਚੋਂ ਪਾਸ ਹੋਏ ਹੋਣ, ਚਾਹੇ ਦੋਨਾਂ 'ਚੋਂ ਵੀ ਹੋਏ ਹੋਣ, ਉਹ ਵੀ ਕੰਸੀਡਰ ਕਰਨਾ ਕਿ ਦੋਨਾਂ 'ਚੋਂ ਪਾਸ ਹੋਏ ਨੇ, ਮਤਲਬ ਤਿੰਨਾਂ ਸਬਜੈਕਟਾਂ 'ਚ ਹੋ ਗਿਆ ਨਾ। ਮੈਥ ਦੀ ਤਾਂ ਕੰਡੀਸ਼ਨ ਹੈਗੀ ਆ ਪਾਸ ਹੋਣ ਦੀ, ਘੱਟੋ ਘੱਟ ਇੱਕ ਦਾ ਮਤਲਬ ਦੋਨਾਂ 'ਚੋਂ ਵੀ ਪਾਸ ਹੋਏ ਹੋਣ, ਸਾਇੰਸ ਤੇ ਸੋਸ਼ਲ ਸਾਇੰਸ, ਉਹ ਵੀ ਚੱਲੂਗਾ। ਤਾਂ ਉਹ ਸਾਰੇ ਬੱਚੇ ਜਿਹੜੇ ਮੈਥ 'ਚ ਤਾਂ ਪਾਸ ਹੋਏ ਨੇ, ਮੈਥ ਦੇ ਨਾਲ ਚਾਹੇ ਤਾਂ ਸਾਇੰਸ 'ਚੋਂ ਹੋਏ ਨੇ,
ਚਾਹੇ ਮੈਥ ਦੇ ਨਾਲ ਸੋਸ਼ਲ ਸਾਇੰਸ 'ਚ ਹੋਏ ਨੇ, ਚਾਹੇ ਮੈਥ ਦੇ ਨਾਲ ਬਾਕੀ ਦੋਨਾਂ 'ਚੋਂ ਵੀ ਹੋਏ ਨੇ। ਤਾਂ ਉਹ ਕਿੰਨੇ ਬੱਚੇ ਨੇ ਬੱਚੇ, ਧਿਆਨ ਨਾਲ ਦੇਖੋ। ਤਾਂ ਮੈਥ ਦੇ ਨਾਲ ਸਾਇੰਸ 'ਚ ਪਾਸ ਹੋਣ ਵਾਲੇ 15, ਮੈਥ ਦੇ ਨਾਲ ਸੋਸ਼ਲ ਸਾਇੰਸ 'ਚ ਪਾਸ ਹੋਣ ਵਾਲੇ 21, ਮੈਥ ਦੇ ਨਾਲ ਬਾਕੀ ਦੋਨਾਂ 'ਚ ਪਾਸ ਹੋਣ ਵਾਲੇ 167। 21 ਤੇ 15 ਹੁੰਦਾ 36। 167 ਦੇ ਵਿੱਚ 36 ਜੋੜੋਗੇ ਤਾਂ 303 ਆ ਜਾਊਗਾ ਬੱਚੇ। ਦੇਖੋ ਆਪਸ਼ਨ ਪਿਆ 303। ਅੰਗਰੇਜ਼ੀ ਸਮਝਣੀ ਆ ਬਸ, ਐਗਜ਼ਾਮੀਨਰ ਕੀ ਕਹਿ ਰਿਹਾ, ਸੈਕਿੰਡ ਆਪਸ਼ਨ ਪਿਆ ਜੀ 303। ਇੰਨਾ ਕੁ ਸੌਖਾ ਸਵਾਲ ਹੋ ਜਾਊਗਾ, 5-5 ਸਕਿੰਟ ਲੱਗਣੇ ਨਹੀਂ ਆਪਣੇ, ਤਾਂ 5-10 ਸਕਿੰਟ ਲੱਗ ਰਹੇ ਨੇ। ਜਿਹੜਾ ਆਪਾਂ ਰਿਮੋਟ ਦੇ ਨਾਲ 3 ਸਲਾਈਡਾਂ ਪਿੱਛੇ ਜਾਣਾ, 4 ਸਲਾਈਡਾਂ ਪਿੱਛੇ ਜਾਣਾ, ਫਿਰ ਆ ਕੇ ਆਨਸਰ ਮਾਰਕ ਕਰਨਾ ਹੈਗਾ। ਇੰਨਾ ਵੀ ਨਹੀਂ ਸਮਾਂ ਲੱਗਣਾ। ਜਦੋਂ ਤੁਸੀਂ ਪੇਪਰ ਦੇ ਵਿੱਚ ਕੁਐਸਚਨ ਕਰੋਗੇ ਉਦੋਂ ਕੁਐਸਚਨ ਵੀ ਉੱਥੇ ਪੜ੍ਹ ਰਹੇ ਹੋ, ਰਫ ਵਰਕ ਵੀ ਉੱਥੇ ਨੇੜੇ ਕੀਤਾ, ਵੈਨ ਡਾਇਗਰਾਮ ਵੀ ਉੱਥੇ ਬਣਾਈ ਹੋਈ ਹੈ, ਤਾਂ ਉੱਥੇ ਤਾਂ 2 ਜਾਂ 4 ਸਕਿੰਟ ਲੱਗਣਗੇ। ਮਾਰਕ ਕਰਨ ਲਈ 1-ਅੱਧਾ ਸਕਿੰਟ ਉੱਤੇ ਜੋੜ ਲਓ, 5-7 ਸਕਿੰਟ ਦੀ ਖੇਡ ਹੈ ਸਾਰੀ। ਵੈਨ ਡਾਇਗਰਾਮ ਬਣਾਉਣ ਤੱਕ ਤੁਹਾਡਾ 3 ਤੋਂ 4 ਮਿੰਟ ਦਾ ਸਮਾਂ ਲੱਗ ਸਕਦਾ ਹੈ। 3 ਤੋਂ 4 ਮਿੰਟ ਲੱਗ ਸਕਦੇ ਵੈਨ ਡਾਇਗਰਾਮ ਬਣਾਉਣ ਲਈ। ਬਹੁਤ ਜ਼ਿਆਦਾ ਕਹਤੇ 3-4 ਮਿੰਟ, 2-2.5 ਮਿੰਟ ਦੀ ਕਹਾਣੀ, ਫਿਰ ਵੀ 4 ਮਿੰਟ ਲੱਗ ਗਏ। 1 ਮਿੰਟ 'ਚ ਤੁਸੀਂ 5 ਕੁਐਸਚਨ ਕਰ ਦੋਗੇ, 5 ਦੇ 5 ਤਾਂ 5 ਮਿੰਟ ਹੋ ਗਏ। 5 ਮਿੰਟਾਂ 'ਚ 5 ਨੰਬਰ ਪੱਕੇ ਹੋ ਗਏ। ਜੇ ਕਿਸੇ ਬੱਚੇ ਨੂੰ ਔਖਾ ਵੀ ਲੱਗਦਾ ਜਦੋਂ ਆਪਾਂ 4 ਮਿੰਟ 'ਚ ਵੈਨ ਡਾਇਗਰਾਮ ਮੰਨ ਰਹੇ ਹਾਂਗੇ। ਅਗਲਾ ਕੁਐਸਚਨ, ਹਾਊ ਮੈਨੀ ਸਟੂਡੈਂਟਸ ਫੇਲਡ ਇਨ 2 ਸਬਜੈਕਟਸ ਓਨਲੀ। ਐਗਜ਼ਾਮੀਨਰ ਕਹਿੰਦਾ ਕਿੰਨੇ ਬੱਚੇ ਨੇ ਜਿਹੜੇ ਸਿਰਫ 2 ਸਬਜੈਕਟਾਂ 'ਚ ਫੇਲ ਹੋਇਆ। 2 ਸਬਜੈਕਟਾਂ 'ਚ ਫੇਲ ਹੋਣ ਦਾ ਮਤਲਬ ਤੀਜੇ 'ਚ ਪਾਸ ਹੋਣਾ। ਓਨਲੀ ਲਿਖਤਾ ਨਾ, ਮਤਲਬ ਤੀਜੇ 'ਚ ਨਹੀਂ ਹੋਏ, ਤੀਜੇ 'ਚ ਪਾਸ ਹੋਣਾ। ਮਤਲਬ 1 ਸਬਜੈਕਟ 'ਚ ਪਾਸ, 2 'ਚ ਫੇਲ। ਉਹ ਚਾਹੇ ਮੈਥ 'ਚ ਪਾਸ, ਬਾਕੀ ਦੋਨਾਂ 'ਚ ਫੇਲ, ਚਾਹੇ ਸਾਇੰਸ 'ਚ ਪਾਸ, ਬਾਕੀ ਦੋਨਾਂ 'ਚ ਫੇਲ, ਚਾਹੇ ਸੋਸ਼ਲ ਸਾਇੰਸਿਸ 'ਚ ਪਾਸ, ਬਾਕੀ ਦੋਨਾਂ 'ਚ ਫੇਲ। ਤਾਂ ਤਿੰਨਾਂ ਸਬਜੈਕਟਾਂ ਦਾ ਜੋੜ ਕੇ ਦੱਸਣਾ ਆਪਾਂ ਆਨਸਰ। ਹਾਂਜੀ ਬੱਚੇ, ਸੋਸ਼ਲ ਸਾਇੰਸਿਸ 62 ਬੱਚੇ ਪਾਸ ਹੋ ਗਏ, ਬਾਕੀ ਦੋਨਾਂ 'ਚ ਫੇਲ। 48 ਬੱਚੇ ਮੈਥ 'ਚ ਪਾਸ, ਬਾਕੀ ਦੋਨਾਂ 'ਚੋਂ ਫੇਲ। 52 ਬੱਚੇ ਸਾਇੰਸਿਸ 'ਚ ਪਾਸ, ਬਾਕੀ ਦੋਨਾਂ ਦੇ ਵਿੱਚ ਫੇਲ। ਤਾਂ ਕਿੰਨੇ ਬੱਚੇ ਆ ਗਏ ਬੱਚੇ ਤੁਹਾਡੇ? 62, 48 ਤੇ 52, 162 ਹੋ ਗਿਆ। 48 ਤੇ 52 100 ਬਣ ਜਾਂਦਾ, ਉੱਪਰ 62 ਐਡ ਕਰਾਂਗੇ ਤਾਂ 162 ਆਨਸਰ ਆ ਜਾਊਗਾ ਬੱਚੇ ਤੁਹਾਡਾ। ਤਾਂ ਇਸ ਕੁਐਸਚਨ ਦਾ ਆਨਸਰ ਤੁਹਾਡਾ ਸਿੱਧਾ ਸਕਰੀਨ ਤੇ ਪਿਆ ਹੈਗਾ 162। ਚੌਥਾ ਆਪਸ਼ਨ ਦੇਖੋ ਜੀ, ਇੰਨਾ ਕੁ ਸੌਖਾ ਕੁਐਸਚਨ ਹੈ। ਤਾਂ ਆਹ ਕੁਛ ਹੈ ਯਾਰ, ਇਹ ਕੋਆਪਰੇਟਿਵ ਇੰਸਪੈਕਟਰ ਦਾ ਜਿਹੜਾ ਪੀਪੀਐਸਸੀ ਨੇ ਪੇਪਰ ਕੰਡਕਟ ਕੀਤਾ ਸੀਗਾ, ਉਹਦਾ ਵੈਨ ਡਾਇਗਰਾਮ ਦਾ ਕੁਐਸਚਨ ਹੈ। ਤੇ ਇਹ ਸੌਖਾ ਕੁਐਸਚਨ ਨਹੀਂ ਸੀ ਦੇਖਣ ਨੂੰ ਲੱਗ ਰਿਹਾ, ਪਰ ਜਦੋਂ ਇੰਨਾ ਕੁ ਸਮਝ ਆ ਜਾਊਗਾ ਕਿ ਵੈਨ ਡਾਇਗਰਾਮ ਕਿਵੇਂ ਜੇ ਬਣਾਉਣੀ ਹੈ, ਜਿਹੜਾ ਮੈਂ ਬੇਸਿਕਲੀ ਮਾੜਾ ਜਿਹਾ ਡਿਟੇਲ 'ਚ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਜਿਹੜੇ ਜਵਾਕਾਂ ਨੇ ਅੱਜ ਤੱਕ ਵੈਨ ਡਾਇਗਰਾਮ ਦੀ ਸ਼ਕਲ ਵੀ ਨਹੀਂ ਦੇਖੀ, ਉਹਨਾਂ ਨੂੰ ਥੋੜਾ ਜਿਹਾ ਪਤਾ ਲੱਗ ਜਾਏ। ਜਿਨ੍ਹਾਂ ਨੇ ਮਾੜੀ ਮੋਟੀ ਸ਼ਕਲ ਦੇਖੀ ਹੈ, ਸਿਲੌਗਸ ਦੇ ਵਿੱਚ ਦੇਖੀ ਹੈ, ਜਾਂ ਵੈਨ ਡਾਇਗਰਾਮ ਦੀ ਡੀਆਈ ਦੇ ਵਿੱਚ ਪ੍ਰੈਕਟਿਸ ਕੀਤੀ ਹੈ, ਜਾਂ ਅਦਰਵਾਈਜ਼ ਪ੍ਰੈਕਟਿਸ ਕੀਤੀ ਹੈ, ਉਹਨਾਂ ਨੂੰ ਤਾਂ ਥੋੜਾ ਜ਼ਿਆਦਾ ਹੀ ਡਿਟੇਲ 'ਚ ਸਮਝ ਆ ਗਿਆ ਹੋਊਗਾ। ਮੈਂ ਕੋਸ਼ਿਸ਼ ਕੀਤੀ ਕਿ ਜਿਹੜੇ ਜਵਾਕਾਂ ਨੇ ਅੱਜ ਤੱਕ ਵੈਨ ਡਾਇਗਰਾਮ ਨਹੀਂ ਦੇਖੀ ਪਰ ਕੋਆਪਰੇਟਿਵ ਇੰਸਪੈਕਟਰ ਜਾਂ ਨਾਇਬ ਤਹਿਸੀਲਦਾਰ ਦਾ ਪੇਪਰ ਭਰਿਆ, ਉਹਨਾਂ ਨੂੰ ਵੀ ਮਾੜਾ ਜਿਹਾ ਪਤਾ ਲੱਗ ਜਾਏ ਵੀ ਭਾਈ ਇਹੋ ਜਿਹਾ ਸਵਾਲ ਕਿਵੇਂ ਜੇ ਦੇਖਣਾ ਹੁੰਦਾ ਹੈਗਾ। ਅਗਲਾ ਕੁਐਸਚਨ ਦੇਖੋ ਬੱਚੇ, ਹਾਊ ਮੈਨੀ ਸਟੂਡੈਂਟਸ ਪਾਸਡ ਐਟ ਲੀਸਟ ਇਨ 1 ਸਬਜੈਕਟ। ਐਟ ਲੀਸਟ ਇਨ 1 ਦਾ ਮਤਲਬ ਹੁੰਦਾ ਯਾਰ ਘੱਟੋ ਘੱਟ 1 'ਚ ਪਾਸ, ਚਾਹੇ 2 'ਚ ਪਾਸ, ਚਾਹੇ 3 'ਚ ਪਾਸ। ਐਟ ਲੀਸਟ ਦਾ ਮਤਲਬ ਇਹੀ ਹੁੰਦਾ ਨਾ। ਇਹ ਕੁਐਸਚਨ ਤਾਂ ਆਪਾਂ ਨੂੰ ਪਿੱਛੇ ਜਾਣ ਦੀ ਵੀ ਲੋੜ ਨਹੀਂ ਹੈਗੀ, ਇੱਥੇ ਖੜੇ ਪੈਰੀ ਹੱਲ ਕਰਾ ਦਾਂਗੇ। ਸਕਰੀਨ ਤੇ ਵੈਲਿਊਜ਼ ਦੇਖਣ ਦੀ ਵੀ ਲੋੜ ਨਹੀਂ ਉੱਥੇ ਸਲਾਈਡ ਤੇ ਜਾ ਕੇ। ਐਗਜ਼ਾਮੀਨਰ ਕਹਿੰਦਾ ਕਿੰਨੇ ਬੱਚੇ ਨੇ ਜਿਹੜੇ ਘੱਟੋ ਘੱਟ 1 'ਚੋਂ ਪਾਸ ਹੋਏ ਨੇ। ਤਾਂ ਉਹ 1 'ਚ ਪਾਸ, ਚਾਹੇ 2 'ਚ ਪਾਸ, ਚਾਹੇ 3 'ਚੋਂ ਪਾਸ ਹੋਣ। ਤਾਂ ਆਪਾਂ ਨੂੰ ਕਿਹੜੇ ਬੱਚੇ ਨਹੀਂ ਚਾਹੀਦੇ? ਜਿਹੜੇ 3 'ਚ ਫੇਲ ਹੋ ਗਏ। ਤਾਂ ਕੁੱਲ ਬੱਚਾ 450 ਹੈ, ਆਪਾਂ ਨੂੰ ਉਹ 'ਚੋਂ ਕਿਹੜਾ ਨਹੀਂ ਚਾਹੀਦਾ? ਜਿਹੜਾ 3 'ਚੋਂ ਫੇਲ ਹੋਇਆ ਸੀ। ਤਾਂ 3 'ਚੋਂ 60 ਬੱਚੇ ਫੇਲ ਹੋਏ ਸੀ, ਤਾਂ 390 ਬੱਚੇ ਇਹੋ ਜਿਹੇ ਨੇ ਜਿਹੜੇ ਘੱਟੋ ਘੱਟ 1, 2 ਜਾਂ 3 'ਚੋਂ ਪਾਸ ਹੋਏ ਨੇ। ਤਾਂ ਇਸ ਕੁਐਸਚਨ ਦਾ ਆਨਸਰ ਬੱਚੇ ਸੈਕਿੰਡ ਆਪਸ਼ਨ, ਐਟ ਲੀਸਟ ਦਾ ਮਤਲਬ ਪਤਾ ਹੋਣਾ ਚਾਹੀਦਾ, ਘੱਟੋ ਘੱਟ ਹੁੰਦਾ। ਤਾਂ ਪਾਸਡ ਇਨ 1 ਸਬਜੈਕਟ ਨਾ ਮੰਨ ਲਿਓ, ਪਾਸਡ ਐਟ ਲੀਸਟ ਇਨ 1 ਦਾ ਮਤਲਬ ਹੈ ਯਾਰ 1 'ਚ ਤਾਂ ਪਾਸ ਹੋਏ ਹੁਣ, 2 'ਚ ਵੀ ਹੋਏ ਸਕਦੇ, 3 ਵਾਲੇ ਵੀ ਮੰਨ ਲਓ, ਸਭ ਕੁਝ ਮੰਨ ਲਓ, ਪਰ ਘੱਟੋ ਘੱਟ 1 'ਚੋਂ ਹੋਏ ਹੁਣ। ਸਾਰਿਆਂ 'ਚ ਫੇਲ ਵਾਲਾ ਨਹੀਂ ਚਾਹੀਦਾ। ਤਾਂ ਟੋਟਲ ਦੇ ਵਿੱਚੋਂ ਸਾਰਿਆਂ 'ਚੋਂ ਫੇਲ ਵਾਲੇ ਮਾਈਨਸ ਕਰਤੇ, ਆਨਸਰ ਆ ਗਿਆ 390। ਤਾਂ ਆਹ ਸੀ ਬੱਚੇ ਆਪਣਾ ਵੈਨ ਡਾਇਗਰਾਮ ਵਾਲਾ ਕੁਐਸਚਨ, ਜਿਹੜਾ ਕਿ ਆਪਾਂ ਪਿਛਲੀ ਆ ਜਿਹੜੀ ਆਪਣੀਆਂ ਵੀਡੀਓਜ਼ ਚੱਲ ਰਹੀਆਂ ਨੇ, 9ਵੀਂ ਕਲਾਸ ਆ, ਇਸ ਤੋਂ ਪਿਛਲੀਆਂ ਵੀਡੀਓਜ਼ ਦੇ ਵਿੱਚ ਬੱਚਿਆਂ ਨੇ ਕਮੈਂਟ ਸੈਕਸ਼ਨ ਦੇ ਵਿੱਚ ਕੁਐਰੀ ਰੱਖੀ ਸੀਗੀ ਕਿ ਉਹ ਕੁਐਸਚਨ ਨਹੀਂ ਸਮਝ ਆਇਆ, ਕਰਵਾਇਓ। ਇੱਕ ਸਟੂਡੈਂਟ, ਮੇਰੇ ਖਿਆਲ 'ਚ ਉਹਦਾ ਨਾਮ ਗਗਨਦੀਪ ਸੀਗਾ ਯਾਰ, ਪਤਾ ਨਹੀਂ ਗੁਰਜਿੰਦਰ ਸੀਗਾ ਸ਼ਾਇਦ, ਉਹਨੇ ਕਿਸੇ ਤਰੀਕੇ ਨਾਲ ਕਮੈਂਟ ਕੀਤਾ ਹੋਇਆ ਸੀਗਾ ਕਿ ਪਤਾ ਨਹੀਂ ਕਿਹੜੇ ਤਰੀਕੇ ਨਾਲ ਸਮਝਾਇਓ ਸਰ, ਪਾਸ ਦੇ ਤਰੀਕੇ ਨਾਲ ਸਮਝ ਆ ਗਿਆ, ਫੇਲ ਦੇ ਤਰੀਕੇ ਨਾਲ ਨਹੀਂ ਸਮਝ ਆਇਆ। ਮੈਨੂੰ ਕਮੈਂਟ ਨਹੀਂ ਸੀ ਸਮਝ ਲੱਗਿਆ। 8ਵੇਂ ਜਿਹੜਾ ਆਪਣਾ 8ਵਾਂ ਅੱਜ 9ਵਾਂ ਸੈਸ਼ਨ ਹੈ, 8ਵੇਂ ਸੈਸ਼ਨ ਵਾਲੀ ਵੀਡੀਓ ਦਾ ਕਮੈਂਟ ਆ ਉਹ। ਤਾਂ ਉਹ ਬਾਈ ਬਣ ਕੇ ਮੈਨੂੰ ਡਿਟੇਲ 'ਚ ਦੱਸਿਓ ਵੀ ਉਹ ਕਮੈਂਟ 'ਚ ਤੁਸੀਂ ਕਹਿਣਾ ਕੀ ਚਾਹ ਰਹੇ ਹੋ। ਚਾਹੇ ਇਸ ਵੀਡੀਓ ਦਾ ਕਮੈਂਟ ਇਸ ਵੀਡੀਓ ਦੇ ਵਿੱਚ ਕਮੈਂਟ ਕਰ ਦਿਓ, ਚਾਹੇ ਲਾਈਵ ਸੈਸ਼ਨ ਦੇ ਵਿੱਚ ਜਿਹੜੇ ਕਮੈਂਟਸ ਹੁਣ ਚੱਲ ਰਹੇ ਨੇ ਇਹ 'ਚ ਕਰ ਦਿਓ, ਜਾਂ ਜੇ ਮਗਰੋਂ ਵੀਡੀਓ ਦੇਖ ਰਹੇ ਹੋ ਤਾਂ ਮਗਰੋਂ ਕਮੈਂਟ ਕਰ ਦਿਓ ਵੀ ਉਹ ਤੁਸੀਂ ਕਹਿ ਕੀ ਰਹੇ ਸੀ ਕਿ ਕਿਵੇਂ ਸਮਝਾਇਓ। ਮੈਂ ਆਪਦੇ ਵੱਲੋਂ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਯਾਰ ਜਿਹੜਾ ਸਭ ਤੋਂ ਸੌਖਾ ਤਰੀਕਾ ਜਿਹਦੇ ਨਾਲ ਦੇਸੀ ਜੀ ਭਾਸ਼ਾ 'ਚ ਸਾਰਿਆਂ ਨੂੰ ਹੀ ਸਮਝ ਆ ਜਾਏ, ਜਿਨ੍ਹਾਂ ਨੇ ਅੱਜ ਤੱਕ ਕੁਝ ਦੇਖਿਆ ਨਹੀਂ ਵੀ ਇਹੋ ਜਿਹਾ ਵੀ ਸਵਾਲ ਕੋਈ ਬਣਦਾ,
ਉਹਨਾਂ ਨੂੰ ਵੀ ਦੋ ਚਾਰ ਚੀਜ਼ਾਂ ਸਮਝ ਆ ਜਾਣ। ਮੈਂ ਉਹੋ ਜਿਹੇ ਤਰੀਕੇ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਆ। ਜੇ ਤੁਸੀਂ ਕਿਸੇ ਵੀ ਹੋਰ ਤਰੀਕੇ ਨਾਲ ਸਮਝਣ ਦਾ ਕੋਈ ਮਤਲਬ ਮਸਲਾ ਹੈਗਾ, ਤੁਸੀਂ ਮਾੜਾ ਜਿਹਾ ਕਮੈਂਟ ਸੈਕਸ਼ਨ 'ਚ ਕਰ ਦਿਓ, ਆਪਾਂ ਕਦੇ ਟੱਕਰ ਜੀ ਉਹੋ ਜਿਹੀ ਵੀ ਮਾਰ ਲਾਂਗੇ। ਤਾਂ ਇਹ ਬੱਚੇ ਆਪਣਾ ਅੱਜ ਦੀ ਕਲਾਸ ਦਾ ਉਹ ਕੁਐਸਚਨ ਸੀ ਜਿਹੜਾ ਕਾਫੀ ਟਾਈਮ ਤੋਂ ਬੱਚੇ ਡਿਮਾਂਡ ਕਰ ਰਹੇ ਸੀ। ਇਸ ਤੋਂ ਬਿਨਾਂ ਅਗਲਾ ਕੁਐਸਚਨ ਮੈਂ ਅਗਲਾ ਸੈੱਟ ਆ ਜਾਊਗਾ, ਅਗਲਾ ਡੀਏ ਦਾ ਕੁਐਸਚਨ ਆ ਜਾਊਗਾ। ਉਸ ਤੋਂ ਪਹਿਲਾਂ ਮੈਂ ਇੱਕ ਗੱਲ ਦੱਸਦਾ, ਕੁਝ ਬੱਚਿਆਂ ਨੇ ਕਮੈਂਟ ਕੀਤਾ ਹੋਇਆ, ਮਤਲਬ ਮੈਂ ਪਹਿਲੇ ਦਿਨ ਤੋਂ ਹੀ ਪੜ੍ਹ ਰਿਹਾ ਕਿ ਕੁਝ ਬੱਚੇ ਲਗਾਤਾਰ ਕਹਿ ਰਹੇ ਸੀ, ਪਹਿਲਾਂ ਮੈਂ ਇਗਨੋਰ ਕਰ ਰਿਹਾ ਸੀਗਾ ਕਿ ਪੀਸੀਐਸ ਨੇ ਪੇਪਰ ਜਿਹੜੇ ਕਰਾਏ ਨੇ, ਪੀਸੀਐਸ ਜਦੋਂ ਪੇਪਰ ਲੈਂਦਾ, ਪੀਪੀਐਸਸੀ ਨੇ ਪੇਪਰ ਕੰਡਕਟ ਕਰਨਾ ਪੀਸੀਐਸ ਦਾ, ਉਹਦੇ ਵਿੱਚ ਸੀ ਸੈਟ ਦਾ ਪੋਰਸ਼ਨ ਕਰਵਾ ਦਿਓ। ਸੀ ਸੈਟ ਦੀ ਮਤਲਬ 2021 'ਚ ਜਿਹੜਾ ਪੇਪਰ ਹੋਇਆ 14 ਫੈਬ ਮੇਰੇ ਖਿਆਲ 'ਚ ਵੈਲੈਂਟਾਈਨਸ 'ਤੇ ਸੀਗਾ, ਉਹਦੇ ਵਿੱਚ ਡੀਆਈ ਬਹੁਤ ਔਖੀ ਆਈ ਹੋਈ ਸੀਗੀ। ਤਾਂ ਉਹ ਡੀਆਈ ਕਹਿ ਰਹੇ ਸੀ ਕੁਝ ਬੱਚੇ, ਤੇ ਕੁਝ ਬੱਚੇ ਵੈਸੇ ਕਹਿ ਰਹੇ ਸੀਗੇ ਕਿ ਉਹ ਪੀਸੀਐਸ ਦਾ ਪੂਰਾ ਸੀ ਸੈਟ ਦਾ ਪੇਪਰ ਕਰਾ ਦਿਓ, ਉਹ 'ਚ ਜਿੰਨਾ ਕੁਆਂਟ ਆਏਗਾ। ਤਾਂ ਬੱਚੇ ਵੈਸੇ ਮੈਂ ਦੱਸ ਦਿੰਦਾ ਕਿ ਪੀਸੀਐਸ ਜਾਂ ਸਿਵਲਸ ਦੇ ਜਿਹੜੇ ਹੋਰ ਐਗਜ਼ਾਮਸ ਨੇ, ਸਿਵਲਸ ਦੇ ਐਗਜ਼ਾਮ, ਮੈਂ ਨਾਇਬ ਤਹਿਸੀਲਦਾਰ ਜਾਂ ਕੋਆਪਰੇਟਿਵ ਇੰਸਪੈਕਟਰ ਦੀ ਗੱਲ ਨਹੀਂ ਕਰਦਾ, ਉਹ ਤਾਂ ਪੀਪੀਐਸਸੀ ਨੇ ਕੰਡਕਟ ਕਰਨੇ, ਉਹਦੀ ਤਾਂ ਆਪਾਂ ਤਿਆਰੀ ਕਰਦੇ ਹਾਂ। ਜਿਹੜੇ ਸਿਵਲਸ ਦੇ ਐਗਜ਼ਾਮ ਨੇ ਉਹਦੇ ਲਈ ਤੁਸੀਂ ਜਿਹੜਾ ਆਪਣਾ ਪੈਰਲਲ ਪੇਜ ਹੈ, ਇਹ ਤਾਂ ਪੰਜਾਬ ਦੇ ਪੇਪਰ ਵਾਲੀ ਪੇਜ ਹੈ ਸਕਸੈਸ ਟਰੀ, ਜਿਹੜਾ ਰਾਜ ਆਈਏਐਸ ਦਾ ਜਿਹੜਾ ਆਪਣਾ ਪੇਜ ਆ ਉਹ ਤੇ ਸਿਵਲਸ ਦਾ ਮਤਲਬ ਸਾਰਾ ਕੋਰਸ ਕਰਾਇਆ ਜਾਂਦਾ ਹੈਗਾ, ਸੀ ਸੈਟ ਵੀ ਉਹ ਤੇ ਦੇਖ ਲਓਗੇ। ਅਦਰਵਾਈਜ਼ ਉਹ ਜਿਹੜਾ ਤੁਸੀਂ ਡੀਆਈ ਵਗੈਰਾ ਕਹਿ ਰਹੇ ਹੋ ਉਹ ਮੈਂ ਕਰਾ ਦੂੰਗਾ। ਮੈਂ ਤੁਸੀਂ ਡੀਆਈ ਦੀ ਗੱਲ ਕਰ ਰਹੇ ਸੀ ਕਿ ਡੀਆਈ ਮੈਂ ਕਰਾ ਦੂੰਗਾ, ਪਰ ਡੀਆਈ ਮੈਨੂੰ ਉਮੀਦ ਨਹੀਂ ਹੈਗੀ ਕਿ ਜਿਹੜੀ ਪੀਸੀਐਸ ਵਾਲਿਆਂ ਨੇ ਪਿਛਲੇ ਸਾਲ ਜਾਂ 2-3 ਸਾਲਾਂ ਤੋਂ ਡੀਆਈ ਦਾ ਲੈਵਲ ਪੁੱਛ ਰਹੇ ਨੇ, ਉਹ ਆਪਣੇ ਬਾਕੀ ਪੇਪਰਾਂ 'ਚ ਸ਼ਾਇਦ ਉਸ ਲੈਵਲ ਦੀ ਤਾਂ ਨਾ ਹੀ ਆਵੇ। ਇਸ ਕਰਕੇ ਨਹੀਂ ਸੀ ਮੈਂ ਹੱਥ ਪਾ ਰਿਹਾ ਵੀ ਆਪਾਂ ਇੱਥੇ ਨਾ ਟਾਈਮ ਵੇਸਟ ਕਰੀਏ, ਆਪਾਂ ਇੱਥੇ ਉਹ ਚੀਜ਼ਾਂ ਤੇ ਪੂਰੀਆਂ ਟੱਕਰਾਂ ਮਾਰ ਲਈਏ ਜਿਹੜੀਆਂ ਪੁੱਛੀਆਂ ਜਾਣੀਆਂ ਨੇ। ਆਹ ਵੈਨ ਡਾਇਗਰਾਮ ਦਾ ਕੁਐਸਚਨ ਇਸੇ ਕਰਕੇ ਕਰ ਲਿਆ ਵੀ 2018 ਦੇ ਕੋਆਪਰੇਟਿਵ ਇੰਸਪੈਕਟਰ ਦੇ ਪੇਪਰ 'ਚ ਪੁੱਛਿਆ ਗਿਆ, ਐਤਕੀ ਨਾਇਬ ਤਹਿਸੀਲਦਾਰ ਜਾਂ ਅੱਗੇ ਕੋਆਪਰੇਟਿਵ ਇੰਸਪੈਕਟਰ ਦਾ ਪੇਪਰ ਆਉਣਾ, ਜਾਂ ਕੋਆਪਰੇਟਿਵ ਬੈਂਕ ਦਾ ਮੈਨੇਜਰ ਦਾ ਪੇਪਰ ਜਿਹੜੇ ਬੱਚਿਆਂ ਨੇ ਦੇਣਾ, ਕਲਰਕ ਤਾਂ ਨਹੀਂ, ਮੈਨੇਜਰ ਘੱਟੋ ਘੱਟ ਜਿਹੜੇ ਬੱਚਿਆਂ ਨੇ ਦੇਣਾ, ਇਹੋ ਜਿਹਾ ਕੁਐਸਚਨ ਦੇਖਿਆ ਜਾ ਸਕਦਾ। ਇਸ ਕਰਕੇ ਆਪਾਂ ਕਰ ਲਿਆ। ਤਾਂ ਬਾਕੀ ਡੀਆਈ ਵੀ ਮੈਂ ਕਰਵਾ ਦੂੰਗਾ, ਪਰ ਪਹਿਲਾਂ ਆਪਾਂ ਪ੍ਰਾਇੋਰਟੀ ਬੇਸਿਸ ਤੇ ਜਿਹੜੀਆਂ ਚੀਜ਼ਾਂ ਕਰਨੀਆਂ ਹੀ ਕਰਨੀਆਂ ਨੇ ਮੈਂ ਉਹ ਖਿੱਚ ਰਿਹਾ ਹਾਂਗਾ। ਅਗਲਾ ਕੁਐਸਚਨ ਦੇਖੋ ਬੱਚੇ, ਅਗਲਾ ਕੁਐਸਚਨ ਬੱਚੇ ਮੈਂ ਉਹਦੀ ਸਪੇਸ ਲਿਆ ਥੱਲੇ ਬਣਾਉਣ ਦੇ ਲਈ। ਕੁਐਸਚਨ ਕੀ ਹੈ? ਅ ਮੈਨੇਜਮੈਂਟ ਇੰਸਟੀਚਿਊਟ ਆਫਰਸ ਐਮਬੀਏ ਵਿਦ ਸਪੈਸ਼ਲਾਈਜੇਸ਼ਨਸ ਇਨ ਮਾਰਕੀਟਿੰਗ, ਫਾਈਨਾਂਸ ਐਂਡ ਐਚਆਰ। ਉਹ ਕਹਿੰਦੇ ਇੱਕ ਐਮਬੀਏ ਦਾ ਇੰਸਟੀਚਿਊਟ ਆ, ਉੱਥੇ ਜਵਾਕ ਐਮਬੀਏ ਕਰਦੇ ਨੇ, ਕਾਹਦੇ ਵਿੱਚ ਕਰਦੇ ਨੇ? ਮਾਰਕੀਟਿੰਗ ਦੇ ਵਿੱਚ ਕਰਦੇ ਨੇ, ਫਾਈਨਾਂਸ ਦੇ ਵਿੱਚ ਕਰਦੇ ਨੇ, ਐਚਆਰ ਦੇ ਵਿੱਚ ਕਰਦੇ ਨੇ। ਜਿਹੜਾ ਤੁਸੀਂ ਪਿਛਲਾ ਕੁਐਸਚਨ ਕਰਕੇ ਆਏ ਹੋਗੇ ਮੈਥ ਸਾਇੰਸ ਵਾਲਾ, ਉਹਦੇ ਵਿੱਚ ਵੀ 3 'ਚ ਵੰਡਿਆ ਜਾ ਰਿਹਾ ਸੀਗਾ। ਬੱਚੇ ਕਾਹਦੇ 'ਚ ਵੰਡੇ ਜਾ ਰਹੇ ਸੀ? ਮੈਥ, ਸਾਇੰਸ ਤੇ ਸੋਸ਼ਲ ਸਾਇੰਸਿਸ ਦੇ ਵਿੱਚ ਵੰਡੇ ਜਾ ਰਹੇ ਸੀ। ਇੱਥੇ ਬੱਚੇ ਕਾਹਦੇ 'ਚ ਵੰਡੇ ਜਾਣਗੇ? ਮਾਰਕੀਟਿੰਗ, ਫਾਈਨਾਂਸ ਤੇ ਐਚਆਰ 'ਚ ਵੰਡੇ ਜਾਣਗੇ। ਤਾਂ ਕੁਝ ਬੱਚਿਆਂ ਨੂੰ ਦੇਖਣ ਸਾਰ ਲੱਗਿਆ ਹੋਣਾ ਕਿ ਯਾਰ ਮਿਲਦਾ ਜੁਲਦਾ ਜਾ ਗਿਆ ਕੁਐਸਚਨ, ਲੱਗੇ ਹੁਣ ਨੈਚੁਰਲੀ ਉਹਦੇ ਉੱਥੇ ਵੀ ਸਾਰੀ ਦੀ ਸਾਰੀ ਡਿਸਟਰੀਬਿਊਸ਼ਨ 3 ਚੀਜ਼ਾਂ ਦੇ ਵਿੱਚ ਹੈ, ਇੱਥੇ ਵੀ ਸਾਰੀ ਜਿਹੜੀ ਆਪਾਂ ਵੰਡ ਕਰਨੀ ਹੈ ਬੱਚਿਆਂ ਦੀ, ਸਟੂਡੈਂਟਸ ਦੀ 3 'ਚ ਕਰਨੀ ਹੈ। ਪਰ ਇਸ ਕੁਐਸਚਨ ਦੇ ਵਿੱਚ ਸਾਨੂੰ ਵੈਨ ਡਾਇਗਰਾਮ ਦੀ ਲੋੜ ਨਹੀਂ ਪੈਣੀ। ਮੈਂ ਕਲੀਅਰ ਦੱਸਦਾ ਇਸ ਕੁਐਸਚਨ 'ਚ ਵੈਨ ਡਾਇਗਰਾਮ ਦੀ ਲੋੜ ਕਿਉਂ ਨਹੀਂ ਪੈਣੀ। ਮੈਂ ਵੈਨ ਡਾਇਗਰਾਮ ਵਾਲੀ ਸਲਾਈਡ ਤੇ ਜਾਣਾ। ਵੈਨ ਡਾਇਗਰਾਮ ਬਣਾਉਣੀ ਕਿਉਂ ਜ਼ਰੂਰੀ ਸੀ ਬੱਚੇ? ਵੈਨ ਡਾਇਗਰਾਮ ਬਣਾਉਣੀ ਇਸ ਕਰਕੇ ਜ਼ਰੂਰੀ ਸੀ ਕਿਉਂਕਿ ਵੈਨ ਡਾਇਗਰਾਮ ਦੇ ਨਾਲ ਅਸੀਂ ਕੁਝ ਕਾਮਨ ਪੋਰਸ਼ਨ ਦੇਖ ਲੈਂਦੇ ਹੁੰਦੇ ਆ, ਤੇ ਵੈਨ ਡਾਇਗਰਾਮ ਬਣਾਉਣ ਦੀ ਲੋੜ ਹੀ ਉੱਥੇ ਪੈਂਦੀ ਹੈ ਜਦੋਂ ਜਿੰਨਾ 'ਚ ਵੀ ਵੰਡਿਆ ਜਾ ਰਿਹਾ ਬੱਚਿਆਂ ਨੂੰ, ਕੁਝ ਬੱਚੇ ਨੇ ਜਿਹੜੇ 2 ਚਾਹੁੰਣਗੇ, ਇਹਨਾਂ ਦੋਹਾਂ ਚਾਹੁੰਣਗੇ, ਜਾਂ ਕੁਝ ਬੱਚੇ ਨੇ ਜਿਹੜੇ 3 ਚਾਹੁੰਣਗੇ, ਜਿਵੇਂ 167 ਸੀ, ਤਾਂ ਕੁਝ ਕਾਮਨ ਚੀਜ਼ਾਂ ਸੀ ਨਾ। ਸੋ ਇਸ ਕਰਕੇ ਵੈਨ ਡਾਇਗਰਾਮ ਦੀ ਲੋੜ ਪਈ ਜਦੋਂ ਕੁਝ ਕਾਮਨ ਹੋਵੇ, ਕਾਮਨ ਗਰਾਊਂਡ ਹੋਵੇ। ਪਰ ਜਿਹੜਾ ਆਪਾਂ ਹੁਣ ਕੁਐਸਚਨ ਕਰਨ ਲੱਗੇ ਆ ਉਸ ਸਵਾਲ ਦੇ ਵਿੱਚ ਕੀ ਹੈ ਕਿ ਇੱਕ ਇੰਸਟੀਚਿਊਟ ਹੈ ਜਿੱਥੇ ਜਵਾਕ ਐਮਬੀਏ ਕਰਦੇ ਆ, ਕਾਹਦੇ ਵਿੱਚ ਕਰਦੇ ਆ? ਮਾਰਕੀਟਿੰਗ ਦੇ ਵਿੱਚ ਕਰਦੇ ਆ, ਫਾਈਨਾਂਸ ਦੇ ਵਿੱਚ ਕਰਦੇ ਆ ਤੇ ਐਚਆਰ ਦੇ ਵਿੱਚ ਕਰਦੇ ਆ। ਕੀ ਕੋਈ ਇਹੋ ਜਿਹਾ ਜਵਾਕ ਹੋਊਗਾ ਜਿਹੜਾ ਮਾਰਕੀਟਿੰਗ ਦੇ ਵਿੱਚ ਵੀ ਕਰੀ ਜਾਂਦਾ, ਐਚਆਰ ਦੇ ਵਿੱਚ ਵੀ ਕਰੀ ਜਾਂਦਾ? ਇਹੋ ਜਿਹਾ ਤਾਂ ਕੋਈ ਨਹੀਂ ਹੋਣਾ। ਇੱਥੇ ਤਾਂ ਕੋਈ ਕਾਮਨ ਗਰਾਊਂਡ ਨਹੀਂ ਨਾ ਹੋਣਾ ਕਿ ਬਈ ਇੰਨੇ ਬੱਚੇ ਨੇ ਜਿਹੜੇ ਐਚਆਰ 'ਚ ਵੀ ਕਰ ਰਹੇ ਨੇ, ਫਾਈਨਾਂਸ ਦੇ ਵਿੱਚ ਵੀ ਕਰ ਰਹੇ ਨੇ। ਇਹੋ ਜਿਹਾ ਤਾਂ ਕੁਝ ਨਹੀਂ ਹੋਣਾ। ਇੱਥੇ ਤਾਂ ਕਲੀਅਰ ਹੈ ਨਾ ਕਿ ਜਾਂ ਤਾਂ ਜੀ ਉਹ ਫਾਈਨਾਂਸ ਦੇ ਵਿੱਚ ਹੈ, ਜਾਂ ਉਹ ਐਚਆਰ ਦੇ ਵਿੱਚ ਹੈ, ਜਾਂ ਉਹ ਮਾਰਕੀਟਿੰਗ ਦੇ ਵਿੱਚ ਹੈ। ਕਾਮਨ ਇੱਥੇ ਕੁਝ ਨਹੀਂ ਹੈਗਾ। ਸੋ ਕਾਮਨ ਨਹੀਂ ਹੈਗਾ, ਸੋ ਇਸ ਕਰਕੇ ਇੱਥੇ ਵੈਨ ਡਾਇਗਰਾਮ ਦੀ ਸਾਨੂੰ ਲੋੜ ਹੀ ਨਹੀਂ ਹੈਗੀ। ਵੈਨ ਡਾਇਗਰਾਮ ਉੱਥੇ ਜਦੋਂ ਕੁਝ ਕਾਮਨ ਹੋਊਗਾ, ਇੱਥੇ ਕੁਝ ਕਾਮਨ ਨਹੀਂ ਹੈਗਾ, ਸੋ ਵੈਨ ਡਾਇਗਰਾਮ ਦੀ ਲੋੜ ਨਹੀਂ। ਉਹ ਕਹਿੰਦੇ ਇੱਕ ਇੰਸਟੀਚਿਊਟ ਹੈ ਜਿੱਥੇ ਐਮਬੀਏ ਕੀਤੀ ਜਾ ਰਹੀ ਹੈ ਮਾਰਕੀਟਿੰਗ, ਫਾਈਨਾਂਸ ਜਾਂ ਐਚਆਰ ਦੇ ਵਿੱਚ। ਅਮੰਗ ਦਾ ਟੋਟਲ ਸਟੂਡੈਂਟਸ, ਮਾਂ ਦੇ ਪੁੱਤਾਂ ਨੇ ਟੋਟਲ ਦੱਸਿਆ ਹੀ ਨਹੀਂ ਕਿੰਨਾ ਹੈਗਾ, ਸਿੱਧਾ ਲਿਖਤਾ ਅਮੰਗ ਦਾ ਟੋਟਲ ਸਟੂਡੈਂਟਸ ਇਨ ਦਾ ਇੰਸਟੀਚਿਊਟ 45% ਕੁੜੀਆਂ ਨੇ। ਪਰਸੈਂਟੇਜ ਦੇ ਵਿੱਚ ਦੱਸਤਾ ਕਹਿੰਦੇ 45% ਕੁੜੀਆਂ ਨੇ। ਤਾਂ ਬੱਚੇ ਇੱਥੇ ਲਿਖ ਲਓ ਮੁੰਡੇ, ਇੱਥੇ ਲਿਖ ਲਓ ਕੁੜੀਆਂ। ਇਹ ਹਮੇਸ਼ਾ ਧਿਆਨ ਨਾਲ ਦੇਖਣਾ ਹੁੰਦਾ ਵੀ ਤੁਸੀਂ ਮੁੰਡੇ ਪਹਿਲਾਂ ਲਿਖਿਆ, ਕੁੜੀਆਂ ਮਗਰੋਂ ਲਿਖੀਆਂ ਨੇ, ਜਾਂ ਗਰਲਸ ਪਹਿਲਾਂ ਲਿਖ ਲਿਆ, ਬॉयਜ਼ ਮਗਰੋਂ ਲਿਖ ਲਿਆ, ਤਾਂ ਅਕੋਰਡਿੰਗਲੀ ਵੈਲਿਊਜ਼ ਲਿਖਣੀਆਂ ਨੇ। ਮੁੰਡੇ ਵਾਲੀਆਂ ਵੈਲਿਊਜ਼ ਇੱਧਰ ਲਿਖਣੇ, ਗਰਲਸ ਵਾਲੀਆਂ ਵੈਲਿਊਜ਼ ਉੱਧਰ ਲਿਖਣੀਆਂ ਨੇ। ਆਹ ਮਾਰਕੀਟਿੰਗ ਵਾਲੇ ਮੁੰਡੇ, ਆਹ ਫਾਈਨਾਂਸ ਵਾਲੇ ਮੁੰਡੇ, ਆਹ ਐਚਆਰ ਵਾਲੇ ਮੁੰਡੇ, ਇੱਧਰ ਕੁੜੀਆਂ ਲਿਖ ਦਾਂਗੇ। ਸਮਝ ਆ ਗਿਆ ਜੀ? ਆਪਾਂ ਡਿਸਟਰੀਬਿਊਸ਼ਨ ਇਹਦੇ ਵਿੱਚ ਕਰ ਦੇਣੀ ਹੈਗੀ। ਹੁਣ ਡਿਸਟਰੀਬਿਊਸ਼ਨ ਹੋਣੀ ਕਿੰਨੀ ਹੈ ਉਹ ਦੇਖੋ। ਸਭ ਤੋਂ ਪਹਿਲਾਂ ਉਹ ਕਹਿੰਦੇ ਕਿ ਜਿੰਨੇ ਵੀ ਟੋਟਲ ਬੱਚੇ ਨੇ ਉਹਦੇ ਵਿੱਚੋਂ 45% ਕੁੜੀਆਂ ਨੇ। 45% ਦੀ ਫ੍ਰੈਕਸ਼ਨ ਕੀ ਹੁੰਦੀ ਹੈ ਬੱਚੇ? 9/20।
9/20 ਦਾ ਮਤਲਬ 20 ਦੇ ਵਿੱਚੋਂ 9 परसेंटेज ਦੀ ਫ੍ਰੈਕਸ਼ਨ ਹੁੰਦੀ ਆ 45% ਦੀ ਫ੍ਰੈਕਸ਼ਨ 9/20 ਜਿਹਦਾ ਮਤਲਬ 20 ਚੋਂ 9 ਤਾਂ ਕਹਿਣ ਦਾ ਮਤਲਬ ਕਿ ਜਿੰਨੇ ਟੋਟਲ 20 ਜੇ ਟੋਟਲ 20 ਬੱਚੇ ਨੇ ਉਹਦੇ ਵਿੱਚੋਂ 9 ਕੁੜੀਆਂ ਨੇ ਤਾਂ ਮਤਲਬ ਬਾਕੀ 11 ਮੁੰਡੇ ਨੇ ਜੇ ਆਪਾਂ ਮੰਨ ਕੇ ਚੱਲੀਏ ਕੋਈ LGBT ਕੋਈ ਟਰਾਂਸਜੈਂਡਰ ਨਹੀਂ ਹੈਗਾ ਸਿਰਫ ਮੁੰਡੇ ਤੇ ਕੁੜੀਆਂ ਨੇ ਕਲਾਸ 'ਚ ਤਾਂ 20 ਚੋਂ 9 ਕੁੜੀਆਂ ਦਾ ਮਤਲਬ ਬਾਕੀ 11 ਮੁੰਡੇ ਨੇ ਤਾਂ ਕਲਾਸ 'ਚ ਮੁੰਡਿਆਂ ਤੇ ਕੁੜੀਆਂ ਦੀ ਰੇਸ਼ੋ ਕੀ ਆ ਗਈ 11:9 ਸਭ ਤੋਂ ਪਹਿਲਾਂ ਤਾਂ ਸਾਨੂੰ ਆਹ ਸੈਂਟੈਂਸ ਤੋਂ ਆਹ ਗੱਲ ਦਾ ਅੰਦਾਜ਼ਾ ਹੋਇਆ ਕਿ ਟੋਟਲ ਦੇ ਵਿੱਚੋਂ 45% ਕੁੜੀਆਂ ਹੋਣ ਦਾ ਮਤਲਬ ਕੀ ਹੈ 45% ਯਾਨੀ ਕਿ 9/20 ਤਾਂ ਮਤਲਬ 20 ਚੋਂ 9 ਕੁੜੀਆਂ ਨੇ 20 ਚੋਂ 9 ਕੁੜੀਆਂ ਤਾਂ ਬਾਕੀ 11 ਮੁੰਡੇ ਤਾਂ ਬੱਚੇ ਬॉयਜ਼ ਤੇ ਗਰਲਸ ਦੀ ਰੇਸ਼ੋ ਆ ਗਈ 11:9 ਤੁਸੀਂ ਪਰਸੈਂਟੇਜ ਨੂੰ ਵੀ ਸਿੱਧਾ ਲਿਖ ਸਕਦੇ ਸੀ 45% ਕੁੜੀਆਂ ਨੇ ਤਾਂ 55% ਮੁੰਡੇ ਹੋ ਗਏ 55 ਤੇ 45 ਵੀ 11:9 ਬਣਦਾ ਪਰ ਆਪਾਂ ਫ੍ਰੈਕਸ਼ਨਸ ਦੇ ਨਾਲ ਜ਼ਿਆਦਾ ਸੌਖਾ ਕਰਦੇ ਹੁੰਦੇ ਆ ਅੱਗੇ ਕਹਿੰਦਾ ਨੰਬਰ ਆਫ ਬॉयਜ਼ ਸਟੱਡਿੰਗ ਮਾਰਕੀਟਿੰਗ ਇਜ਼ 30% ਮਾਰਕੀਟਿੰਗ ਵਾਲੇ ਮੁੰਡੇ ਇਸ ਚੀਜ਼ ਦੀ ਵੈਲਿਊ ਦਿੱਤੀ ਜਾ ਰਹੀ ਹੈ ਮਾਰਕੀਟਿੰਗ ਵਾਲੇ ਮੁੰਡੇ ਕਿੰਨੇ ਹੈ 30% ਆਫ ਦਾ ਟੋਟਲ ਨੰਬਰ ਆਫ ਬॉयਜ਼ ਪੂਰੇ ਜਿੰਨੇ ਮੁੰਡੇ ਆ ਉਹਦਾ 30% ਇਨ ਦਾ ਇੰਸਟੀਟਿਊਸ਼ਨ ਵਿਚ ਇਜ਼ 297 ਉਹ ਕਹਿੰਦਾ ਮਾਰਕੀਟਿੰਗ ਵਾਲੇ ਮੁੰਡੇ ਕਿੰਨੇ ਆ 297 ਜੋ ਕਿ ਕੀ ਹੈ ਟੋਟਲ ਦਾ 30% ਆ ਤਾਂ ਜੇ ਟੋਟਲ ਜਿਹੜੇ ਰੇਸ਼ੀਓ 'ਚ 11 ਬਣਦੇ ਆ ਮੁੰਡੇ ਜੇ ਟੋਟਲ ਬੱਚੇ ਜਿੰਨੇ ਵੀ ਹੈ ਉਹਦਾ 30% ਮਾਰਕੀਟਿੰਗ ਦੇ ਵਿੱਚ ਨੇ ਜੋ ਕਿ 297 ਹੈ ਵਿਚ ਇਜ਼ 297 ਤਾਂ ਮਾਰਕੀਟਿੰਗ ਵਾਲੇ ਮੁੰਡਿਆਂ ਦੀ ਗਿਣਤੀ ਤਾਂ ਪਤਾ ਲੱਗ ਗਈ 297 ਪਰ ਨਾਲ ਹੋਰ ਕੀ ਪਤਾ ਲੱਗ ਗਿਆ ਕਿ ਉਹ ਟੋਟਲ ਦਾ 30% ਹੈ ਕਹਿਣ ਦਾ ਮਤਲਬ 30% ਦੀ ਵੈਲਿਊ 297 ਹੈ ਤਾਂ ਟੋਟਲ ਬੱਚੇ 100% ਦੀ ਵੈਲਿਊ ਕੀ ਹੋਊਗੀ ਆਪਾਂ ਇਹ ਦੇਖਣਾ ਤਾਂ ਬੱਚੇ 30 ਤੇ 100 ਦਾ ਕੰਪੈਰੀਜ਼ਨ ਕਰਨਾ ਹੈ ਰੇਸ਼ੋ ਲੈ ਲਓ 3 ਤੇ 10 3 ਦੀ ਵੈਲਿਊ 297 ਹੈ ਤਾਂ 1 ਦੀ ਵੈਲਿਊ 99 ਹੋ ਗਈ 3 ਤੇ ਡਿਵਾਈਡ ਕਰ ਦਾਂਗੇ 1 ਦੀ ਵੈਲਿਊ 99 ਹੋ ਗਈ ਤਾਂ 10 ਦੀ ਵੈਲਿਊ 990 ਤਾਂ ਬੱਚੇ ਕਲਾਸ 'ਚ ਮੁੰਡੇ ਕਿੰਨੇ ਆ ਗਏ 990 11 ਦੀ ਵੈਲਿਊ 990 ਤਾਂ 9 ਦੀ ਵੈਲਿਊ 810 ਤਾਂ ਕੁੜੀਆਂ ਕਿੰਨੀਆਂ ਆ ਗਈਆਂ 810 ਤਾਂ ਇਹ ਸਮਝ ਲੱਗ ਗਿਆ ਜੀ ਉਹ ਕਹਿੰਦੇ ਮਾਰਕੀਟਿੰਗ ਵਾਲੇ ਮੁੰਡੇ ਕਿੰਨੇ ਆ 30% ਆਫ ਟੋਟਲ ਮੁੰਡੇ ਵਿਚ ਇਜ਼ 297 ਤਾਂ ਮਾਰਕੀਟਿੰਗ ਵਾਲੇ ਮੁੰਡੇ 297 ਹੈ ਜੋ ਕਿ ਕੀ ਹੈ ਟੋਟਲ ਦਾ 30% ਮਤਲਬ 30% ਦੀ ਵੈਲਿਊ 297 ਹੈ ਤਾਂ 100% ਦੀ ਵੈਲਿਊ ਕੀ ਹੋਊਗੀ ਉਹ ਆਪਾਂ ਕੱਢ ਲਿਆ ਕਿ ਭਾਈ ਪਰਸੈਂਟ 0 ਕੱਟ ਕੇ 3 ਤੇ 10 ਆ ਗਿਆ 3 ਦੀ ਵੈਲਿਊ 297 ਹੈ ਤਾਂ 1 ਦੀ ਵੈਲਿਊ 99 10 ਦੀ ਵੈਲਿਊ 990 ਤਾਂ ਮੁੰਡੇ 990 ਆ ਗਏ ਜੋ ਕਿ ਰੇਸ਼ੀਓ 'ਚ 11 ਨੇ 990 90 ਗੁਣਾ ਤਾਂ ਕੁੜੀਆਂ ਵੀ 90 ਗੁਣਾ 810 ਆ ਗਈਆਂ ਟੋਟਲ ਇੰਨਾ ਪਤਾ ਲੱਗ ਗਿਆ ਇਸ ਤੋਂ ਬਾਅਦ ਦੇਖੋ ਜੀ 40% ਆਫ ਦਾ ਗਰਲਸ ਕੁੱਲ ਕੁੜੀਆਂ ਦਾ 40% ਆਰ ਸਟੱਡਿੰਗ HR ਤਾਂ HR ਦੇ ਵਿੱਚ ਕਿੰਨੀਆਂ ਕੁੜੀਆਂ ਨੇ ਕੁੱਲ ਦਾ 40% ਕੁੱਲ 810 ਕੱਢ ਲਿਆ 810 ਦਾ 40% 810 ਦਾ 40% 324 ਆ ਗਈਆਂ ਜੀ ਤਾਂ HR ਦੀਆਂ ਕੁੜੀਆਂ ਆ ਗਈਆਂ ਤੁਹਾਡੀਆਂ 324 ਸਮਝ ਆ ਗਿਆ ਜੀ ਸਾਰਿਆਂ ਨੂੰ ਅਗਲੀ ਲਾਈਨ ਨੰਬਰ ਆਫ ਬॉयਜ਼ ਐਂਡ ਗਰਲਸ ਸਟੱਡਿੰਗ ਮਾਰਕੀਟਿੰਗ ਆਰ ਇਨ ਦਾ ਰੇਸ਼ੋ 3:2 ਉਹ ਕਹਿੰਦਾ ਮਾਰਕੀਟਿੰਗ ਦੇ ਵਿੱਚ ਮੁੰਡਿਆਂ ਤੇ ਕੁੜੀਆਂ ਦੀ ਰੇਸ਼ੋ 3:2 ਹੈ ਤਾਂ ਮਾਰਕੀਟਿੰਗ ਦੇ ਵਿੱਚ ਬॉयਜ਼ ਤੇ ਗਰਲਸ ਕੀ ਆ 3:2 ਦੇ ਵਿੱਚ ਤਾਂ ਬॉयਜ਼ ਵਾਲੇ ਪਾਸੇ 3 ਗਰਲਸ ਵਾਲੇ ਪਾਸੇ 2 ਪਰ 3 ਦੀ ਵੈਲਿਊ ਤਾਂ 297 ਹੈ ਤਾਂ 2 ਦੀ ਵੈਲਿਊ ਕੀ ਹੋਊਗੀ ਬੱਚੇ 3 ਦੀ ਵੈਲਿਊ 297 ਹੈ ਤਾਂ 3 ਤੇ ਡਿਵਾਈਡ ਕਰਕੇ 1 ਦੀ ਵੈਲਿਊ 99 ਤਾਂ 2 ਦੀ ਵੈਲਿਊ 198 ਆ ਜਾਊਗੀ ਤਾਂ ਮਾਰਕੀਟਿੰਗ ਦੀਆਂ ਕੁੜੀਆਂ ਆ ਗਈਆਂ 198 ਅਖੀਰਲੀ ਲਾਈਨ 50% ਆਫ ਦਾ ਬॉयਜ਼ ਆਰ ਸਟੱਡਿੰਗ ਫਾਈਨਾਂਸ ਦੇ ਵਿੱਚ ਕਿੰਨੇ ਮੁੰਡੇ ਆ ਕੁੱਲ ਦਾ 50% 990 ਦਾ 50% ਬਣ ਗਿਆ ਜੀ 495 ਫਾਈਨਾਂਸ ਦੇ ਮੁੰਡੇ ਆ ਗਏ 495 ਤਾਂ ਜਿੰਨੀ ਆਪਾਂ ਇਨਫੋਰਮੇਸ਼ਨ ਪੜ੍ਹੀ ਆ ਉਹਦੇ ਵਿੱਚੋਂ ਆਹ ਵੈਲਿਊਜ਼ ਤੁਹਾਡੇ ਸਾਹਮਣੇ ਕਲੀਅਰ ਹੋ ਗਈਆਂ ਦੋ ਵੈਲਿਊਜ਼ ਬਚੀਆਂ ਹੋਈਆਂ ਨੇ ਫਾਈਨਾਂਸ ਦੀਆਂ ਕੁੜੀਆਂ HR ਦੇ ਮੁੰਡੇ ਤਾਂ ਜਦੋਂ ਟੋਟਲ ਗਿਣਤੀ ਹੈਗੀ ਆ ਮੁੰਡਿਆਂ ਦੀ ਤੇ ਕੁੜੀਆਂ ਦੀ ਟੋਟਲ ਗਿਣਤੀ ਚੋਂ ਦੋ ਵੈਲਿਊਜ਼ ਪਤਾ ਨੇ ਤੀਜੀ ਆਪੇ ਆਜੂ ਮਾਈਨਸ ਕਰਕੇ ਤਾਂ 495 ਤੇ 297 ਬਣ ਗਿਆ ਤੁਹਾਡਾ 792 990 ਚੋਂ 792 ਕੱਢੇ ਇੱਥੇ ਆ ਗਿਆ 198 ਤੁਸੀਂ ਬੱਚੇ ਟੋਟਲ ਦੇ ਵਿੱਚੋਂ ਆਹ ਦੋ ਮਾਈਨਸ ਕਰਨੇ ਆ ਇੱਥੇ ਟੋਟਲ ਚੋਂ ਆਹ ਦੋ ਮਾਈਨਸ ਕਰ ਦਿਓ ਇੱਥੇ ਵੈਲਿਊ ਆਜੂ 522 288 ਆ ਗਈ ਜੀ ਇੱਥੇ ਵੈਲਿਊ ਆਪੋ ਆਪਣੀ ਕੈਲਕੂਲੇਸ਼ਨ ਕਰ ਲਿਓ 810 ਦੇ ਵਿੱਚੋਂ 198 ਤੇ 324 ਨੂੰ ਮਾਈਨਸ ਕਰਨਾ ਹੈ
324 ਤੇ 198 ਜੋੜ ਕੇ 522 ਬਣ ਗਿਆ। 810 ਚੋਂ 522 ਕੱਢਣੇ ਸੀ, 810 ਚੋਂ 522 ਕੱਢਣੇ ਸੀ। ਮੈਂ ਬਿਨਾ ਪੈਨ ਤੋਂ ਕਿਵੇਂ ਕੱਢਿਆ? 522 ਨਹੀਂ ਕੱਢਿਆ, ਪਹਿਲਾਂ 500 ਕੱਢਤਾ ਫਿਰ 22 ਅੱਡ ਕੱਢਤਾ। ਇਹ ਚੋਂ 500 ਕੱਢਿਆ, 310 ਰਹਿ ਗਿਆ, 22 ਹੋਰ ਕੱਢ ਕੇ 288 ਰਹਿ ਗਿਆ। ਐਂ ਜੇ ਕੀਤਾ ਤੁਸੀਂ ਆਪਦਾ ਪੈਨ ਵਰਤ ਕੇ ਸਾਈਡ ਜੇ ਤੇ ਕਰ ਲਿਓ, ਵਾਧੂ ਥਾਂ ਛੱਡੀ ਹੋਈ ਹੈਗੀ। ਤਾਂ ਇਹ ਬੱਚੇ ਆਪਣੀ ਸਾਰੀ ਕੈਲਕੂਲੇਸ਼ਨ ਸੀ ਜਿਹਦੇ ਨਾਲ ਸਾਰੀਆਂ ਵੈਲਿਊਜ਼ ਆ ਗਈਆਂ। ਸਾਰੀਆਂ ਵੈਲਿਊਜ਼ ਆ ਗਈਆਂ ਤਾਂ ਹੁਣ ਮਾਂ ਦੇ ਪੁੱਤ ਸਾਡੇ ਤੋਂ ਜੋ ਮਰਜ਼ੀ ਪੁੱਛੀ ਜਾਣ, ਕੱਲੇ ਕੱਲੇ ਕੁਐਸਚਨ ਦਾ ਆਨਸਰ ਕਰ ਦਾਂਗੇ। ਚਾਹੇ ਸਾਨੂੰ ਕਿਸੇ ਦੀ ਕਿਸੇ ਨਾਲ ਰੇਸ਼ੀਓ ਪੁੱਛ ਲੈਣ, ਚਾਹੇ ਕਿਸੇ ਦੀ ਕਿਸੇ ਨਾਲ ਪਰਸੈਂਟੇਜ ਕਢਾ ਲੈਣ, ਚਾਹੇ ਕਿਸੇ ਦਾ ਕੁੱਲ ਪੁੱਛ ਲੈਣ, ਚਾਹੇ ਕਿਸੇ ਖਾਸ ਦੀ ਵੈਲਿਊ ਪੁੱਛ ਲੈਣ, ਜੋ ਮਰਜ਼ੀ ਪੁੱਛੀ ਜਾਵੇ ਐਗਜ਼ਾਮੀਨਰ। ਅਗਲੇ 5 ਕੁਐਸਚਨ ਦੇਖੋ, ਆਪਾਂ ਇੱਕ ਇੱਕ ਕਰਕੇ ਕਰਦੇ ਹਾਂ। 5 ਸਕਿੰਟ ਲੱਗਣਗੇ, ਕਰ ਕਰਾ ਕੇ 7-8 ਜਾਂ 10 ਸਕਿੰਟ ਲੱਗ ਜਾਣਗੇ, ਅਸੀਂ ਕੁਐਸਚਨ ਕਰਦੇ ਜਾਵਾਂਗੇ। ਤਾਂ DI ਦੇ ਸਵਾਲਾਂ 'ਚ ਖਾਸ ਕਰਕੇ ਕੀ ਹੁੰਦਾ ਹੈ ਕਿ ਬੱਚੇ ਸਾਡਾ ਪੂਰੇ ਦਾ ਪੂਰਾ ਜਿਹੜਾ ਕੁਐਸਚਨ ਦਿੱਤਾ ਉਹਦੀ ਫਿਗਰਸ ਨੂੰ ਧਿਆਨ ਨਾਲ ਦੇਖਣਾ, ਉਹਨਾਂ ਦਾ ਐਨਾਲਿਸਿਸ ਕਰਨਾ, ਉਹ ਸਾਡੇ 3 ਤੋਂ 4 ਮਿੰਟ ਦਾ ਕੰਮ ਹੁੰਦਾ। ਉਸ ਤੋਂ ਬਾਅਦ ਅਗਲੇ 1 ਮਿੰਟ ਦੇ ਵਿੱਚ ਅਸੀਂ 5 ਦੇ 5 ਕੁਐਸਚਨ ਕਰ ਜਾਂਦੇ ਹੁੰਦੇ। ਜਦੋਂ ਆਹ 3-4 ਮਿੰਟਾਂ 'ਚ ਕੰਮ ਹੋ ਗਿਆ ਤੁਹਾਡਾ, ਅਗਲੇ ਜਿੰਨੇ ਮਰਜ਼ੀ ਕੁਐਸਚਨ ਨੇ 10-10 ਸਕਿੰਟਾਂ 'ਚ ਕੁਐਸਚਨ ਕਰਦੇ ਜਾਓਗੇ। ਬੱਚੇ ਕੁਐਸਚਨ ਦੇਖ ਲਓ, ਵਟ ਇਜ਼ ਦਾ ਟੋਟਲ ਨੰਬਰ ਆਫ ਸਟੂਡੈਂਟਸ ਇਨ ਦਾ ਇੰਸਟੀਚਿਊਟ। ਤਾਂ ਇੰਸਟੀਚਿਊਟ ਦੇ ਵਿੱਚ ਟੋਟਲ ਸਟੂਡੈਂਟਸ ਕਿੰਨੇ? ਬॉयਜ਼ ਪਲੱਸ ਗਰਲਸ। ਸਾਨੂੰ ਪਤਾ ਯਾਰ ਇੰਸਟੀਚਿਊਟ ਦੇ ਵਿੱਚ ਟੋਟਲ ਸਟੂਡੈਂਟਸ ਕੀ ਹੈ? ਬॉयਜ਼ ਪਲੱਸ ਗਰਲਸ ਹੀ ਦੱਸਣੇ ਆਪਾਂ। ਤਾਂ ਬॉयਜ਼ ਕਿੰਨੇ ਸੀਗੇ? 990। ਗਰਲਸ ਕਿੰਨੀਆਂ ਸੀ? 810। ਤਾਂ ਐਡ ਕਰਕੇ ਟੋਟਲ ਸਟੂਡੈਂਟਸ ਕਿੰਨੇ ਆ ਗਏ? 1800। ਤਾਂ ਇਸ ਕੁਐਸਚਨ ਦਾ ਬੱਚੇ ਤੁਹਾਡਾ ਆਨਸਰ ਆ ਜਾਊਗਾ C ਆਪਸ਼ਨ 1800। ਕਲੀਅਰ ਹੈ ਜੀ ਸਾਰਿਆਂ ਨੂੰ? ਇੱਥੇ ਤਾਂ ਆਪਾਂ ਨੂੰ ਉਹ ਵੈਲਿਊਜ਼ ਹੀ ਯਾਦ ਨੇ, ਪਿੱਛੇ ਵੀ ਜਾਣ ਦੀ ਲੋੜ ਨਹੀਂ ਪਈ। ਅਗਲਾ ਕੁਐਸਚਨ, ਵਟ ਇਜ਼ ਦਾ ਰੇਸ਼ੀਓ? ਆਪਾਂ ਬੱਚੇ ਰੇਸ਼ੀਓ ਫਾਈਂਡ ਕਰਨੀ ਆ ਕਾਦੀ? ਬਿਟਵੀਨ ਦਾ ਨੰਬਰ ਆਫ ਬॉयਜ਼ ਐਂਡ ਦੈਟ ਆਫ ਗਰਲਸ ਸਟੱਡਿੰਗ HR। ਤਾਂ ਬੱਚੇ HR ਦੇ ਵਿੱਚ ਬॉयਜ਼ ਤੇ ਗਰਲਸ ਦੀ ਰੇਸ਼ੀਓ ਦੇਖੋ ਕੀ ਹੋਊਗੀ। ਤਾਂ HR ਦੇ ਵਿੱਚ ਮੁੰਡੇ ਕਿੰਨੇ ਆ? 198। HR 'ਚ ਕੁੜੀਆਂ ਕਿੰਨੀਆਂ ਨੇ? 324। ਤਾਂ HR ਦੇ ਵਿੱਚ ਮੁੰਡੇ 198, HR 'ਚ ਮੁੰਡੇ 198, ਕੁੜੀਆਂ 324। 324 ਮੈਨੂੰ ਪਤਾ 18 ਦਾ ਸਕੁਅਰ ਹੁੰਦਾ। ਤਾਂ ਇਹ 18 ਦੇ ਟੇਬਲ 'ਚ ਗਿਆ 11 ਗੁਣਾ 18 ਗੁਣਾ 10 180। ਉਹ ਤੋਂ 18 ਜ਼ਿਆਦਾ ਤਾਂ 18 ਗੁਣਾ 11 198। ਇਹ 18 ਦਾ ਸਕੁਅਰ ਹੈ ਤਾਂ 18 ਦੇ ਕੱਟ ਕੇ 18 ਹੀ ਆ ਗਿਆ। ਤਾਂ 11 ਰੇਸ਼ੀਓ 18 ਬੱਚੇ ਸਾਡਾ 4th ਆਪਸ਼ਨ ਆਨਸਰ ਆ ਗਿਆ। ਸਮਝ ਆ ਗਿਆ ਜੀ? ਮਤਲਬ ਮੈਂ ਫਿਗਰਸ ਤਾਂ ਉਧਰੋਂ ਚੱਕ ਕੇ ਦੱਸਿਆ, ਕੈਲਕੂਲੇਸ਼ਨ ਵੀ ਕਿਵੇਂ ਕਰਨੀ ਹੈਗੀ, ਕਿਵੇਂ ਕੱਟਣਾ। ਸਿੱਧਾ 18 ਤੇ ਕੱਟ ਸਕਦੇ ਆ। ਪਛਾਣ ਕੀ ਹੈ? ਉਹ 18 ਦਾ ਸਕੁਅਰ ਹੈ। ਇਹ 180 ਤੋਂ 18 ਉੱਤੇ ਤਾਂ ਇਹ ਵੀ 18 ਤੇ ਜਾਊਗਾ, ਉਹ ਵੀ 18 ਤੇ ਜਾਊਗਾ। ਤਾਂ 11 ਰੇਸ਼ੀਓ 18 ਆ ਗਿਆ। ਤਾਂ ਕੈਲਕੂਲੇਸ਼ਨ ਵੀ ਧਿਆਨ ਨਾਲ ਦੇਖਦੇ ਜਾਇਓ। ਹਾਊ ਮੈਨੀ ਗਰਲਸ ਆਰ ਸਟੱਡਿੰਗ ਫਾਈਨਾਂਸ? ਤਾਂ ਫਾਈਨਾਂਸ ਦੀਆਂ ਕੁੜੀਆਂ ਆਪਾਂ ਅਖੀਰ ਤੇ ਕੱਢੀਆਂ ਸੀ 288, ਵੈਸੇ ਹੀ ਯਾਦ ਹੈਗਾ, ਜਾ ਕੇ ਦੇਖ ਵੀ ਆਉਂਦੇ ਆਂਗੇ। ਫਾਈਨਾਂਸ ਵਾਲੀਆਂ ਕੁੜੀਆਂ ਸਭ ਤੋਂ ਅਖੀਰਲੀ ਕੈਲਕੂਲੇਸ਼ਨ ਜਿਹੜੀ ਆਪਾਂ ਕੀਤੀ ਸੀ, ਫਾਈਨਾਂਸ ਵਾਲੀਆਂ ਕੁੜੀਆਂ 288 ਕੈਲਕੂਲੇਟ ਕੀਤੀ ਸੀ। ਇਹੀ ਸਿੱਧਾ ਕੁਐਸਚਨ ਹੈ, ਹਾਊ ਮੈਨੀ ਗਰਲਸ ਆਰ ਸਟੱਡਿੰਗ ਫਾਈਨਾਂਸ? ਤਾਂ 288। ਇਸ ਤੋਂ ਅਗਲਾ ਕੁਐਸਚਨ ਦੇਖੋ ਬੱਚੇ, ਦ ਨੰਬਰ ਆਫ ਬॉयਜ਼ ਸਟੱਡਿੰਗ ਫਾਈਨਾਂਸ, ਫਾਈਨਾਂਸ ਵਾਲੇ ਮੁੰਡੇ, ਇਜ਼ ਵਟ ਪਰਸੈਂਟ ਆਫ ਟੋਟਲ ਨੰਬਰ ਆਫ ਸਟੂਡੈਂਟਸ ਇਨ ਦਾ ਇੰਸਟੀਚਿਊਟ। ਐਗਜ਼ਾਮੀਨਰ ਕਹਿੰਦਾ ਫਾਈਨਾਂਸ ਪੜ੍ਹਨ ਵਾਲੇ ਮੁੰਡੇ ਇਜ਼ ਵਟ ਪਰਸੈਂਟ ਆਫ ਟੋਟਲ ਸਟੂਡੈਂਟਸ ਇਨ ਦਾ ਇੰਸਟੀਚਿਊਟ। ਤਾਂ ਟੋਟਲ ਤਾਂ ਸਭ ਨੂੰ ਪਤਾ, ਆਪਾਂ ਪਿਛਲੇ ਕੁਐਸਚਨ 'ਚ 1800 ਕੱਢਿਆ ਸੀ। ਜਿਹੜਾ ਪਹਿਲਾ ਕੁਐਸਚਨ ਸੀ ਉਹ 'ਚ ਆਪਾਂ ਟੋਟਲ 1800 ਕੱਢਿਆ ਸੀ। ਐਗਜ਼ਾਮੀਨਰ ਕਹਿੰਦਾ ਫਾਈਨਾਂਸ ਵਾਲੇ ਮੁੰਡੇ ਟੋਟਲ ਦਾ ਕਿੰਨੇ ਪਰਸੈਂਟ ਨੇ? ਤਾਂ ਬੱਚੇ ਧਿਆਨ ਨਾਲ ਦੇਖੋ, ਫਾਈਨਾਂਸ ਵਾਲੇ ਮੁੰਡੇ ਕਿੰਨੇ ਆ? ਫਾਈਨਾਂਸ ਵਾਲੇ ਮੁੰਡੇ 495 ਨੇ ਜੀ। ਤਾਂ 495 ਦੱਸਣਾ ਕਿ ਟੋਟਲ ਦਾ ਕਿੰਨੇ ਪਰਸੈਂਟ ਹੈ। ਫਾਈਨਾਂਸ ਵਾਲੇ ਮੁੰਡੇ 495 ਇਜ਼ ਵਟ ਪਰਸੈਂਟ ਆਫ ਟੋਟਲ 1800। ਪਰਸੈਂਟੇਜ ਕੱਢਣ ਲਈ ਮਲਟੀਪਲਾਈ 100, 00 ਨਾਲ 00 ਕੈਂਸਲ, ਉੱਪਰ 495 ਥੱਲੇ 18 ਹੈ। 9 ਦੇ ਟੇਬਲ 'ਚ 55, 9 ਦੇ ਟੇਬਲ 'ਚ 2, 55 ਬਟੇ 2 ਕਿੰਨਾ ਆ ਗਿਆ ਜੀ? 27.5%। ਤਾਂ ਜਾਂ ਤਾਂ 27.5%, ਨਹੀਂ ਤਾਂ 27/1/2। ਜੋ ਵੀ ਆਪਸ਼ਨ ਹੈ ਤਾਂ 27.5 ਡੈਸੀਮਲ ਦੇ ਵਿੱਚ ਆਪਸ਼ਨ ਹੈ। ਤਾਂ ਬੱਚੇ ਤੁਹਾਡਾ B ਆਪਸ਼ਨ ਆ ਗਿਆ 27.5%। ਹਾਂਜੀ, ਤਾਂ ਇਹ ਬੱਚੇ ਆਪਣੇ ਕੁਐਸਚਨ ਚੱਲ ਰਹੇ ਨੇ। ਹਲੇ ਇੱਕ ਕੁਐਸਚਨ ਹੋਰ ਬਚਿਆ ਹੋਇਆ ਜਾਂ 2 ਬਚੇ ਹੋਏ ਨੇ। ਮੈਂ ਕੀ ਦੱਸ ਰਿਹਾ ਕਿ ਜਦੋਂ ਤੁਹਾਨੂੰ DI ਦੇ ਵਿੱਚ ਕੋਈ ਵੀ ਸਵਾਲ ਆ ਗਿਆ, ਉਹ ਚਾਹੇ ਕੇਸ ਸਟੱਡੀਜ਼ ਦਾ ਇਹੋ ਜਿਹਾ ਸਵਾਲ ਹੈ, ਚਾਹੇ ਉਹ ਜਿਹੜਾ ਪਿਛਲਾ ਜਿਹੜਾ ਆਪਾਂ ਵੈਨ ਡਾਇਗਰਾਮ ਦਾ ਕੋਆਪਰੇਟਿਵ ਇੰਸਪੈਕਟਰ ਦੇ ਪੇਪਰ 'ਚੋਂ ਕਰ ਰਹੇ ਹਾਂ ਐਗਜ਼ਾਮ, ਉਹ ਸਵਾਲ ਹੈ, ਤਾਂ ਉਹਦੇ ਵਿੱਚ ਜਿਹੜਾ ਪੂਰੀ ਦੀ ਪੂਰੀ ਸਟੇਟਮੈਂਟ ਦਾ ਐਨਾਲਿਸਿਸ ਕਰਨਾ, ਜਿਹ 'ਚੋਂ ਫਿਗਰਸ ਕੱਢਣੀਆਂ ਨੇਗੀਆਂ, ਉਹਨਾਂ ਨੂੰ ਥਾਂ ਸਿਰ ਲਿਖਣਾ ਹੈਗਾ, ਉਹਦੇ ਤੇ ਤੁਹਾਡੇ 3-4 ਮਿੰਟ ਲੱਗ ਰਹੇ ਨੇ, 5 ਲੱਗ ਜਾਣਗੇ। ਚਲੋ ਯਾਰ ਬਹੁਤ ਸਲੋ ਹੋ ਤੁਸੀਂ, 5 ਮਿੰਟ ਲੱਗ ਗਏ। ਉਸ ਤੋਂ ਬਾਅਦ 10-10 ਸਕਿੰਟਾਂ 'ਚ ਕੀ ਕੁਐਸਚਨ ਹੋ ਰਿਹਾ। ਤਾਂ ਮਤਲਬ ਪੂਰੇ 1 ਮਿੰਟ ਦੇ ਵਿੱਚ ਤੁਸੀਂ ਅਗਲੇ 5 ਕੁਐਸਚਨ ਕਰ ਦੋਗੇ।
ਤਾਂ ਜੇ 4 ਜਾਂ 5 ਮਿੰਟ 'ਚ ਤੁਸੀਂ ਪੂਰਾ ਐਨਾਲਿਸਿਸ ਕਰਕੇ ਫਿਗਰਸ ਨੂੰ ਥਾਂ ਸਿਰ ਲਿਖ ਰਹੇ ਹੋ, ਅਗਲਾ 1 ਮਿੰਟ ਹੋਰ ਜੋੜ ਲਓ ਤਾਂ 6 ਮਿੰਟਾਂ 'ਚ 5 ਨੰਬਰ ਪੱਕੇ ਕਰ ਰਹੇ ਹੋ। ਉਹ ਬੱਚੇ ਜਿਹੜੇ ਬਹੁਤ ਸਲੋ ਕਰ ਰਹੇ ਨੇ, ਜਿਹੜੇ ਤੇਜ਼ ਕਰ ਰਹੇ ਨੇ, ਉਹ ਤਾਂ 3 ਜਾਂ 4 ਮਿੰਟਾਂ ਦੇ ਵਿੱਚ 5 ਦੇ 5 ਨੰਬਰ ਪੱਕੇ ਕਰਨਗੇ ਤੇ ਪੱਕੇ ਵੀ ਕਰਨਗੇ। ਇਹ ਨਹੀਂ ਹੈਗਾ ਕਿ ਤੁਸੀਂ ਕਰ ਹੀ ਨਹੀਂ ਰਹੇ, ਪੱਕੇ ਵੀ ਕਰੋਗੇ ਜੇ ਚੰਗੀ ਤਰ੍ਹਾਂ ਸਮਝ ਆ ਰਿਹਾ, ਚੰਗੀ ਤਰ੍ਹਾਂ ਇਹਦੀ ਪ੍ਰੈਕਟਿਸ ਕਰ ਰਹੇ ਹੋ। ਅਗਲਾ ਕੁਐਸਚਨ, ਨੰਬਰ ਆਫ ਗਰਲਸ studying marketing is what percent of number of boys studying finance? ਤਾਂ ਬੱਚੇ ਐਗਜ਼ਾਮੀਨਰ ਕਹਿੰਦਾ girls studying marketing, ਇਹਦੀ ਪਰਸੈਂਟੇਜ ਕੱਢਣੀ ਹੈ ਕਿਹਦੇ ਨਾਲ? boys studying finance ਦੇ ਨਾਲ। ਪਰਸੈਂਟੇਜ ਕੱਢਣ ਲਈ ਮਲਟੀਪਲਾਈ 100। ਫਾਈਨਾਂਸ ਵਾਲੇ ਮੁੰਡੇ ਤਾਂ ਆਪਾਂ ਹੁਣੇ ਦੇਖ ਕੇ ਆਏ ਆ 495, 495। ਮਾਰਕੀਟਿੰਗ ਦੀਆਂ ਗਰਲਸ ਆਪਾਂ ਅਖੀਰ ਤੇ ਕੱਢੀਆਂ ਸੀ, ਸ਼ੁਰੂ 'ਚ ਕੱਢ ਲਿਆ ਸੀ 198, ਜਿਹ 'ਚ 3:2 ਦਿੱਤਾ ਸੀ, 2 ਦੀ ਵੈਲਿਊ 198 ਆ ਗਈ ਸੀ। ਫਿਰ ਵੀ ਮੈਂ ਤੁਹਾਨੂੰ ਵੈਲਿਊਜ਼ ਚੈੱਕ ਕਰਾ ਲਿਓ ਨਾ। ਮਾਰਕੀਟਿੰਗ ਗਰਲਸ, ਫਾਈਨਾਂਸ ਬॉयਜ਼। ਮਾਰਕੀਟਿੰਗ ਗਰਲਸ ਧਿਆਨ ਨਾਲ ਦੇਖੋ ਜੀ 198, ਫਾਈਨਾਂਸ ਦੇ ਬॉयਜ਼ 495। ਇਹ ਤਾਂ ਪਿਛਲੇ ਕੁਐਸਚਨ 'ਚ ਹੀ ਦੇਖਿਆ। ਤਾਂ ਆਪਾਂ ਬੇਸਿਕਲੀ ਦੱਸਣਾ ਕਿ 198 ਇਜ਼ ਵਟ ਪਰਸੈਂਟ ਆਫ 495। 198 ਇਜ਼ ਵਟ ਪਰਸੈਂਟ ਆਫ 495। ਪਰਸੈਂਟੇਜ ਕੱਢਣ ਲਈ ਮਲਟੀਪਲਾਈ 100। ਤਾਂ ਬੱਚੇ 9 ਦੇ ਟੇਬਲ 'ਚ ਕੱਟੋ ਜੀ। 9 ਦੇ ਟੇਬਲ 'ਚ ਇੱਥੇ ਕੱਟਿਆ 55, 9 ਦੇ ਟੇਬਲ 'ਚ ਇੱਥੇ ਕੱਟਿਆ 22, 22/55। 11 ਦੇ ਟੇਬਲ 'ਚ ਕੱਟਿਆ 2/5, 2/5 ਸਾਰਿਆਂ ਨੂੰ ਪਤਾ ਕਿ 40% ਹੁੰਦਾ। ਮਲਟੀਪਲਾਈ 100 ਵੱਲ ਦੇਖਣ ਦੀ ਲੋੜ ਵੀ ਨਹੀਂ ਹੈਗੀ। 2/5 ਦੀ ਪਰਸੈਂਟ ਵੈਲਿਊ 40% ਸਾਰਿਆਂ ਨੂੰ ਪਤਾ। ਸੀ ਆਪਸ਼ਨ 40%। ਤਾਂ ਕੋਈ ਬੱਚਾ ਮੈਨੂੰ ਸਕਰੀਨਸ਼ਾਟ ਭੇਜ ਦਿਓ ਇਸ ਕੁਐਸਚਨ ਦਾ, ਜਿਹਦੇ ਕੋਲ ਮੇਰਾ WhatsApp ਵਾਲਾ ਨੰਬਰ ਹੈਗਾ। ਆਪਸ਼ਨ ਸਹੀ ਕਰਨੇ, ਸਾਰਿਆਂ ਦੇ ਪਿੱਛੇ ਪਰਸੈਂਟੇਜ ਲਾਉਣੀ ਹੈ। ਚਲੋ ਵੈਸੇ ਤਾਂ 20, 35, 40, 50 ਕੋਈ ਗਲਤੀ ਤਾਂ ਹੈ ਨਹੀਂ, ਫਿਰ ਵੀ ਪਰਸੈਂਟੇਜ ਲੱਗਣੀ ਚਾਹੀਦੀ ਹੈ। ਤਾਂ ਆਨਸਰ ਵਿਲ ਬੀ ਥਰਡ ਆਪਸ਼ਨ 40%। ਸਮਝ ਆ ਗਿਆ ਬੱਚੇ ਸਾਰਿਆਂ ਨੂੰ? ਤਾਂ ਇਹ ਆਪਣਾ ਦੂਜਾ ਕੁਐਸਚਨ ਸੀ DI ਦਾ, ਜਿਹਦੇ ਵਿੱਚ ਆਪਾਂ ਨੂੰ ਸਟੇਟਮੈਂਟ ਦਿੱਤੀ ਹੋਈ ਹੈ। ਸਟੇਟਮੈਂਟ ਦੇ ਵਿੱਚ ਕੋਈ ਡਾਟਾ ਦਿੱਤਾ ਹੋਇਆ, ਅਸੀਂ ਉਹਦਾ ਸਾਰਾ ਐਨਾਲਿਸਿਸ ਜਾਂ ਕੀਤਾ, ਜਿਵੇਂ ਜਿਹੜੀ ਵੈਲਿਊ ਜਿੱਥੇ ਲਿਖਣੀ ਉਹ ਸਾਰਾ ਚਾਰਟ ਜਾਂ ਬਣਾਇਆ, ਜਾਂ ਇਸ ਤੋਂ ਪਹਿਲਾਂ ਜਦੋਂ ਪੁਰਾਣੇ ਪੇਪਰ ਵਾਲਾ ਸਵਾਲ ਕਰ ਰਹੇ ਉਹਦੇ ਵਿੱਚ ਆਪਾਂ ਵੈਨ ਡਾਇਗਰਾਮ ਬਣਾਈ। ਤਾਂ ਜਿਵੇਂ ਵੀ ਜੋ ਵੀ ਬਣਾਉਣਾ ਹੈਗਾ ਆਪਾਂ ਅਕੋਰਡਿੰਗਲੀ ਉਹਨਾਂ ਵੈਲਿਊਜ਼ ਨੂੰ ਦੇਖਿਆ, ਤੇ ਫਿਰ ਐਗਜ਼ਾਮੀਨਰ ਜੋ ਸਾਨੂੰ ਇੱਕ ਕੁਐਸਚਨ 'ਚ ਪੁੱਛਦਾ ਜਾ ਰਿਹਾ, ਅਸੀਂ ਬਹੁਤ ਛੇਤੀ, ਬਹੁਤ ਨਾਲ ਦੀ ਨਾਲ ਆਨਸਰ ਮਾਰਕ ਕਰਦੇ ਜਾਂਦੇ ਹਾਂ। ਤਾਂ ਇੰਨੀ ਗੱਲ ਸਮਝ ਆ ਗਈ ਬੱਚੇ ਸਾਰਿਆਂ ਨੂੰ? ਇਸ ਤੋਂ ਬਾਅਦ ਇਹ ਕੁਐਸਚਨ ਹੈ। ਇਹ ਕੁਐਸਚਨ ਵੈਸੇ ਮੈਂ ਸੋਚਿਆ ਸੀ ਤੁਹਾਨੂੰ ਹੋਮਵਰਕ ਦੇ ਦੂੰਗਾ, ਪਰ ਆਪਣੇ ਕੋਲ ਸਮਾਂ ਹੈਗਾ ਹੀ ਹੈ, ਕਰ ਵੀ ਸਕਦੇ ਹਾਂ। ਉਹ ਕਹਿੰਦਾ ਅ ਸੋਸਾਇਟੀ ਹੈਜ਼ 3000 ਮੈਂਬਰਸ। ਕਿਸੇ ਸੋਸਾਇਟੀ ਦੇ ਵਿੱਚ 3000 ਮੈਂਬਰ ਨੇ, ਆਊਟ ਆਫ ਵਿੱਚ ਜਿਨ੍ਹਾਂ ਚੋਂ 700 ਮੈਂਬਰਸ ਰੀਡ ਓਨਲੀ। ਓਨਲੀ ਸ਼ਬਦ ਫੇਰ ਆ ਗਿਆ ਬੱਚੇ। ਤਾਂ ਓਨਲੀ ਸ਼ਬਦ ਆਮ ਤੌਰ ਤੇ ਲਿਖਿਆ ਜਾਂਦਾ, ਆਮ ਤੌਰ ਤੇ ਯੂਜ਼ ਕੀਤਾ ਜਾਂਦਾ। ਤਾਂ ਸਾਨੂੰ ਓਨਲੀ ਦੀ ਸਾਰੀ ਪਰਿਭਾਸ਼ਾ ਸਮਝ ਆਉਣੀ ਚਾਹੀਦੀ ਹੈ ਵੀ ਜਦੋਂ ਓਨਲੀ ਲਿਖਿਆ ਹੈ ਉਹਦਾ ਕੀ ਮਤਲਬ ਹੈ, ਉਹਦਾ ਕੀ ਫਰਕ ਪੈਂਦਾ ਓਨਲੀ ਲਿਖਣ ਨਾਲ, ਤੇ ਜਦੋਂ ਓਨਲੀ ਨਹੀਂ ਲਿਖਿਆ ਉਹਦਾ ਕੀ ਮਤਲਬ ਹੈ, ਇਹ ਵੀ ਪਤਾ ਹੋਣਾ ਚਾਹੀਦਾ। ਤਾਂ ਉਹ ਕਹਿੰਦੇ 3000 ਲੋਕ ਰਹਿੰਦੇ ਇੱਕ ਸੁਸਾਇਟੀ ਦੇ ਵਿੱਚ, ਜਿਨ੍ਹਾਂ ਚੋਂ 700 ਜਾਣੇ ਕੀ ਕਰ ਰਹੇ ਆ? ਸਿਰਫ ਅੰਗਰੇਜ਼ੀ ਦਾ ਅਖਬਾਰ ਪੜ੍ਹ ਰਹੇ ਆ। 600 ਜਾਣੇ ਸਿਰਫ ਹਿੰਦੀ ਦਾ ਅਖਬਾਰ ਪੜ੍ਹ ਰਹੇ ਆ, ਤੇ 550 ਜਾਣੇ ਸਿਰਫ ਪੰਜਾਬੀ ਦਾ ਅਖਬਾਰ ਪੜ੍ਹ ਰਹੇ ਆ। ਇਹ ਸਾਨੂੰ ਓਨਲੀ ਚ ਦੇਤਾ। ਦਾ ਨੰਬਰ ਆਫ ਮੈਂਬਰਸ ਰੀਡਿੰਗ ਆਲ ਦਾ 3 ਨਿਊਜ਼ਪੇਪਰਸ ਇਜ਼ 100। ਤੇ 100 ਜਾਣੇ ਉਸੇ ਸੁਸਾਇਟੀ ਚੋਂ ਕੀ ਨੇ ਜਿਹੜੇ ਤਿੰਨੇ ਅਖਬਾਰ ਪੜ੍ਹਦੇ ਆ। ਤਾਂ 100 ਬੰਦੇ ਕਾਮਨ ਥਾਂ ਤੇ ਆ ਗਏ, ਜਿਹੜੇ ਅੰਗਰੇਜ਼ੀ 'ਚ ਵੀ ਹੋਣੇ ਚਾਹੀਦੇ, ਹਿੰਦੀ 'ਚ ਵੀ ਹੋਣੇ ਚਾਹੀਦੇ, ਪੰਜਾਬੀ 'ਚ ਵੀ ਹੋਣੇ ਚਾਹੀਦੇ ਆ। ਤਾਂ ਇਹਦਾ ਮਤਲਬ ਇਸ ਕੁਐਸਚਨ 'ਚ ਵੈਨ ਡਾਇਗਰਾਮ ਬਣੂਗੀ। ਇਹ ਵੈਨ ਡਾਇਗਰਾਮ ਦਾ ਕੁਐਸਚਨ ਹੈ। ਤਾਂ ਬੱਚੇ ਆਹ ਤੁਹਾਡਾ ਇੰਗਲਿਸ਼ ਦਾ ਸਰਕਲ ਆ ਗਿਆ, ਆਹ ਤੁਹਾਡਾ ਹਿੰਦੀ ਦਾ ਸਰਕਲ ਆ ਗਿਆ, ਆਹ ਤੁਹਾਡਾ ਪੰਜਾਬੀ ਦਾ ਸਰਕਲ ਆ ਗਿਆ। ਤਾਂ ਕਾਮਨ ਪੋਰਸ਼ਨ ਸਾਰਿਆਂ ਨੂੰ ਪਤਾ ਜਿਹੜਾ ਸਾਰਿਆਂ 'ਚ ਆ ਗਿਆ ਉਹ ਤਿੰਨਾਂ ਲੈਂਗੁਏਜਸ ਦੇ ਵਿੱਚ ਹੈ। ਇੱਥੇ ਆਪਾਂ ਇੰਗਲਿਸ਼ ਲਿਖ ਦਿੰਦੇ ਆ, ਇੱਥੇ ਆਪਾਂ H ਪਾ ਕੇ ਹਿੰਦੀ ਲਿਖ ਦਿੰਦੇ ਆ, ਇੱਥੇ ਆਪਾਂ P ਪਾ ਕੇ ਪੰਜਾਬੀ ਲਿਖ ਦਿੰਦੇ ਆਂਗੇ। ਹਾਂਜੀ, ਤਾਂ ਜਿਹੜੇ ਤਿੰਨਾਂ ਨਿਊਜ਼ਪੇਪਰਸ ਨੂੰ ਪੜ੍ਹ ਰਹੇ ਨੇ 100 ਜਾਣੇ, ਤਾਂ ਉਹ ਤਾਂ ਸੈਂਟਰ 'ਚ ਲਿਖ ਦਿਓ 100। 700 ਜਾਣੇ ਸਿਰਫ ਇੰਗਲਿਸ਼, ਤਾਂ 700 ਇੱਥੇ ਲਿਖਤਾ। ਤਾਂ ਇਹ ਬੱਚੇ 700 ਕੀ ਹੈ? ਇੰਗਲਿਸ਼ ਦਾ ਪੂਰਾ ਸਰਕਲ ਨਹੀਂ ਹੈਗਾ 700, ਓਨਲੀ ਇੰਗਲਿਸ਼, ਮਤਲਬ ਬਾਕੀਆਂ ਤੋਂ ਬਾਹਰ ਸਿਰਫ ਆਹ 600 ਜਾਣੇ ਸਿਰਫ ਹਿੰਦੀ ਪੜ੍ਹ ਰਹੇ ਨੇ, 550 ਜਾਣੇ ਸਿਰਫ ਪੰਜਾਬੀ ਦਾ ਨਿਊਜ਼ਪੇਪਰ ਪੜ੍ਹ ਰਹੇ ਨੇ। ਇਸ ਤੋਂ ਬਾਅਦ ਮੈਂਬਰਸ ਰੀਡਿੰਗ ਓਨਲੀ ਹਿੰਦੀ ਐਂਡ ਇੰਗਲਿਸ਼ ਆਰ 200। ਤਾਂ 200 ਮੈਂਬਰਸ ਕੀ ਨੇ? ਜਿਹੜੇ ਹਿੰਦੀ ਐਂਡ ਇੰਗਲਿਸ਼ ਓਨਲੀ ਦਾ ਮਤਲਬ ਫਿਰ ਪੰਜਾਬੀ ਨਹੀਂ। ਤਾਂ ਹਿੰਦੀ ਐਂਡ ਇੰਗਲਿਸ਼ ਦਾ ਕਾਮਨ ਕੀ ਹੈ? ਆਹੀ ਹੈ। ਕਿੰਨੇ? 200 ਜਾਣੇ। ਤਾਂ 200 ਜਾਣੇ ਕੀ ਹੈ? 100 ਤੋਂ ਬਾਹਰ ਹੈ, ਪੰਜਾਬੀ ਵਾਲੇ ਸਰਕਲ ਤੋਂ ਬਾਹਰ ਹੈ। ਇੰਨਾ ਪੋਰਸ਼ਨ 200 100 ਅਲੱਗ ਆ। 400 ਮੈਂਬਰਸ ਰੀਡ ਓਨਲੀ ਹਿੰਦੀ ਐਂਡ ਪੰਜਾਬੀ, 400 ਜਾਣੇ ਹਿੰਦੀ ਪੰਜਾਬੀ ਵਾਲੇ 'ਚ ਆ ਗਏ। ਵੇਅਰਐਜ਼ 300 ਜਾਣੇ ਇੰਗਲਿਸ਼ ਪੰਜਾਬੀ 'ਚ ਆ ਗਏ। ਤਾਂ ਆਹ ਵੈਲਿਊਜ਼ ਆ ਗਈਆਂ ਬੱਚੇ ਤੁਹਾਡੀਆਂ।
ਆ ਵੈਲਿਊਜ਼ ਆ ਗਈਆਂ ਤੁਹਾਡੀਆਂ, ਮਤਲਬ ਬਹੁਤ ਸਿੰਪਲ ਜਿਹੀਆਂ ਵੈਲਿਊਜ਼ ਬਣ ਗਈਆਂ। ਇਹਦੇ ਵਿੱਚ ਕੋਈ ਕੈਲਕੂਲੇਟ ਵਗੈਰਾ ਕਰਨ ਦੀ ਲੋੜ ਨਹੀਂ ਸੀ ਹੈਗੀ, ਕੁਝ ਵੀ ਕਰਨ ਦੀ ਲੋੜ ਨਹੀਂ ਸੀ ਹੈਗੀ। ਉਹ ਪੇਪਰ 'ਚ ਜਿਹੜਾ ਕੁਐਸਚਨ ਆਇਆ ਸੀ ਉਹ ਜਦੋਂ ਆਪਾਂ ਸੋਲਵ ਕੀਤਾ ਗਾ ਮੈਥ ਸਾਇੰਸਿਸ ਤੇ ਸੋਸ਼ਲ ਸਾਇੰਸਿਸ, ਉੱਥੇ ਆਪਾਂ ਨੂੰ ਕੁਝ ਕੈਲਕੂਲੇਟ ਕਰਨਾ ਪਿਆ। ਇੱਥੇ ਤਾਂ ਸਾਰਾ ਕੁਝ ਸਿੱਧਾ ਹੀ ਲਿਖਿਆ ਹੋਇਆ ਸੀਗਾ। ਤਾਂ ਇਸ ਤੋਂ ਬਾਅਦ ਇੱਕ ਇੱਕ ਕੁਐਸਚਨ ਐਗਜ਼ਾਮੀਨਰ ਜੋ ਵੀ ਪੁੱਛ ਸਕਦਾ, ਅਸੀਂ ਨਾਲ ਦੀ ਨਾਲ 10-10 15-15 ਸਕਿੰਟਾਂ 'ਚ ਮਾਰਕ ਕਰਦੇ ਜਾਵਾਂਗੇ। ਬਾਈ ਬਣ ਕੇ ਜਿਹੜੀ ਚੀਜ਼ ਦਾ ਤੁਸੀਂ ਧਿਆਨ ਦੇਣਾ ਹੈਗਾ ਉਹ ਇਹ ਹੈਗਾ ਕਿ ਐਗਜ਼ਾਮੀਨਰ ਸਟੇਟਮੈਂਟ 'ਚ ਜਦੋਂ ਕੋਈ ਸਵਾਲ ਲਿਖ ਰਿਹਾ ਉਹ ਸਾਨੂੰ ਸਮਝ ਆ ਜਾਣਾ ਚਾਹੀਦਾ ਕਿ ਕੀ ਪੁੱਛ ਰਿਹਾ। ਜਿਵੇਂ ਪਿੱਛੇ ਜੇ ਆਪਣੇ ਕੋਲ ਕੁਝ ਕੁਐਸਚਨਸ ਆਏ ਸੀ ਜਿਹਦੇ ਵਿੱਚ ਮੈਂ ਸਮਝਾਇਆ ਸੀਗਾ ਕਿ ਕੱਲਾ ਮੈਥ ਨਾ ਕੱਢ ਲਿਓ, ਸਾਇੰਸ ਤੇ ਸੋਸ਼ਲ ਸਾਇੰਸਿਸ ਦਾ ਵੀ ਕੱਢਣਾ ਹੈਗਾ, ਕੁਛ ਨਾ ਕੁਛ ਉਹੋ ਜਿਹਾ ਲਿਖਿਆ ਹੁੰਦਾ ਸੀ। ਤਾਂ ਇੱਥੇ ਵੀ ਮੈਂ ਆਪਦੇ ਵੱਲੋਂ 2-3 ਕੁਐਸਚਨ ਬਣਾ ਕੇ ਲੈ ਕੇ ਆਇਆ। ਇੱਕ ਕੁਐਸਚਨ ਤਾਂ ਜਿਹੜਾ ਅਸਲ ਦੇ ਵਿੱਚ ਇਸ ਪੂਰੇ ਡਾਟਾ ਦਾ ਕੁਐਸਚਨ ਸੀਗਾ ਉਹ ਹੈ, 2 ਕੁਐਸਚਨ ਮੈਂ ਆਪਣੇ ਵੱਲੋਂ ਬਣਾ ਕੇ ਲਿਆਇਆ ਤਾਂ ਕਿ ਤੁਹਾਨੂੰ ਕੁਐਸਚਨਸ ਦਾ ਵੀ ਆਈਡੀਆ ਹੋ ਜਾਏ। ਫਾਈਂਡ ਦਾ ਡਿਫਰੈਂਸ ਬਿਟਵੀਨ, ਆਪਾਂ ਬੱਚੇ ਡਿਫਰੈਂਸ ਕੱਢਣਾ ਕਾਹਦਾ, ਨੰਬਰ ਆਫ ਮੈਂਬਰਸ ਰੀਡਿੰਗ ਬੋਥ ਹਿੰਦੀ ਐਂਡ ਪੰਜਾਬੀ। ਬੋਥ ਹਿੰਦੀ ਐਂਡ ਪੰਜਾਬੀ ਦੇ ਨਾਲ ਹੁਣ ਤੁਸੀਂ ਇੱਕ ਸ਼ਬਦ ਦੇਖੋ ਓਨਲੀ ਨਹੀਂ ਲਿਖਿਆ। ਜੇ ਤਾਂ ਬੱਚੇ ਹਿੰਦੀ ਐਂਡ ਪੰਜਾਬੀ ਓਨਲੀ ਲਿਖਿਆ ਹੁੰਦਾ ਫੇਰ ਤਾਂ ਆਪਾਂ ਚੱਕਦੇ ਹਿੰਦੀ ਐਂਡ ਪੰਜਾਬੀ ਓਨਲੀ 400। ਜੇ ਤਾਂ ਓਨਲੀ ਲਿਖਿਆ ਹੁੰਦਾ ਫਿਰ ਤਾਂ ਆਪਾਂ ਬੱਚੇ ਵੈਲਿਊ ਚੱਕਦੇ 400। ਹੁਣ ਬੋਥ ਹਿੰਦੀ ਐਂਡ ਪੰਜਾਬੀ ਤਾਂ ਲਿਖਿਆ ਪਰ ਓਨਲੀ ਨਹੀਂ ਲਿਖਿਆ, ਮਤਲਬ ਹਿੰਦੀ ਤੇ ਪੰਜਾਬੀ ਪੜ੍ਹਦੇ ਹੁਣ ਸਾਡੇ ਵੱਲੋਂ ਅੰਗਰੇਜ਼ੀ ਵੀ ਪੜ੍ਹਨ, ਸਾਡੇ ਵੱਲੋਂ ਅੰਗਰੇਜ਼ੀ ਨਾ ਪੜ੍ਹਨ, ਮਤਲਬ ਹੀ ਨਹੀਂ ਹੈਗਾ ਕੋਈ, ਕਿਉਂਕਿ ਓਨਲੀ ਨਹੀਂ ਲਿਖਿਆ। ਤਾਂ ਹੁਣ ਤੁਸੀਂ ਹਿੰਦੀ ਤੇ ਪੰਜਾਬੀ ਦਾ ਕਾਮਨ ਚੱਕ ਲਓ, ਉਹ ਚਾਹੇ ਇੰਗਲਿਸ਼ ਦੇ ਵਿੱਚ ਵੀ ਆਉਂਦਾ। ਤਾਂ ਹੁਣ 400 ਤੇ 100 500 ਦੀ ਗੱਲ ਹੋ ਰਹੀ ਹੈ। ਤਾਂ ਹੁਣ ਬੱਚੇ ਹਿੰਦੀ ਐਂਡ ਪੰਜਾਬੀ ਦਾ ਕਾਮਨ ਕੀ ਹੈ, ਮੈਂ ਪੀਲੇ ਰੰਗ ਨਾਲ ਦੱਸਦਾ। ਹਿੰਦੀ ਐਂਡ ਪੰਜਾਬੀ ਦਾ ਕਾਮਨ ਆ ਹੈ, ਜਦੋਂ ਓਨਲੀ ਸ਼ਬਦ ਨਹੀਂ ਲਿਖਿਆ ਹੋਇਆ, ਜਦੋਂ ਓਨਲੀ ਸ਼ਬਦ ਨਹੀਂ ਲਿਖਿਆ ਉਦੋਂ ਹਿੰਦੀ ਐਂਡ ਪੰਜਾਬੀ ਦਾ ਕਾਮਨ ਆਹ ਆ ਜਾਊਗਾ, ਬੋਥ ਹਿੰਦੀ ਐਂਡ ਪੰਜਾਬੀ। ਅੰਗਰੇਜ਼ੀ ਦਾ ਮਤਲਬ ਹੀ ਨਹੀਂ, ਪੜ੍ਹਦੇ ਆ ਨਹੀਂ ਪੜ੍ਹਦੇ ਸਾਨੂੰ ਨਹੀਂ ਮਤਲਬ ਹੈਗਾ। ਤੇ ਬੱਚੇ ਜੇ ਕਿਤੇ ਓਨਲੀ ਵੀ ਲਿਖਿਆ ਹੁੰਦਾ ਫਿਰ ਓਨਲੀ ਹਿੰਦੀ ਐਂਡ ਪੰਜਾਬੀ ਆਹ ਆ ਜਾਂਦਾ ਜਿਹੜਾ 400 ਹੈ। 400 ਇਹ ਹੈ। ਪਰ ਪੇਪਰ ਜਿਹੜਾ ਆਪਾਂ ਕੁਐਸਚਨ ਕਰ ਰਹੇ ਹਾਂ ਉੱਥੇ ਓਨਲੀ ਨਹੀਂ ਲਿਖਿਆ ਤਾਂ ਆਪਾਂ 500 ਦੀ ਗੱਲ ਕਰਨੀ, 400 + 100। ਤਾਂ ਉਹ ਕਹਿੰਦੇ ਇਹਦਾ ਡਿਫਰੈਂਸ ਦੱਸਣਾ ਹੈ, ਹਿੰਦੀ ਐਂਡ ਪੰਜਾਬੀ ਬੋਥ ਦਾ ਡਿਫਰੈਂਸ ਦੱਸਣਾ ਕਿਹਦੇ ਨਾਲ, ਦਾ ਨੰਬਰ ਆਫ ਰੀਡਰਸ ਰੀਡਿੰਗ ਬੋਥ ਇੰਗਲਿਸ਼ ਐਂਡ ਹਿੰਦੀ ਨਾਲ ਡਿਫਰੈਂਸ ਦੱਸਣਾ। ਤਾਂ ਹਿੰਦੀ ਪਲੱਸ ਪੰਜਾਬੀ ਇਹਦੀ ਵੈਲਿਊ ਆ ਗਈ 400 ਤੇ 100 500। ਇਹਦਾ ਦੱਸਣਾ ਹਿੰਦੀ ਪਲੱਸ ਇੰਗਲਿਸ਼ ਦੇ ਨਾਲ, ਉੱਥੇ ਵੀ ਓਨਲੀ ਨਹੀਂ ਲਿਖਿਆ ਹੋਇਆ ਤਾਂ ਹਿੰਦੀ ਐਂਡ ਇੰਗਲਿਸ਼। ਹਿੰਦੀ ਐਂਡ ਇੰਗਲਿਸ਼ ਕੀ ਹੈ 300, 200 ਤੇ 100 ਉੱਤੇ 300। ਤਾਂ ਇਹਨਾਂ ਦਾ ਬੱਚੇ ਡਿਫਰੈਂਸ ਆ ਜਾਊਗਾ 200। ਤਾਂ ਇਸ ਕੁਐਸਚਨ ਦਾ ਆਨਸਰ ਤੁਹਾਡਾ ਸੈਕਿੰਡ ਆਪਸ਼ਨ ਆ ਜਾਊਗਾ 200। ਮੈਂ ਸਮਝਾਉਣ ਵੇਲੇ ਥੋੜਾ ਜਿਹਾ ਟਾਈਮ ਜ਼ਰੂਰ ਲਾਤਾ, ਤੁਹਾਨੂੰ ਟਾਈਮ ਨਹੀਂ ਲੱਗਣਾ ਹੈ, ਤੁਹਾਨੂੰ ਬਿਲਕੁਲ ਟਾਈਮ ਨਹੀਂ ਲੱਗਣਾ ਹੈਗਾ, ਨਾਲ ਦੇ ਨਾਲ ਆਨਸਰਸ ਆਉਣਗੇ। ਤਾਂ ਸਮਝ ਆ ਗਿਆ ਬੱਚੇ ਸਾਰਿਆਂ ਨੂੰ। ਹਾਂਜੀ ਅਗਲਾ ਕੁਐਸਚਨ ਦੇਖੋ, ਹਾਊ ਮੈਨੀ ਮੈਂਬਰਸ ਰੀਡ ਐਟ ਮੋਸਟ 1 ਨਿਊਜ਼ਪੇਪਰ। ਬੱਚੇ ਆਪਾਂ ਪਿੱਛੇ ਕੁਝ ਸਵਾਲਾਂ 'ਚ ਸ਼ਬਦ ਪੜ੍ਹ ਕੇ ਆਏ ਸੀ ਐਟਲੀਸਟ। ਮੈਂ ਐਟਲੀਸਟ ਦਾ ਮਤਲਬ ਕੀ ਸਮਝਾਇਆ ਸੀ, ਘੱਟ ਤੋਂ ਘੱਟ ਇੰਨਾ ਕੰਮ ਤਾਂ ਕਰਨ, ਨਹੀਂ ਤੋਂ ਵੱਧ ਜੋ ਮਰਜ਼ੀ ਕਰਨ। ਇੱਥੇ ਉਹਦਾ ਉਲਟਾ ਸ਼ਬਦ ਆ ਗਿਆ ਐਟਮੋਸਟ। ਐਟਮੋਸਟ ਮਤਲਬ ਵੱਧ ਤੋਂ ਵੱਧ। ਇਹ ਬਾਈ ਵੱਧ ਤੋਂ ਵੱਧ। ਜੇ ਮੈਂ ਯਾਰ ਆਪਦੇ ਜਵਾਕ ਨੂੰ ਕਹਾਂ, ਖੈਰ ਮੇਰਾ ਜਵਾਕ ਹੈ ਨਹੀਂ ਗਾ, ਜੇ ਮੈਂ ਆਪਦੇ ਜਵਾਕ ਨੂੰ ਕਹਾਂ ਕਿ ਯਾਰ ਤੂੰ ਵੱਧ ਤੋਂ ਵੱਧ 4 ਟੌਫੀਆਂ ਖਾ ਸਕਦਾ, ਤਾਂ ਉਹਦਾ ਮਤਲਬ ਕੀ ਹੈ? ਉਹਦਾ ਮਤਲਬ ਇਹ ਨਹੀਂ ਹੈਗਾ ਕਿ ਤੂੰ 4 ਟੌਫੀਆਂ ਖਾ, ਉਹਦਾ ਮਤਲਬ ਇਹ ਹੈ ਤੂੰ 4 ਖਾ ਸਕਦਾ ਵੱਧ ਤੋਂ ਵੱਧ। ਤਾਂ 4 ਖਾ, 3 ਖਾ, 2 ਖਾ, 1 ਖਾ ਜਾਂ ਜਮਾ ਹੀ ਨਾ ਖਾ। ਤਾਂ ਵੱਧ ਤੋਂ ਵੱਧ 4 ਦਾ ਮਤਲਬ ਇਹ ਹੈਗਾ ਵੀ 4 ਜਾਂ 4 ਤੋਂ ਘੱਟ, 3 2 1 0। ਤੇ ਜੇ ਮੈਂ ਕਹਾਂ ਕਿ ਤੂੰ ਘੱਟੋ ਘੱਟ 2 ਟੌਫੀਆਂ ਤਾਂ ਖਾਣੀਆਂ ਹੀ ਨੇ, ਘੱਟੋ ਘੱਟ 2 ਖਾਣੀਆਂ ਨੇ, ਤਾਂ 2 ਜਾਂ 2 ਤੋਂ ਜ਼ਿਆਦਾ ਜਿੰਨੀਆਂ ਮਰਜ਼ੀ, 2 3 4 5 6 ਵੀ ਘੱਟ ਤੋਂ ਘੱਟ 2, ਉਸ ਤੋਂ ਉੱਤੇ ਜਿੰਨੀਆਂ ਮਰਜ਼ੀ। ਵੱਧ ਤੋਂ ਵੱਧ, ਘੱਟ ਤੋਂ ਘੱਟ, ਐਟਲੀਸਟ, ਐਟਮੋਸਟ ਦਾ ਮਤਲਬ ਇਹ ਹੁੰਦਾ ਹੈਗਾ। ਤਾਂ ਹਾਊ ਮੈਨੀ ਮੈਂਬਰਸ ਰੀਡ ਐਟਮੋਸਟ 1 ਨਿਊਜ਼ਪੇਪਰ। ਐਟਮੋਸਟ 1 ਨਿਊਜ਼ਪੇਪਰ ਦਾ ਮਤਲਬ ਕੀ ਹੈ? ਜਾਂ ਤਾਂ ਇੱਕ ਅਖਬਾਰ ਪੜ੍ਹਦੇ ਹੋਣ ਜਾਂ ਫਿਰ ਕੋਈ ਅਖਬਾਰ ਨਾ ਪੜ੍ਹਦੇ ਹੋਣ। ਤਾਂ ਇਹੀ ਚਾਹੀਦਾ ਨਾ ਆਪਾਂ ਨੂੰ ਬੱਚੇ, ਜਾਂ ਤਾਂ ਇੱਕ ਅਖਬਾਰ ਪੜ੍ਹਦੇ ਹੋਣ, ਉਹ ਚਾਹੇ ਹਿੰਦੀ, ਉਹ ਚਾਹੇ ਪੰਜਾਬੀ, ਉਹ ਚਾਹੇ ਇੰਗਲਿਸ਼, ਜਾਂ ਜਮਾ ਹੀ ਨਾ ਪੜ੍ਹਦੇ ਹੋਣ। ਤਾਂ ਬੱਚੇ ਇੱਕ ਅਖਬਾਰ ਪੜ੍ਹਨ ਵਾਲੇ ਬੱਚੇ ਦੇਖੋ ਕਿੱਥੇ ਆ। ਇੱਕ ਅਖਬਾਰ ਪੜ੍ਹਨ ਵਾਲੇ ਬੱਚੇ, ਬੰਦੇ, ਮੈਂਬਰਸ, ਬੱਚੇ ਨਹੀਂ, 7 6 13 ਤੇ 5 18 + 50 1850। ਇੱਕ ਨਿਊਜ਼ਪੇਪਰ ਵਾਲੇ ਤਾਂ 1850 ਨੇ। ਤੇ ਜੇ ਤੁਸੀਂ ਦੇਖੋਗੇ ਉਧਰ 1850 ਆਪਸ਼ਨ ਵੀ ਪਿਆ, ਪਰ 0 ਨਿਊਜ਼ਪੇਪਰ ਵਾਲੇ ਵੀ ਤਾਂ ਚਾਹੀਦੇ ਆ ਨਾ। ਤਾਂ 0 ਨਿਊਜ਼ਪੇਪਰ ਵਾਲੇ ਤਾਂ ਆਪਾਂ ਕੱਢੇ ਹੀ ਨਹੀਂ ਹਲੇ। ਕੁੱਲ 300 ਮੈਂਬਰ ਨੇ ਸੁਸਾਇਟੀ ਦੇ ਵਿੱਚ, ਜਿਹਦੇ ਵਿੱਚੋਂ ਨਿਊਜ਼ਪੇਪਰ ਪੜ੍ਹਨ ਵਾਲੇ ਕਿੰਨੇ ਆ? ਨਿਊਜ਼ਪੇਪਰ ਪੜ੍ਹਨ ਵਾਲੇ ਆਹ ਨੇ 7 ਤੇ 6 13 ਤੇ 5 5.5 1850, 4 3 7 2 9 1 10 250। ਤਾਂ ਆਹ ਸਾਰੀਆਂ ਵੈਲਿਊਜ਼ ਜੋੜ ਕੇ 250 ਬਣ ਗਈਆਂ। ਤਾਂ ਮਤਲਬ 250 ਬੰਦਾ ਕੁਛ ਨਾ ਕੁਛ ਪੜ੍ਹ ਰਿਹਾ ਹੈ।
250 ਬੰਦਾ ਜੇ ਕੁਛ ਨਾ ਕੁਛ ਪੜ੍ਹ ਰਿਹਾ ਹੈ ਤਾਂ ਕਿੰਨੇ ਜਾਣੇ ਨੇ ਜਿਹੜੇ ਕੁਛ ਨਹੀਂ ਪੜ੍ਹ ਰਹੇ? ਟੋਟਲ 3000 ਦੇ ਵਿੱਚੋਂ 250 ਮਾਈਨਸ ਕਰ ਦੋ ਤਾਂ 150 ਬੰਦਾ ਆਹ ਸਰਕਲਾਂ ਤੋਂ ਬਾਹਰ ਹੈ ਜਿਹੜਾ ਕੋਈ ਨਿਊਜ਼ਪੇਪਰ ਨਹੀਂ ਪੜ੍ਹ ਰਿਹਾ। ਤਾਂ ਐਗਜ਼ਾਮੀਨਰ ਜਦੋਂ ਸਾਨੂੰ ਐਟਮੋਸਟ 1 ਨਿਊਜ਼ਪੇਪਰ ਪੁੱਛ ਰਿਹਾ ਹੈ, ਐਟਮੋਸਟ 1 ਦਾ ਮਤਲਬ ਵੱਧ ਤੋਂ ਵੱਧ ਇੱਕ ਨਿਊਜ਼ਪੇਪਰ ਪੜ੍ਹਦੇ ਹੋਣ, ਤਾਂ ਮਤਲਬ ਜਾਂ ਇੱਕ ਨਿਊਜ਼ਪੇਪਰ ਪੜ੍ਹਨ ਵਾਲੇ ਬੰਦੇ ਗਿਣਨੇ ਆ ਜਾਂ ਕੁਛ ਨਾ ਪੜ੍ਹਨ ਵਾਲੇ ਗਿਣਨੇ ਆ, ਤਾਂ ਉਹ 150 ਵੀ ਜੋੜਨਾ। ਤਾਂ ਇੱਕ ਨਿਊਜ਼ਪੇਪਰ ਵਾਲੇ ਕਿੰਨੇ ਸੀ? 7 ਤੇ 6 13 ਤੇ 5 1850 ਪਲੱਸ 150 ਉੱਤੇ, ਤਾਂ 2000 ਆਨਸਰ ਆ ਜਾਊਗਾ ਇਸ ਕੁਐਸਚਨ ਦਾ। ਤਾਂ 700 ਇੰਗਲਿਸ਼ ਪੜ੍ਹਨ ਵਾਲੇ, 600 ਹਿੰਦੀ ਪੜ੍ਹਨ ਵਾਲੇ ਪਲੱਸ 550 ਪੰਜਾਬੀ ਪੜ੍ਹਨ ਵਾਲੇ, ਇਹ ਤਾਂ ਆ ਗਏ ਇੱਕ ਨਿਊਜ਼ਪੇਪਰ ਪੜ੍ਹਨ ਵਾਲੇ, ਪਲੱਸ 150 ਜਾਣੇ ਕੋਈ ਨਿਊਜ਼ਪੇਪਰ ਨਾ ਪੜ੍ਹਨ ਵਾਲੇ। ਤਾਂ ਇਸ ਕੁਐਸਚਨ ਦਾ ਆਨਸਰ ਬੱਚੇ ਤੁਹਾਡਾ 1850 ਨਾ ਮਾਰਕ ਕਰ ਦਿਓ, 2000 ਆਊਗਾ। ਇਸ ਕੁਐਸਚਨ ਦਾ ਆਨਸਰ 2000 ਆਊਗਾ ਬੱਚੇ ਤੁਹਾਡਾ। ਤਾਂ ਕਲੀਅਰ ਹੈ ਬੱਚੇ, ਇਸ ਕੁਐਸਚਨ ਦੇ ਵਿੱਚ ਐਟਮੋਸਟ ਸ਼ਬਦ ਲਿਖਿਆ ਹੋਇਆ ਤਾਂ ਉਹਨੇ ਸਾਰੀ ਦੀ ਸਾਰੀ ਕਹਾਣੀ ਬਦਲਤੀ। ਧਿਆਨ ਨਾਲ ਦੇਖਣਾ। ਤੇ ਜੇ ਲਿਖਿਆ ਹੁੰਦਾ ਹਾਊ ਮੈਨੀ ਮੈਂਬਰਸ ਰੀਡ ਐਟਲੀਸਟ 2 ਨਿਊਜ਼ਪੇਪਰ, ਇਹ ਮੈਂ ਤੁਹਾਨੂੰ ਸਮਝਾਉਣ ਨੂੰ ਲੈ ਆਇਆ। ਜਿਵੇਂ ਪਿਛਲੇ ਕੁਐਸਚਨ 'ਚ ਐਟਮੋਸਟ ਲਿਖਿਆ, ਇੱਥੇ ਐਟਲੀਸਟ 2 ਨਿਊਜ਼ਪੇਪਰ, ਘੱਟੋ ਘੱਟ 2 ਨਿਊਜ਼ਪੇਪਰ। ਤਾਂ ਘੱਟੋ ਘੱਟ 2 ਦਾ ਮਤਲਬ ਜਾਂ ਤਾਂ 2 ਨਿਊਜ਼ਪੇਪਰ ਪੜ੍ਹਦੇ ਹੋਣ ਜਾਂ 3 ਨਿਊਜ਼ਪੇਪਰ ਪੜ੍ਹਦੇ ਹੋਣ, ਕਿਉਂਕਿ 3 ਤੋਂ ਜ਼ਿਆਦਾ ਤਾਂ ਪੜ੍ਹ ਹੀ ਨਹੀਂ ਸਕਦੇ, 3 ਭਾਸ਼ਾਵਾਂ ਦੇ ਵਿੱਚ ਹੀ ਹੈ ਪੇਪਰ। ਤਾਂ 2 ਨਿਊਜ਼ਪੇਪਰ ਪੜ੍ਹਨ ਵਾਲੇ ਪਲੱਸ 3 ਨਿਊਜ਼ਪੇਪਰ ਪੜ੍ਹਨ ਵਾਲੇ ਐਡ ਕਰਕੇ ਸਾਡਾ ਆਨਸਰ ਆ ਜਾਊਗਾ। ਤਾਂ ਕੁਝ ਬੱਚਿਆਂ ਨੇ ਤਾਂ ਆਨਸਰ ਕਰ ਹੀ ਦਿੱਤਾ ਹੋਣਾ, ਮੈਨੂੰ ਤਾਂ ਪਿੱਛੇ ਜਾਣਾ ਪਊਗਾ। 2 ਨਿਊਜ਼ਪੇਪਰ ਪੜ੍ਹਨ ਵਾਲੇ ਕਿੰਨੇ ਨੇ ਮੈਂ ਇਹਦੇ ਵਿੱਚ ਦੱਸਦਾ ਹਰੇ ਰੰਗ ਨਾਲ। 2 ਨਿਊਜ਼ਪੇਪਰ ਪੜ੍ਹਨ ਵਾਲੇ 200 300 ਤੇ 400, 4 3 7 2 900। 3 ਨਿਊਜ਼ਪੇਪਰ ਪੜ੍ਹਨ ਵਾਲੇ 100, ਤਾਂ 1000 ਜਾਣੇ ਨੇ। ਤਾਂ 4 ਤੇ 3 7 ਤੇ 2 900, ਤਾਂ 2 ਨਿਊਜ਼ਪੇਪਰ ਪੜ੍ਹਨ ਵਾਲੇ 100 ਜਾਣੇ 3 ਨਿਊਜ਼ਪੇਪਰ ਪੜ੍ਹਨ ਵਾਲੇ। ਤਾਂ ਐਟਲੀਸਟ 2 ਦਾ ਮਤਲਬ 2 ਜਾਂ 3 ਪੜ੍ਹਦੇ ਹੋਣ, ਤਾਂ ਆਨਸਰ ਆ ਜਾਊਗਾ 1000। ਤਾਂ ਇਸ ਕੁਐਸਚਨ ਦਾ ਬੱਚੇ ਤੁਹਾਡਾ ਆਨਸਰ ਆ ਜਾਊਗਾ 1000। ਤਾਂ ਕਲੀਅਰ ਹੈ ਜੀ ਸਾਰਿਆਂ ਨੂੰ। ਤਾਂ ਇਹ ਬੱਚੇ ਮੇਰੇ ਖਿਆਲ 'ਚ ਨਿਬੜ ਗਿਆ ਕੰਮ ਅੱਜ ਦਾ। ਹਾਂਜੀ, ਤਾਂ ਇਹ ਆਪਣਾ ਅੱਜ ਦਾ ਸੈਸ਼ਨ ਸੀਗਾ ਪੰਜਾਬ ਦੇ ਪੁਰਾਣੇ ਪੇਪਰ ਦਾ, ਜਿਹਦੇ ਵਿੱਚ ਆਪਾਂ ਕੁਆਂਟਸ ਤੇ ਰੀਜ਼ਨਿੰਗ ਦਾ ਡੇਲੀ 2 ਵਜੇ ਸੈਸ਼ਨ ਚਲਾਉਂਦੇ ਆਂਗੇ। ਜੋ ਪੁਰਾਣੇ ਪੇਪਰਾਂ 'ਚ ਆਇਆ ਹੋਇਆ ਉਹ ਕਰਦੇ ਆਂਗੇ, ਜੋ ਉਹਦੇ ਨਾਲ ਦਾ ਹੋਰ ਪੋਸੀਬਲ ਹੈ ਆਉਣਾ, ਮਤਲਬ ਜੋ ਐਕਸਪੈਕਟਡ ਹੈ ਉਹ ਆ ਸਕਦਾ, ਉਹ ਆਪਾਂ ਕਰਦੇ ਆਂਗੇ। ਤਾਂ ਪ੍ਰੀਵੀਅਸ ਈਅਰ ਕੁਐਸਚਨ ਪੇਪਰ ਸਾਰੇ ਦੇ ਸਾਰੇ ਚੱਕ ਰਹੇ ਹਾਂਗੇ। ਮੈਥ ਦੇ ਹਰ ਤਰ੍ਹਾਂ ਦੇ ਸਵਾਲ, ਹਰ ਚੈਪਟਰ ਦੇ ਸਵਾਲ, ਹਰ ਲੈਵਲ ਦੇ ਸਵਾਲ ਕਰ ਰਹੇ ਹਾਂਗੇ, ਇਨਕਲੂਡਿੰਗ ਆਪਾਂ ਤਾਂ DI ਵੀ ਚੱਕ ਲਈ, ਮਤਲਬ ਵੈਨ ਡਾਇਗਰਾਮ ਵਾਲੇ ਕੁਐਸਚਨ ਚੱਕ ਲਏ। ਤਾਂ ਇਹਦੇ ਨਾਲ ਹੋਰ ਜੋ ਮੋਸਟ ਐਕਸਪੈਕਟਡ ਹੈ ਜਾਂ ਹੋਰ ਕੁਝ ਸਿਮਿਲਰ ਕੁਐਸਚਨਸ ਬਣਦੇ ਨੇ ਆਪਾਂ ਉਹ ਕਰਦੇ ਜਾਂਦੇ ਹਾਂ। ਤਾਂ ਅੱਜ ਦੇ ਸੈਸ਼ਨ ਦੇ ਵਿੱਚ ਆਪਾਂ ਇਹ ਪੜ੍ਹਿਆ। ਅਗਲੇ ਸੈਸ਼ਨ ਦੀ ਹਲੇ ਮੈਂ ਫਾਈਲ ਤਿਆਰ ਕਰਨੀ ਹੈ। ਤਾਂ ਜੋ ਬੱਚੇ ਕਮੈਂਟਾਂ 'ਚ ਕਰੀ ਜਾਂਦੇ ਨੇ, ਬਾਈ ਬਣ ਕੇ ਕਮੈਂਟਾਂ ਵਿੱਚ ਇਹ ਨਾ ਕਿਹਾ ਕਰੋ ਕਿ ਆ ਪੂਰੇ ਦਾ ਪੂਰਾ ਚੈਪਟਰ ਕਰਾ ਦਿਓ ਜੀ। ਚੈਪਟਰ ਲਈ ਆਪਣਾ ਬੱਚੇ ਮਾਸਟਰ ਕੋਰਸ ਅਲੱਗ ਚੱਲ ਰਿਹਾ ਹੈ। ਇਹ ਪ੍ਰੀਵੀਅਸ ਈਅਰ ਕੁਐਸਚਨ ਪੇਪਰ ਦਾ ਸੈਸ਼ਨ ਹੈ ਆਪਣਾ। ਤਾਂ ਪ੍ਰੀਵੀਅਸ ਈਅਰ ਕੁਐਸਚਨ ਪੇਪਰ ਦੇ ਸੈਸ਼ਨ 'ਚ ਤੁਸੀਂ ਕੋਈ ਕੁਐਸਚਨ ਪੇਪਰ ਕਹਿ ਦਿਓ ਵੀ ਸਰ ਫਲਾਣੇ ਸਾਲ 'ਚ ਫਲਾਣੇ ਵਿਭਾਗ ਦਾ ਆਹ ਪੇਪਰ ਹੋਇਆ ਸੀਗਾ, ਉਹ ਕਰਾ ਦਿਓ। ਤੇ ਜੇ ਮੇਰੇ ਕੋਲ ਪੇਪਰ ਨਹੀਂ ਹੋਊਗਾ ਤਾਂ ਮੈਂ ਤੁਹਾਨੂੰ ਮੇਲ ID ਦਿੱਤੀ ਹੋਈ ਸੀ ਆਪਣੀ, ਤੁਸੀਂ ਮੈਨੂੰ ਮੇਲ ਕਰ ਸਕਦੇ ਹੋ ਵੀ ਸਰ ਮੇਰੇ ਕੋਲ ਆ ਪੇਪਰ ਪਿਆ। ਜਿਵੇਂ ਆਪਾਂ ਪਿਛਲੇ ਹਫਤੇ ਜਿਹੜਾ ਵੇਰਕਾ ਦਾ ਅਸਿਸਟੈਂਟ ਮੈਨੇਜਰ ਦਾ ਪੇਪਰ ਹੋਇਆ ਸੀ, ਮੇਰੇ ਕੋਲ ਪੇਪਰ ਨਹੀਂ ਸੀਗਾ, ਕਿਸੇ ਬੱਚੇ ਦੀ ਮੇਲ ਆਈ ਹੋਈ ਹੈ ਮੈਨੂੰ, ਉਹ ਫਿਰ ਮੈਂ ਅਗਲੇ ਦਿਨ ਹੀ ਕਰਾਤਾ ਸੀਗਾ। ਤਾਂ ਤੁਸੀਂ ਮੈਨੂੰ ਕੋਈ ਵੀ ਪੇਪਰ ਮੇਲ ਕਰ ਸਕਦੇ ਹੋ। ਕੁਝ ਬੱਚਿਆਂ ਨੇ ਮੈਨੂੰ WhatsApp ਜਾਂ ਮੇਲ ਕੀਤੇ ਹੋਏ ਨੇ, ਤਾਂ ਉਹ ਮੈਂ ਵਾਰੀ-ਵਾਰੀ ਅਗਲੇ ਸੈਸ਼ਨਸ ਦੇ ਵਿੱਚ ਸ਼ਾਮਲ ਕਰਦਾ ਜਾਵਾਂਗਾ। ਅਗਲੇ ਸੈਸ਼ਨਸ ਦੇ ਵਿੱਚ ਵੀ ਆਪਾਂ ਇਸੇ ਤਰ੍ਹਾਂ ਜੋ ਪੰਜਾਬ ਦੇ ਪੇਪਰਾਂ 'ਚ ਕਦੇ ਵੀ ਪੁੱਛਿਆ ਗਿਆ, ਜੋ ਪਿਛਲੇ ਸਮਿਆਂ 'ਚ ਜਿਹੜੇ ਆਪਣੇ 6-7 ਮਹੀਨਿਆਂ 'ਚ ਪੇਪਰ ਹੋਏ ਨੇ ਇਲੈਕਸ਼ਨਾਂ ਤੋਂ ਪਹਿਲਾਂ, ਉਹ ਆਪਾਂ ਸਾਰੇ ਦੇ ਸਾਰੇ ਪੇਪਰ ਕਰਨੇ ਆ। ਮੈਂ ਪਟਵਾਰੀ ਦੇ ਪੇਪਰ ਦੇ ਕੁਝ ਕੁਐਸਚਨ ਤਾਂ ਕਰਾਤੇ, ਪਰ ਪੂਰੇ ਦਾ ਪੂਰਾ ਪੇਪਰ ਕਰਵਾਊਂਗਾ। ਇਸ ਤੋਂ ਬਿਨਾਂ ਸਬ ਇੰਸਪੈਕਟਰ ਦਾ ਆਪਣਾ ਪਹਿਲੀ ਵਾਰ ਪੰਜਾਬ ਦਾ ਕੋਈ ਪੇਪਰ ਆਨਲਾਈਨ ਹੋਇਆ ਸੀ, ਹਾਲਾਂਕਿ ਕੈਂਸਲ ਹੋ ਗਿਆ, ਪਰ ਉਹਦੇ ਵਿੱਚ ਜੋ ਪੁੱਛਿਆ ਗਿਆ ਉਹ ਆਪਾਂ ਸਾਰੇ ਦਾ ਸਾਰਾ ਕਰਨਾ ਹੈਗਾ। ਮੇਰੇ ਕੋਲ ਸਾਰੇ ਪੇਪਰ ਪਏ ਨੇਗੇ। ਜਾਂ ਪਿਛਲੇ 8-10 ਸਾਲਾਂ 'ਚ ਜੋ ਕਦੇ ਵੀ ਪੁੱਛਿਆ ਗਿਆ, 2018 ਦੇ ਕੋਆਪਰੇਟਿਵ ਬੈਂਕ ਦੇ ਪੇਪਰ 'ਚ ਇਹ ਕੁਐਸਚਨ ਪੁੱਛੇ ਗਏ ਸੀਗੇ, ਉਹਦੇ ਨਾਲ ਦੇ ਉਹ ਕੁਐਸਚਨ ਕੀਤਾ, ਉਹਦੇ ਨਾਲ ਦੇ ਕੁਐਸਚਨਸ ਕੀਤੇ। ਤਾਂ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਜੇ ਕੋਈ ਵੀ ਪੇਪਰ ਜਿਹੜਾ ਕਰਵਾਉਣਾ ਹੈਗਾ ਮੈਨੂੰ ਦੱਸ ਦਿਆ ਕਰੋ। ਜਿਵੇਂ ਬੱਚੇ DI ਕਹਿ ਰਹੇ ਸੀ ਸਿਵਲਸ ਦੀ, PCS ਦੀ, ਉਹ DI ਵੀ ਮੈਂ ਅਗਲੇ ਦਿਨਾਂ ਦੇ ਵਿੱਚ ਸ਼ਾਮਲ ਕਰ ਲੂੰਗਾ, ਮਤਲਬ ਕੁਝ ਕੁਆਂਟਸ ਦੇ ਕੁਐਸਚਨ ਪਲੱਸ ਇੱਕ DI ਦਾ ਕੁਐਸਚਨ ਜਿਹੜਾ ਪੇਪਰ 'ਚ ਆਇਆ ਸੀ। ਤਾਂ ਇਸ ਤਰ੍ਹਾਂ ਆਪਾਂ ਅਗਲੇ ਸੈਸ਼ਨਸ ਦੇ ਵਿੱਚ ਕਰਦੇ ਜਾਵਾਂਗੇ। ਤਾਂ ਬੱਚੇ ਅਗਲੇ ਸੈਸ਼ਨ ਦੇ ਵਿੱਚ ਮਿਲਾਂਗੇ। ਥੈਂਕ ਯੂ।